देखो जी, ਅਸੀਂ ਦੋਵਾਂ ਭਰਾਵਾਂ ਨੇ ਪਤਾ ਪੁਤਾ ਕਰਾਇਆ, ਪਰ ਕਹਿੰਦੇ ਵੀ ਕੈਨੇਡਾ 'ਚ ਸੁਮੋ ਨਹੀਂ ਮਿਲਦੀ। ਚਲੋ ਜੇ ਕਿਸੇ ਨੂੰ ਪਤਾ ਪੁਤਾ ਹੋਇਆ ਤਾਂ ਸਾਨੂੰ ਦੱਸਿਓ ਜ਼ਰੂਰ, ਕਿਉਂਕਿ ਵਿਚਾਰ ਹੈਗਾ ਵੀ ਸੁਮੋ ਚਲੋ ਉੱਧਰ ਤੇ ਨਹੀਂ, ਜੇ ਇੱਧਰ ਹੀ ਕਿਤੇ ਪਾ ਪੂ ਲਈਏ ਤਾਂ ਫਿਰ ਸ਼ਾਇਦ ਆਪਣੀ ਗੱਲ ਬਣ ਜਾਵੇ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ, ਚੈਨਲ ਵੀ ਉਹੀ ਪ੍ਰਾਈਮ ਏਸ਼ੀਆ TV, ਮੈਂ ਵੀ ਉਹੀ ਗੁਰਪ੍ਰੀਤ ਸੰਧਾਵਾਲੀਆ, ਨਾਲ ਵਾਲਾ ਬੰਦਾ ਵੀ ਉਹੀ ਪਰਮਵੀਰ ਬਾਟ। ਹੋਰ ਬਾਟ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ, ਸਤਿ ਸ੍ਰੀ ਅਕਾਲ। ਮੈਂ ਕਿਹਾ ਸਾਰਿਆਂ ਦੱਸ ਦੇ, ਕੇਵਲ ਕੋਈ ਦੱਸ ਹੀ ਪਾਉਂਦਾ ਵੀ ਫਲਾਣੇ ਥਾਂ ਹੈਗੀ ਜੀ। ਨਹੀਂ ਕਿਤੇ ਜੇ ਚੰਗੀ ਹਾਲਤ ਦੇ ਵਿੱਚ ਸੈਕਿੰਡ ਹੈਂਡ ਸੁਮੋ ਮਿਲਦੀ ਹੋਵੇ, ਰੰਗ ਭਾਵੇਂ ਕੋਈ ਵੀ ਹੋਵੇ, ਇੰਜਨ ਠੀਕ ਹੋਵੇ, ਬਾਹਰ ਚਾਰ ਝਰੀਟਾਂ ਵੀ ਭਾਵੇਂ ਨਿਆਣਿਆਂ ਨੇ ਸੋਨੂ ਮੋਨੂ ਟੋਨੂ ਦੀ ਗੱਡੀ ਲਿਖਿਆ ਹੋਵੇ, ਸਾਨੂੰ ਕੋਈ ਦਿੱਕਤ ਨਹੀਂ, ਇੰਜਨ ਠੀਕ ਹੋਵੇ, ਮੀਟਰ ਨਾ ਪਿੱਛੇ ਕੀਤਾ ਹੋਵੇ ਘੁਮਾ ਕੇ। ਨਹੀਂ ਮਤਲਬ ਇੱਥੇ ਅਸੀਂ ਤਾਂ ਇੱਦਾਂ ਸੋਚ ਰਹੇ ਹਾਂ ਵੀ ਸਾਨੂੰ ਇਹ ਆਸ ਹੈ ਵੀ ਸ਼ਾਇਦ ਜੇ ਇੱਥੇ ਕਿਸੇ ਮੰਨ ਲਓ ਕਿਸੇ ਗੋਰੇ ਨੇ ਵੀ ਰੱਖੀ ਹੋਵੇ, ਉਹਨੇ ਟਾਇਰ ਲਾ ਕੇ ਇਹਦੇ ਭੇਡ ਨੂੰ ਪੱਠੇ ਨਹੀਂ ਪਾਏ ਹੋਣੇ ਉਹਦੇ 'ਚ। ਪੱਕੀ ਗੱਲ ਹੈ ਨਾ, ਵੀ ਉਹ ਭਾਵੇਂ ਜਿਵੇਂ ਦੀ ਹੋਵੇ ਐਟਲੀਸਟ ਟਾਇਰ ਉਹਦੇ ਨਾਲ ਹੀ ਹੋਣਗੇ। ਉਹ ਗੱਲ ਵੱਖਰੀ ਹੋਵੇ ਭਾਵੇਂ ਕਿਤੇ ਪੱਤਿਆਂ ਪੁੱਤਿਆਂ ਦੇ ਥੱਲੇ ਆਈ ਹੋਵੇ। ਨਹੀਂ ਯਾਰ ਉਹ ਬਾਪੂ ਜੀ ਨੇ ਉਦੋਂ ਲਈ ਸੀ, ਕਹਿੰਦੇ ਉਹਨਾਂ ਚਲਾਈ ਨਹੀਂ, ਮੁੜ ਕੇ ਆ ਡੱਕੀ। ਉਹਨੇ ਸਰਵਿਸ ਏਜੰਸੀ ਤੋਂ ਕਰਾਈ ਹੋਣੀ ਆ। ਪੱਕੀ ਗੱਲ ਆ। ਇਹ ਤੇ ਹੈ। ਬਰਾਤਾਂ ਕਿੰਨੀਆਂ ਲਾਈਆਂ ਹੋਣਗੀਆਂ ਅੰਗਰੇਜ਼ ਨੇ ਉੱਤੇ? ਬਰਾਤ ਤੇ ਜਾਂਦੇ ਹੀ ਨਹੀਂ ਮੇਰੇ ਖਿਆਲ, ਇਦਾਂ ਕਿ ਜਾਂਦੇ ਉਹ ਤਾਂ ਖੁੱਲੀ ਜੀ ਗੱਡੀ ਤੇ ਖੜਦੇ ਆ। ਖੁੱਲੀ ਜੀ ਗੱਡੀ ਤੇ ਗਏ ਤਾਂ ਆਪੇ ਹੀ ਜਾਂਦੇ, ਤਾਂ ਆਪੇ ਹੀ ਆ ਜਾਂਦੇ ਆ। ਆਹੋ, ਇਹ ਵੀ ਗੱਲ ਹੈਗੀ। ਇਹ ਹੋ ਸਕਦਾ ਵੀ ਜਿਹਨੇ ਲਈ ਹੋਵੇ ਉਹ ਆਖੇ ਵੀ ਮੈਂ ਤੇ ਆਪਣੇ ਵਿਆਹ ਤੇ ਆਇਆ ਸੀ ਉਦੋਂ ਇਹ ਗੱਡੀ ਤੇ, ਉਹਦਾ ਪਾਪਾ ਜੀ ਉਦੋਂ ਉਹਨਾਂ ਰੀਝ ਨਾ ਰੱਖੀ ਸੀ, ਨਾ ਮਾਤਾ ਨੇ ਵੇਚਣ ਦਿੱਤੀ, ਮੁੜ ਕੇ ਤੇ ਰੱਖ ਲਈ ਫਿਰ। ਚਲੋ ਸੰਧਾਲੀਆ ਸਾਹਿਬ, ਮੈਨੂੰ ਨਾ ਰਾਤੀ ਸੁਪਨਾ ਆਇਆ। ਮੈਨੂੰ ਸੁਪਨਾ ਮੈਂ ਬਥੇਰੇ ਤੁਹਾਡੀਆਂ ਬੱਖੀਆਂ ਬੁਖੀਆਂ ਭੰਨੀਆਂ, ਪਰ ਤੁਸੀਂ ਨਹੀਂ ਉੱਠੇ। ਨਹੀਂ, ਸੁਪਨਾ ਕਿਹੜਾ ਆਇਆ? ਸੁਪਨਾ ਮੈਨੂੰ ਇਹ ਆਇਆ ਕਿ ਕੋਈ ਸਮਾਂ ਸੀ ਜਦੋਂ ਪੰਜਾਬ 'ਚੋਂ ਕੋਈ ਚੀਜ਼ ਬਾਹਰ ਨਾ ਚਲ ਜਾਏ, ਉਦੋਂ ਰੋਕਦੇ ਫਿਰਦੇ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇੱਕ ਫੋਟੋ ਬੜੀ ਪੋਪੂਲਰ ਹੁੰਦੀ ਸੀ ਕਿ ਭਾਈ ਆਪਾਂ ਰੋਕੀ ਕੰਦੂ ਖੇੜਾ ਕਰੂ ਨਵੇੜਾ ਵਾਲੀ ਗੱਲ, ਕਿ ਉਦੋਂ ਪੰਜਾਬ 'ਚੋਂ ਬਾਹਰ ਇਲਾਕੇ ਚਲ ਜਾਣੇ ਜੀ, ਉਹ ਚਲ ਜਾਣੇ ਜੀ। ਐਤਕੀ ਕੁਛ ਪੰਜਾਬ ਵਾਲੇ ਪਾਸੇ ਨੂੰ ਆਈ ਜਾਂਦਾ ਸੀ ਤੇ ਪਤਾ ਲੱਗਾ ਕਿ ਭਾਈ ਰੋਕਣਾ ਪੈਣਾ ਹੀ। ਉੱਪਰਲੇ ਪਾਸੇ ਨੂੰ ਦੇਖੀਏ, ਪਾਕਿਸਤਾਨ ਵਾਲੇ ਪਾਸਿਓਂ ਖਤਰਾ ਕੋਈ ਨਹੀਂ, ਕੰਡਿਆਲੀ ਤਾਰ ਲੱਗੀ ਆ। ਪਤਾ ਲੱਗਾ ਕਿ ਜੰਮੂ ਕਸ਼ਮੀਰ ਦੇ ਵਿੱਚੋਂ ਲੋਕ ਜਿਹਨੂੰ ਕਿਤੇ ਕੰਬਲ ਲੱਭਾ, ਜਿਹਨੂੰ ਝੋਲਾ ਲੱਭਾ, ਉਹ ਚੱਕੀ ਆਉਂਦੇ ਪੰਜਾਬ 'ਚ। ਉਧਰਲੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਲੋਕ ਸਾਰੇ ਪੰਜਾਬ 'ਚ, ਇੱਧਰਲੇ ਪਾਸਿਓਂ ਹਰਿਆਣੇ ਵਾਲੇ ਪੰਜਾਬ 'ਚ। ਚੰਡੀਗੜ੍ਹ ਵਾਲੇ ਕਹਿੰਦੇ ਜੀ ਸਾਡਾ ਨਾਂ ਕੱਟ ਦਿਓ, ਅਸਾਂ ਵੋਟ ਬਣਾਉਣੀ ਹੈ ਪੰਜਾਬ 'ਚ। ਸਾਰੇ ਪਾਸੇ ਤੋਂ ਲੋਕਾਂ ਨੇ ਆਪ ਰੋਕਣੇ ਸ਼ੁਰੂ ਕਰ ਦਿੱਤੇ। ਕਰਮਚਾਰੀਆਂ ਤੇ ਬੋਝ ਬਹੁਤ ਵੱਧ ਗਿਆ। ਕਹਿੰਦੇ ਕਿ ਅਸੀਂ ਪੰਜਾਬ ਸੂਬੇ 'ਚ ਰਹਿਣਾ ਹੀ। ਉਹਦਾ ਕਾਰਨ ਕੀ? ਉਹ ਕਹਿੰਦੇ ਆਉਣ ਵਾਲੇ 3 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਸਾਰਾ ਕੁਝ ਹੀ ਮਿਲਣਾ, ਕੰਮ ਕਰਨ ਦੀ ਲੋੜ ਨਹੀਂ ਪੈਣੀ, ਬਸ ਬੰਦਾ ਇੰਨੇ ਜੋਗਾ ਹੋਵੇ ਕਿ ਉਹ ਰੋਟੀ ਦੀ ਬੁਰਕੀ ਤੋੜ ਕੇ ਆਪਣੇ ਮੂੰਹ 'ਚ ਪਾਉਣ ਜੋਗਾ ਹੋਵੇ। ਬਾਕੀ ਪਲਾਟ ਤੁਹਾਨੂੰ ਸਰਕਾਰ ਦਊ, ਝੂਟੀਆਂ ਮਾਟੀਆਂ ਤੁਹਾਨੂੰ ਹੈਲੀਕਾਪਟਰਾਂ ਤੇ ਸਰਕਾਰ ਦਊ, ਬਜ਼ੁਰਗ ਤੁਹਾਡਿਆਂ ਨੂੰ ਤੀਰਥ ਯਾਤਰਾ ਸਰਕਾਰ ਕਰਾਊ, ਜਿਹਦੀ ਮਰਜ਼ੀ ਆ ਜਾਵੇ, ਤੁਹਾਨੂੰ ਘਰ ਸਰਕਾਰ ਬਣਾ ਕੇ ਦਊ, ਕਰਜ਼ੇ ਤੁਹਾਡੇ ਸਰਕਾਰ ਮਾਫ ਕਰੂ, ਬਿਜਲੀ ਦਾ ਬਿੱਲ ਤੁਹਾਡਾ ਜ਼ੀਰੋ ਆਊ, ਨਿਆਣਿਆਂ ਨੂੰ ਨੌਕਰੀ ਤੁਹਾਡਿਆਂ ਨੂੰ ਮਿਲੂ, ਪੱਕੀ ਨੌਕਰੀ ਮਿਲੂ। ਜਾਣੀ ਕਿ ਜਿਹੜੀ ਚੀਜ਼ਾਂ ਅੱਧੀਆਂ ਗਣੀਆਂ ਨਹੀਂ, ਮੈਂ ਸਮਾਰਟਫੋਨ ਉਹ ਤਾਂ ਮਿਲਣਾ ਹੀ ਹੈ। ਉਹ ਤਾਂ ਕਹਿੰਦੇ ਬਾਰਡਰ ਤੇ ਦੇ ਸਮਾਰਟਫੋਨ, ਕਿਉਂਕਿ ਹੁੰਦਾ ਨਾ ਕੇਵਲ ਵੀ ਯਾਰ ਫੋਨ ਬਿਨਾਂ ਗੁਜ਼ਾਰਾ ਨਹੀਂ, ਕਹਿੰਦੇ ਸਮਾਰਟਫੋਨ ਵੀ ਦੇਣਾ। ਉਦੋਂ ਬਾਅਦ ਤੁਸੀਂ ਇਹ ਦੇਖੋ ਵੀ ਜਿਹੜਾ ਉਹ ਆਟਾ ਦਾਲ ਤੇ ਦੂਜਾ ਤੀਜਾ ਸਕੀਮ ਸੀਗੀ, ਉਹ ਤੇ ਚੱਲਣੀ ਆ। 5 ਸਾਲ ਹੋ ਗਿਆ ਵੀ ਪੱਤੀ ਤੇ ਘਿਓ ਦਾ ਪੀਪਾ ਫਸਿਆ ਹੈ। ਸ਼ਾਇਦ ਉਹ ਵੀ ਨਿਕਲ ਆਵੇ ਐਤਕੀ। ਨਹੀਂ ਐਤਕੀ ਤਾਂ ਹੋ ਸਕਦਾ ਇਹ ਵੀ ਕਹਿਣ ਕਿ ਉਹ ਘਿਓ ਤਾਂ ਦੇਣਾ ਹੀ ਦੇਣਾ, ਬਾਅਦ 'ਚ ਜਿਹੜਾ ਚਮਚਾ ਕਪਾਉਂਦੇ ਹੁੰਦੇ ਆ ਮੂੰਹ 'ਚ ਐਂਡ ਤੇ, ਉਹ ਘਿਓ ਦਾ ਚਮਚਾ ਵੀ ਸਰਕਾਰ ਵੱਲੋਂ ਹੋਊਗਾ। ਜਾਣੀ ਕਿ ਪੰਜਾਬ ਦੇ ਵਿੱਚ ਇਸ ਗੱਲ ਦਾ ਕੋਈ ਪ੍ਰਚਾਰ ਨਹੀਂ ਕਿ ਸਾਡਾ ਅੱਧਾ ਪੰਜਾਬ ਗਹਿਣੇ ਪਿਆ, ਇਸ ਗੱਲ ਦਾ ਕੋਈ ਪ੍ਰਚਾਰ ਨਹੀਂ ਕਿ ਸਾਡੇ ਸਿਰ ਕਰਜ਼ਾ ਕਿੰਨਾ, ਇਸ ਗੱਲ ਦਾ ਕੋਈ ਰੌਲਾ ਨਹੀਂ ਕਿ ਅਸੀਂ ਕਰਜ਼ੇ ਦੀਆਂ ਕਿਸ਼ਤਾਂ ਦੇਣ ਦੇ ਲਈ ਕਰਜ਼ਾ ਲੈਂਦੇ ਹਾਂ, ਇਸ ਗੱਲ ਦਾ ਕੋਈ ਰੌਲਾ ਨਹੀਂ ਕਿ ਜਿੰਨੀ ਆਮਦਨ ਆ 70-80% ਰੁਪਈਏ ਜਿਹੜੇ ਆ ਉਹ ਤਨਖਾਹਾਂ ਪੈਨਸ਼ਨਾਂ 'ਚ ਜਾਂਦੇ ਆ, ਇਸ ਗੱਲ ਦਾ ਕੋਈ ਰੌਲਾ ਨਹੀਂ ਕਿ ਜਿੱਥੇ DC ਸਾਹਿਬ ਬਹਿੰਦੇ ਆ, ਜਿੱਥੇ SSP ਸਾਹਿਬ ਬਹਿੰਦੇ ਆ, ਬਹੁਤੀਆਂ ਬਿਲਡਿੰਗਾਂ ਗਹਿਣੇ ਪਈਆਂ, ਇਸ ਗੱਲ ਦਾ ਕੋਈ ਰੌਲਾ ਨਹੀਂ ਕਿ ਸਾਡਾ ਪਾਣੀ ਥੱਲੇ ਚਲੇ ਚੱਲਾ। ਹਾਂ, ਜੇ ਕਿਸੇ ਵੀ ਸੂਬੇ ਦੇ ਵਿਅਕਤੀ ਵਿਸ਼ੇਸ਼ ਨੇ ਇਹ ਪੜ੍ਹ ਲਿਆ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵਾਅਦੇ ਕਿਹੜੇ ਕਰਦੀਆਂ, ਮੈਂ ਤੁਹਾਨੂੰ ਇੱਕ ਗੱਲ ਦੀ ਗਰੰਟੀ ਦਿੰਦਾ, ਪਹਿਲਾਂ ਕਹਿੰਦੇ ਆ ਪੰਜਾਬ 'ਚ ਲੋਕ ਭੱਜ ਚਲੇ ਬਾਹਰ ਨੂੰ, ਪੰਜਾਬ 'ਚ ਤੇਲ ਸੁੱਟਣ ਨੂੰ ਥਾਂ ਮਿਲਣੀ ਨਹੀਂ। ਇਹ ਗੱਲ ਵਧੀਆ ਹੋ ਗਈ ਵੀ ਦੇਖੋ ਤੁਹਾਨੂੰ ਜਾਗ ਐਨ ਮੌਕੇ ਤੇ ਆ ਗਈ ਜਦੋਂ ਲੋਕ ਬਾਰਡਰ ਟੱਪ ਚੱਲੇ ਸੀ, ਹੈ ਨਾ, ਨਾਲ ਬਚਾਅ ਹੋ ਗਿਆ। ਨਹੀਂ ਤੇ ਚਲੋ ਇਹ ਤੇ ਹੁਣ ਸਵੇਰ ਨੂੰ ਪੰਜਾਬ ਵਾਲਿਆਂ ਵੇਖਣਾ ਵੀ ਇੰਨੀ ਦਗੜ ਕਾਹਦੀ ਆ ਜੀ। ਪਰ ਇਹ ਨਹੀਂ ਵੀ ਇਹ ਇਕੱਲਾ ਫਿਕਰ ਤੁਹਾਨੂੰ ਆ। ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਨੇ ਵੱਡੇ ਬਾਦਲ ਸਾਹਿਬ ਜੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਉਹਨਾਂ ਵੀਡੀਓ 'ਚ ਕਿਹਾ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਕੋਈ ਇਧਰੋਂ ਆ ਗਿਆ ਆ ਦੇ ਦੂੰਗਾ। ਪਿਛਲੀ ਦੀ ਗੱਲ ਤਾਂ ਨਹੀਂ ਕਰਦੇ ਜਿਹੜੀ ਇੱਕ ਪਿਛਲੀ ਸੀਗੀ? ਯਾਰ ਇਦਾਂ ਨਾ ਕਰੋ, 5 ਵਾਰ ਤਾਂ ਖੁਦ ਰਹੇ ਨੇ ਨਾ। ਅੱਛਾ ਠੀਕ। ਉਹ ਕਹਿੰਦੇ ਕੋਈ ਇਧਰੋਂ ਆ ਗਿਆ ਆ ਦੇ ਦੇਣਾ, ਉਹ ਦੇ ਦੇਣਾ, ਕਹਿੰਦੇ ਸਭ ਲਾਰੇ ਆ। ਇਹ ਜਿਹੜਾ ਚੋਣ ਮੈਨੀਫੈਸਟੋ ਆ ਨਾ,
ਇਹ ਕਾਨੂੰਨੀ ਦਸਤਾਵੇਜ਼ ਚਾਹੀਦਾ ਤਾਂ ਜੋ ਘੱਟੋ ਘੱਟ ਉਸ ਚੀਜ਼ ਨੂੰ ਨੇਪਰੇ ਤੇ ਚਾੜਿਆ ਜਾ ਸਕੇ। ਜੇ ਐਵੇਂ ਲਾਰੇ ਹੀ ਲਾਈ ਜਾਣੇ ਮੁੜ ਕੇ ਭੱਜ ਜਾਣਾ, ਫਿਰ ਕੋਈ ਫਾਇਦਾ ਨਹੀਂ। ਇਹ ਬਾਦਲ ਸਾਹਿਬ ਨੇ ਕਿਹਾ, ਹਾਂ, ਬੋਲ ਕੇ ਵੀਡੀਓ 'ਚ। ਹਾਂਜੀ। ਨਹੀਂ ਦੇਖੋ, ਫਿਰ ਤਾਂ ਸਾਰਿਆਂ ਨੂੰ ਮੰਨ ਜਾਣਾ ਚਾਹੀਦਾ। ਨਹੀਂ ਪਰ ਉਹ ਸਵਾਲ ਹੁਣ ਇਹੋ ਹੀ ਗੱਲ ਮੈਂ ਪੰਨੂ ਸਾਹਿਬ ਨੂੰ ਪੁੱਛ ਲਈ ਉਹਦੇ ਰੇਡੀਓ ਤੇ। ਮੈਂ ਕਿਹਾ ਪੰਨੂ ਸਾਹਿਬ ਇਦਾਂ ਗਿਆ, ਉਹ ਕਹਿੰਦੇ ਦੇਖ ਲਓ ਉਹਨਾਂ ਨੇ 5 ਵਾਰ ਉਹ ਰਹੇ ਮੁੱਖ ਮੰਤਰੀ ਤੇ 5 ਵਾਰ ਉਹਨਾਂ ਦੇ ਕਰਤਾ ਇਹ ਇਹਨਾਂ ਕੋਲ ਨਹੀਂ ਹੋਣ ਡਿਆ। ਜਾਨੀ ਮੈਂ ਕਹਿੰਦਾ ਕਿ ਅਕਾਲੀਆਂ ਦੇ ਸਾਰੇ ਮੈਨੀਫੈਸਟੋ ਚੱਕ ਲਓ ਜਿੰਨੀ ਵਾਰੀ ਸਰਕਾਰ ਬਣੀ ਹੈ, ਉਹ ਤਾਂ ਫਿਰ ਸਾਰਾ ਕੁਝ ਪੂਰਾ ਹੀ ਹੋਣਾ। ਉਹ ਇਸ ਵੇਲੇ ਤੁਹਾਡੇ ਕਹਿਣ ਦੀ ਦੇਰ ਹੀ ਨਾਲ ਹੀ ਉਹ ਟੇਬਲ ਤੋਂ ਸਾਹਮਣੇ ਲੱਗ ਪੈਣਾ, ਕਾਗਜ਼ ਰਹਿ ਨਹੀਂ। ਮੈਨੂੰ ਇੱਕ ਗੱਲ ਹੋਰ ਲੱਗਦੀ, ਇੱਦਾਂ ਦੀਆਂ ਖਬਰਾਂ ਆਉਣੀਆਂ ਹੀ ਸੰਧਾਲੀਆ ਸਾਹਿਬ, ਇਹ ਤਾਂ ਵੱਡੇ ਬਾਦਲ ਸਾਹਿਬ ਨੇ ਐਵੇਂ ਮੈਨੂੰ ਲੱਗਦਾ ਕਹਿਤਾ, ਪੰਜਾਬ ਦੇ ਲੀਡਰਾਂ ਤੇ ਕਾਹਦੀ ਬੇਯਕੀਨੀ, ਜ਼ੁਬਾਨ ਦੇ ਪੱਕੇ। ਹੋ ਸਕਦਾ ਕਿ ਲਾਂਭੇ ਵਾਲੇ ਸੂਬਿਆਂ 'ਚ ਕਿਸੇ ਇੱਕ ਦੇ ਘਰ ਦੇ ਵਿੱਚੋਂ ਝਗੜੇ ਦੀ FIR ਦਰਜ ਹੋਵੇ ਤੇ ਉੱਥੇ ਜਨਾਨੀ ਕਹੇ ਕਿ ਮੈਂ ਨਹੀਂ ਜਾਣਾ ਪੰਜਾਬ, ਅਸੀਂ ਮਸਾਂ ਘਰ ਬਣਾਇਆ, ਜੇ 1.5 ਸਾਲ ਨਹੀਂ ਹੋਇਆ, ਜੇ ਰੰਗ ਕਰਾਉਣ ਵਾਲਾ ਪਿਆ, ਤੇ ਇਹ ਕਹੀ ਜਾਂਦਾ ਪੰਜਾਬ ਦੇ ਕਿਸੇ ਪਿੰਡ 'ਚ ਜਾ ਕੇ ਰਹਿ ਲਾਂਗੇ, ਕੁੱਲੀ ਪਾ ਕੇ ਰਹਿ ਲਾਂਗੇ, ਕੱਚੇ ਘਰ 'ਚ ਰਹਿ ਲਾਂਗੇ, ਪਰ ਰਹਿਣਾ ਪੰਜਾਬ 'ਚ, ਉੱਥੇ ਸਭ ਕੁਝ ਮਿਲਣਾ। ਤੇ ਮੈਂ ਕਹੀ ਜਾਂਦੀ ਹਾਂ ਉਹ ਵਾਅਦੇ ਲੀਡਰਾਂ ਦੇ ਆ, ਤੇ ਇਹ ਮੋਹਰਿਓਂ ਮੈਨੂੰ ਕੁੱਟਣ ਪੈਂਦਾ ਕਿ ਪੰਜਾਬ ਦੇ ਲੀਡਰਾਂ ਦੇ ਆ, ਉਹ ਅੱਜ ਤੱਕ ਕਦੇ ਮੁੱਕਰੇ ਹੀ ਨਹੀਂ। ਘਰ ਘਰ ਨੌਕਰੀ, ਉੱਥੇ ਕਰਜ਼ਾ ਮਾਫੀ, ਉੱਥੇ ਸਾਈਕਲ ਨਿਆਣਿਆਂ ਨੂੰ, ਉੱਥੇ PhD ਤੱਕ ਜਿਹੜੀ ਹੈ ਉਹ ਐਜੂਕੇਸ਼ਨ ਬੱਚੀਆਂ ਨੂੰ ਫ੍ਰੀ, ਉੱਥੇ ਕਾਲਜ ਦੇ ਵਿੱਚ ਅਸਾਮੀ ਕੋਈ ਨਹੀਂ ਖਾਲੀ, ਉੱਥੇ ਸਕੂਲ 'ਚ ਹਸਪਤਾਲ 'ਚ ਅਸਾਮੀ ਕੋਈ ਨਹੀਂ ਖਾਲੀ, ਉੱਥੇ ਪ੍ਰਾਈਵੇਟ ਹਸਪਤਾਲ ਵਾਲੇ ਚਿੰਦਰੇ ਮਾਰ ਕੇ ਚਲੇ ਗਏ ਕਿ ਸਰਕਾਰੀ ਹਸਪਤਾਲਾਂ 'ਚ ਇਲਾਜ ਹੀ ਇੰਨਾ ਵਧੀਆ ਹੁੰਦਾ ਹੀ ਤਾਂ ਸਾਡੇ ਕੋਈ ਪੇਸ਼ੈਂਟ ਨਹੀਂ ਆਉਂਦਾ। ਪ੍ਰਾਈਵੇਟ ਸਕੂਲਾਂ ਵਾਲੇ ਮੁਜ਼ਾਹਰੇ ਕਰਦੇ ਫਿਰਦੇ ਆ ਕਿ ਸਾਡੇ ਕਾਂ ਬੋਲਦੇ ਆ, ਨਿਆਣਾ ਨਿੱਕਾ ਕੋਈ ਨਾ ਉੱਥੇ ਪੜ੍ਹਨ ਆਉਂਦਾ। ਸਾਰੇ ਹੀ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿੱਚ ਲੱਗ ਗਏ ਆ। ਤੇ ਉਹ ਕਹਿੰਦੇ ਕਿ ਭਾਈ ਜਿੱਥੇ ਇੰਨੇ ਯਕੀਨ ਵਾਲੇ ਪੰਜਾਬ 'ਚ ਲੀਡਰ ਹੋਣ, ਅੱਜ ਕੋਈ ਗਲਤੀ ਹੁੰਦੀ ਹੈ, ਭਲਕੇ ਪਰਚਾ 2 ਮਹੀਨਿਆਂ ਦੇ ਵਿੱਚ ਚਾਰਜ ਸ਼ੀਟ, ਤੀਜੇ ਮਹੀਨੇ ਬੰਦਿਆਂ ਨੂੰ ਸਜ਼ਾ, ਕੋਈ 5-7 ਸਾਲ 10 ਸਾਲ ਚੀਜ਼ ਨਹੀਂ ਅਟਕਦੀ ਕਦੇ। ਕਹਿੰਦੇ ਉੱਥੇ ਦੇਖ ਲਓ ਕਿਸੇ ਲੀਡਰ ਨੇ ਦੂਜੇ ਲੀਡਰ ਤੇ ਦੋਸ਼ ਲਾਇਆ ਹੋਵੇ, ਹਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਕਹਿੰਦੇ ਐਵੇਂ ਅਖਬਾਰ ਪੜ੍ਹਨੀ ਨਹੀਂ, TV ਵੇਖਣਾ ਨਹੀਂ, ਐਵੇਂ ਕਹੀ ਜਾਂਦੀ ਪੰਜਾਬ ਨਹੀਂ ਜਾਣਾ। ਨਹੀਂ, ਇਹ ਤੇ ਗੱਲ ਹੈਗੀ। ਉਹਨਾਂ ਨੂੰ ਮੇਰਾ ਖਿਆਲ ਵੀ ਜੇ ਕੋਈ ਮਹਿੰਗਾ ਸਸਤਾ ਵੇਚਦਾ ਹੋਣ ਤੇ ਵੇਚ ਦੇਣਾ ਚਾਹੀਦਾ ਘਰ ਆਪਣਾ, ਜ਼ਰੂਰ ਪੰਜਾਬ ਆਉਣ, ਛੱਡ ਕੇ ਆ ਜਾਣ। ਮੈਂ ਕਹਿੰਦਾ ਇਹ ਇੱਕ ਅਜੇ ਉਹ ਅਜੇ ਹੈ ਕੱਚੀ ਪੱਕੀ ਜੀ ਖਬਰ, ਥੋੜੇ ਦਿਨਾਂ ਤੱਕ ਜਦੋਂ ਪੱਕੀ ਹੋ ਗਈ ਰੌਲਾ ਉਦੋਂ ਵੀ ਬੜਾ ਪੈਣਾ, ਕਿਉਂਕਿ ਹੁਣ ਇਹ ਵੀ ਚਰਚਾ ਵੀ ਸ਼ਾਇਦ ਪੰਜਾਬ ਸਰਕਾਰ ਨੇ ਜਿਹੜੇ ਨਿਆਣੇ ਉਹ ਭੇਜਿਆ ਕਰਨੇ ਬਾਹਰ, ਸਟੂਡੈਂਟ ਵੀਜ਼ੇ ਵਾਲਾ ਕੰਮ ਕੈਨੇਡਾ ਨੂੰ, ਵੱਡੇ ਨਿਆਣੇ। ਹਾਂਜੀ, ਮਤਲਬ ਵੀ ਪੰਜਾਬ ਸਰਕਾਰ ਜਿਹੜਾ ਕੰਮ ਹੁਣ ਏਜੰਟਾਂ ਥਰੂ ਹੁੰਦਾ, ਉਹ ਪੰਜਾਬ ਸਰਕਾਰ ਨੇ ਕਰਿਆ ਕਰਨਾ ਖੁਦ। ਹਾਂਜੀ, ਖੁਦ ਕਾਸ਼ਤ। ਜਾਨੀ ਇਹ ਹਵਾਵਾਂ 'ਚ ਚਰਚਾ, ਜੇ ਗੱਲ ਉਹ 'ਚ ਕਿੱਥੇ ਕੁ ਪਹੁੰਚੀ ਕਿੱਥੇ ਕੁ ਨਹੀਂ ਪਹੁੰਚੀ, 2-4 ਦਿਨਾਂ ਨੂੰ ਕੰਮ ਕਲੀਅਰ ਹੋ ਜਾਣਾ। ਤਰਾਜ ਨਹੀਂ, ਤਰਾਜ ਕੋਈ ਨਹੀਂ ਹੈ। ਹਾਂ, ਜਾਣਾ ਨਹੀਂ, ਜਾਣ ਦੀ ਵੀ ਗੱਲ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਕਿ ਜਾਣਾ ਕਿਹਨੇ ਆ, ਸਰਕਾਰ ਸਾਨੂੰ ਨਹੀਂ ਪਤਾ ਕਿਹਦੀ। ਤੁਸੀਂ ਇਹ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੱਖਾਂ ਨਿਆਣੇ ਕੁਆਲੀਫਾਈਡ ਬੇਰੁਜ਼ਗਾਰ ਸੀਗੇ ਕਿ ਨਹੀਂ ਸੀਗੇ, ਅੱਜ ਵੀ ਹੈਗੇ ਆ। ਇੱਕ ਉਹ MLA ਹੋਸਟਲ ਦੇ ਲਾਗੇ 6 ਦਿਨ ਹੋ ਗਏ ਮੋਬਾਈਲ ਟਾਵਰ ਤੇ ਚੜਿਆ ਕਿ ਨਹੀਂ ਚੜਿਆ ਬੰਦਾ। ਇੱਕ ਇਧਰਲੇ ਪਾਸੇ ਖਰੜ ਵਾਲੇ ਪਾਸੇ ਟੈਂਕੀ ਤੇ ਜਲੰਧਰ ਵਾਲੇ ਪਾਸੇ ਟੈਂਕੀ ਤੇ, ਪੰਜਾਬ 'ਚ 16-17 ਜਗ੍ਹਾ ਦੇ ਉੱਤੇ ਧਰਨੇ ਲਾ ਕੇ ਬੈਠੇ। ਕਸੂਰ ਇਹ ਕਿ ਬਾਈ ਚਾਂਸ ਉਹ ਪੜ੍ਹ ਗਏ, ਬਾਈ ਚਾਂਸ ਉਹ ਤੜਕੇ ਉੱਠਦੇ ਸੀ, ਕਿਤਾਬਾਂ ਨਾਲ ਮੱਥਾ ਮਾਰਦੇ ਸੀ, ਪੇਪਰ ਵੇਲੇ ਤਿਆਰੀ ਕਰਕੇ ਜਾਂਦੇ ਸੀ, ਮਾਂ ਤੋਂ ਦਹੀਂ ਦਾ ਚਮਚਾ ਖਾ ਕੇ ਜਾਂਦੇ ਸੀ, ਤੇ ਉੱਥੇ ਜਾ ਕੇ ਚੰਗੇ ਨੰਬਰ ਲੈ ਪੇਪਰ ਵਧੀਆ ਪਾ ਲਿਆ, ਰਿਜ਼ਲਟ ਆ ਗਿਆ, ਕੁਆਲੀਫਾਈ ਹੋ ਗਏ, ਉਹਦੇ ਤੋਂ ਬਾਅਦ ਨੌਕਰੀ ਨਹੀਂ ਮਿਲੀ। ਕਸੂਰ ਉਹਨਾਂ ਦਾ ਇਹੀ ਹੈ ਕਿ ਭਾਈ ਉਹ ਪੰਜਾਬ 'ਚ ਰਹਿਣਾ ਚਾਹੁੰਦੇ ਆ, ਭਾਰਤ 'ਚ ਰਹਿਣਾ ਚਾਹੁੰਦੇ ਆ, ਕੰਮ ਕਰਨਾ ਚਾਹੁੰਦੇ ਆ, ਪਰ ਨੌਕਰੀ ਨਹੀਂ। ਜੇ ਸਰਕਾਰ ਨੇ ਸਕੀਮ ਲਾਗੂ ਕਰਤੀ, ਪਤਾ ਜਾਣਾ ਕਿਹਨੇ ਆ। ਜਿੱਦਾਂ ਹੁਣੇ ਹੀ ਮਦਨ ਲਾਲ ਜਲਾਲਪੁਰ ਸਾਹਿਬ ਦਾ ਪੁੱਤ ਪਾਵਰਕਾਮ ਦਾ ਡਾਇਰੈਕਟਰ ਬਣਿਆ ਕਿ ਨਹੀਂ ਬਣਿਆ, ਇਦਾਂ ਹੀ ਅਮਰੀਕ ਸਿੰਘ ਸਮਰਾਲਾ MLA ਨੇ, ਉਹ ਵੀ ਉਹਨਾਂ ਦਾ ਪੋਤਾ ਡਾਇਰੈਕਟਰ ਬਣਿਆ ਕਿ ਨਹੀਂ ਟਰਾਂਸਕੋ ਦਾ, ਟਰਾਂਸਕੋ ਹੀ ਆ, ਹਾਂ, ਉਹਦਾ ਡਾਇਰੈਕਟਰ। ਦੇਖੋ ਲੋੜ ਬੜੀ ਸੀ ਸੰਧਾਲੀਆ ਸਾਹਿਬ, ਇੱਕ ਪਰਿਵਾਰ ਦੀ ਪ੍ਰਾਪਰਟੀ ਕਹਿੰਦੇ 4 ਕਰੋੜ ਮਸਾਂ ਗੁਜ਼ਾਰਾ ਕਿਤੇ ਹੁੰਦਾ ਹੈ, ਦੂਜੇ ਦੀ ਮਸਾਂ 18 ਕਰੋੜ, ਇੱਕ ਮਸਾਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ, ਦੂਜਾ ਔਖਾ ਹੋ ਕੇ ਨਗਰ ਕੌਂਸਲ ਦਾ ਪ੍ਰਧਾਨ ਬਣਦਾ ਸੀ। ਨਹੀਂ, ਬੜਾ ਜ਼ਰੂਰੀ ਇਹ ਤੇ ਮਤਲਬ ਕਹਿ ਲਓ ਕਿ ਵੀ ਚੰਨੀ ਸਾਹਿਬ ਕਿਤੇ ਸੱਚੀ ਨਹੀਂ ਮਿਲੇ, ਮੈਂ ਜੱਫੀ ਪਾ ਕੇ ਵਧਾਈ ਦੇਣੀ ਸੀ ਉਹਨਾਂ ਨੂੰ। ਨਹੀਂ ਦੇਖੋ ਨਾ, ਮੈਂ ਕਹਿਣਾ ਵੀ ਚੰਨੀ ਸਾਹਿਬ ਆ ਜੇ ਤੁਸੀਂ ਇਦਾਂ ਕਰਨ ਲੱਗ ਪਏ ਨਾ, ਫਿਰ ਨਹੀਂ ਪੰਜਾਬ ਮਤਲਬ ਜਾਂਦਾ ਕਿਤੇ। ਦੋਨੇ ਪਰਿਵਾਰ ਮਹਾਂ ਠੇਕੇਦਾਰ, ਇੱਕ ਦਾ ਸ਼ਰਾਬ ਦਾ ਕੰਮ, ਇੱਕ ਦਾ ਮਹਾਂ, ਇੱਕ ਦਾ ਦੂਜਾ, ਹਨਾ। ਦੇਖੋ ਗੱਲ ਕੀ ਆ ਕਿ ਉਹ ਤਾਂ ਦੂਜੇ ਤਾਂ ਜਿਹੜੇ ਅਮੀਰਾਂ ਦੇ ਨਿਆਣੇ ਧਰਨਾ ਲਾ ਕੇ ਬੈਠੇ ਆ, ਅਮੀਰਾਂ ਦੇ ਨਿਆਣੇ ਟੈਂਕੀਆਂ ਤੇ ਚੜੇ ਆ, ਐਨ 버ਗਰ ਖਾਂਦੇ ਆ ਉੱਪਰ ਬੈਠੇ, ਸ਼ਰਮ ਹੀ ਨਹੀਂ ਆਉਂਦੀ ਇਹਨਾਂ ਨੂੰ। ਨਾ ਮਤਲਬ ਵੀ ਤੁਸੀਂ ਕੀ ਕਰਨ ਡਏ ਦੱਸੋ। ਬੜਾ ਚਲੋ ਜੋ ਵੀ ਆ ਮਾਰਾ ਸੁੱਖ ਰੱਖੇ। ਮੈਨੂੰ ਤੇ ਹੁਣ ਇਹ ਫਿਕਰ ਆ ਵੀ ਇਹ ਨਾ ਹੋਵੇ, ਇੱਕ ਹੁੰਦਾ ਨਾ ਵੀ ਜਿੱਥੇ ਕੰਮ ਜਿਹਾ ਚੱਲਦਾ ਹੋਵੇ ਉੱਥੇ ਪਤਾ ਨਹੀਂ ਕਿਹੜੇ ਲੀਡਰਾਂ ਦੀ ਨਜ਼ਰ ਪੈ ਜਾਂਦੀ। ਮੈਂ ਨਹੀਂ ਆਂਦਾ ਵੀ ਉਹ ਪੰਜਾਬ ਦੇ ਲੀਡਰ ਆ,
ਮੈਂ ਨਾ ਕਿਤੇ ਪੰਜਾਬ ਤੇ ਕਿਤੇ ਲੀਡਰਾਂ ਦੀ ਨਜ਼ਰ ਨਾ ਪੈ ਜਾਏ, ਉਹ ਯਾਰ ਤੇਰਾ ਭਲਾ ਇਹ ਘੁੱਗ ਵਸਦਾ ਖਿੱਤਾ ਹੈ ਨਾ, ਇਹ ਤੇ ਕਬਜ਼ਾ ਕਰੀਏ ਕਿਸੇ ਤਰ੍ਹਾਂ, ਹੈ ਨਾ। ਪਰ ਚਲੋ ਇਹ ਹੁਣ ਰੱਬ ਜਾਣੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਆਪਣਾ ਕੰਮ ਆ ਖਬਰਾਂ ਵਾਲਾ ਕੰਮ ਕਰਨਾ, ਆਪਾਂ ਉਹ ਕਰੀਏ। ਇਹਨੂੰ ਪਹਿਲਾਂ ਕੋਈ ਆਪਣੇ ਦੁਆਲੇ ਡਾਂਗ ਕੱਢ ਲਏ, ਸੋਮੋ ਨਹੀਂ ਲਈ ਜਾਣੀ ਆਪਣੇ ਕੋਲ। ਨਹੀਂ ਗੱਲ ਮਹਾਰਾਜ ਦੇਖੋ, ਆਪਾਂ ਤਾਂ ਕਹਿੰਦੇ ਆ ਕਿ ਰੁਜ਼ਗਾਰ ਦਿੱਤਾ ਗਿਆ। ਤੁਸੀਂ ਦੇਖੋ ਜੇ ਡਾਂਗੇ ਨੇ ਕਰਨੀ ਭਾਦ ਵਾਲੇ ਕੱਢਿਓ, ਮੈਂ ਤਾਂ ਗੱਲ ਹੀ ਨਹੀਂ ਸ਼ੁਰੂ ਕੀਤੀ। ਮੈਂ ਤੇ ਲੱਗਦੇ ਨਹੀਂ ਡਾਇਰੈਕਟਰ, ਤੁਸੀਂ ਨਹੀਂ ਡਾਇਰੈਕਟਰ ਤੁਸੀਂ ਲੱਗਦੇ ਨਹੀਂ। ਤੁਸੀਂ ਕਿਹਾ ਨਾ ਨਿਆਣੇ ਵਿਦੇਸ਼ ਭੇਜਣੇ ਆ, ਮੈਂ ਤੁਹਾਨੂੰ ਦੱਸਿਆ ਜਾਣੇ ਪੰਜਾਬੀ ਹੋਈ ਆ, ਪਰ ਕਿਹੜੇ ਪੰਜਾਬੀ ਜਾਣੇ ਮੈਂ ਤੁਹਾਨੂੰ ਉਹ ਦੱਸਦਾ ਹੀ। ਨਹੀਂ ਇਹ ਚਲੋ ਹੈਗੀ ਗੱਲ। ਚਲੋ ਮੈਨੂੰ ਇਹ ਆ ਵੀ ਚਲੋ ਆਪਾਂ ਜੇ ਇਸ਼ਾਰਾ ਕੀਤਾ, ਜਿੱਦਣ ਗੱਲ ਪੱਕੀ ਹੋ ਗਈ ਉਦੋਂ ਬਾਅਦ ਸਾਰੇ ਪਾਸੇ ਰੌਲਾ ਪੈ ਜਾਣਾ, ਤੇ ਫਿਰ ਇਹ ਵੀ ਰੌਲਾ ਪੈਣਾ ਹੋ ਸਕਦਾ ਵੀ ਮਤਲਬ ਜਿੱਥੇ ਅੱਗੇ ਧਰਨੇ ਪ੍ਰਦਰਸ਼ਨ ਚੱਲਦੇ ਉਹਦੇ ਵਿੱਚ 5-4 ਤਖਤੀਆਂ ਹੋਰ ਲਿਖੀਆਂ ਹੋਣ। ਇਹ ਕੌਣ? ਇਹ ਬੇਰੁਜ਼ਗਾਰ ਟਰੈਵਲ ਏਜੰਟ, ਸਾਡਾ ਰੁਜ਼ਗਾਰ ਖੋਇਆ ਪੰਜਾਬ ਸਰਕਾਰ ਨੇ। ਠੀਕ ਹੈ ਆ ਚਲੋ ਇਹ ਹੋਊਗਾ ਸਾਰਾ ਕੁਝ, ਪਰ ਇਹ ਤੋਂ ਪਹਿਲਾਂ ਜਿਹੜਾ ਇਸ ਵਕਤ ਜ਼ਿਆਦਾ ਖਤਰਾ ਜਿਹਦਾ ਕਰਕੇ ਚਿੱਠੀ ਲਿਖੀ ਹੈ ਚੰਨੀ ਸਾਹਿਬ ਨੇ, ਉਹਦੀ ਗੱਲ ਕਰ ਲਈ। ਆਜੋ ਦੇਖੋ ਗੱਲ ਇਹ ਆ ਵੀ ਖਤਰਾ ਇਹ ਆ ਕਿ ਵੀ ਜਿਹੜੇ ਬੈਠੇ ਨੇ ਦਿੱਲੀ ਬਾਬੇ, ਉਹ ਜਦੋਂ ਵੀ ਕਿਤੇ ਆਪਣੇ ਭਾਈਚਾਰੇ ਵਾਲੇ ਕੋ ਜਾ ਕੇ ਮਾਈਕ ਕਰਕੇ ਅੱਗੇ ਪੁੱਛਦਾ ਵੀ ਹੁਣ ਫਿਰ ਕਿੱਦਾਂ ਕਾਹਦਾ, ਕਹਿੰਦੇ ਦਿੱਲੀ ਵਾਲਾ ਕੰਮ ਹੋ ਗਿਆ ਹੁਣ ਪੰਜਾਬ ਨੂੰ। ਨਹੀਂ ਜੀ ਪੰਜਾਬ ਨੂੰ ਕਿੱਦਾਂ, ਕਹਿੰਦੇ ਪਿਛਲੇ ਦਿਨ ਯਾਦ ਨਹੀਂ ਤੈਨੂੰ 32 ਜਣੇ ਅਸੀਂ ਇਕੱਠੇ ਹੋ ਕੇ ਗਏ ਹਾਂ। ਅਸੀਂ ਗਏ ਸੀ ਜੀ, ਮੰਗਾਂ ਉਹ ਤਾਂ ਉਹਨਾਂ ਨੇ ਮੰਨ ਲਈਆਂ ਸਾਰੇ। ਕਿੱਥੇ ਮੰਨ ਲਈਆਂ? ਕਹਿੰਦੇ ਇੱਕ ਜਿਹੜੀ ਮੁੱਖ ਮੰਗ ਸੀ ਉਹ ਤਾਂ ਰਹਿੰਦੀ ਸੀ। ਕਿਹੜੀ? ਕਹਿੰਦੇ ਕਰਜ਼ਾ ਮਾਫੀ ਦੀ। ਉਹ ਉਹਨਾਂ ਨੇ ਕਿਹਾ ਸੀ ਹਫ਼ਤੇ ਨੂੰ ਮੀਟਿੰਗ, ਕਹਿੰਦੇ ਹੁਣ ਕਿੰਨੇ ਦਿਨ ਹੋ ਗਏ? ਉਹਦੇ ਟਾਈਮ ਤੇ ਵਾਵਾ ਹੋ ਗਿਆ। ਕਹਿੰਦੇ ਬਸ ਫਿਰ ਟਰਾਲੀ ਇੱਥੋਂ ਸਿੱਧੀ ਬੈਕ ਕਰਕੇ ਮੁੰਡੇ ਨੂੰ ਕਹਿ ਦੇਣਾ ਵੀ ਤੂੰ ਨਾ ਹੁਣ ਚੰਡੀਗੜ੍ਹ ਉੱਥੇ ਜੇ ਕਰਕੇ ਲਾ ਦੇ, ਜਿੱਥੋਂ ਆਮਣੇ ਸਾਹਮਣੇ ਘਰ ਦੀ ਦਾ ਰਵੇ। ਆਪੇ ਪਿੰਡ ਨਹੀਂ ਜਾਇਆ ਜਾਣਾ, ਰੋਟੀ ਚੰਡੀਗੜ੍ਹ ਲੈ ਆਇਓ, ਨਾਲੇ ਸੌਖਾ ਹੀ ਕੰਮ। ਨਹੀਂ ਨਾਲੇ ਉਹਨਾਂ ਉੱਥੋਂ ਆਣਾ ਵੀ ਉਹ ਪਤਾ ਹੀ ਕਰ ਲੈਣਾ। ਕਹਿੰਦਾ ਵੀ ਹਾਂ ਟਰਾਲੀ 'ਚ ਹੁਣ ਕੀ ਗਏ? ਕਹਿੰਦੇ 2 ਬੋਰੀਆਂ ਆਟੇ ਦੀਆਂ ਹੈਗੀਆਂ ਜੀ, ਥੋੜੀ ਜਿਹੀ ਗੋਭੀ ਪਈ ਆ, ਗੰਢੇ ਵੀ ਹੈਗੇ, ਅੱਧੀ ਕੁ ਬੋਰੀ ਆਲੂ ਵੀ ਹੈਗੇ ਆ, ਬਾਕੀ ਨਾ ਉਹ ਤੇ ਫਿਰ ਦਾਲ ਤੇ ਹੈਗੀ। ਆ ਵੀ ਯੂਨੀਵਰਸਿਟੀ ਦੇ ਪਰਲੇ ਪਾਸੇ ਜੰਗਲ ਹੈ, 4 ਛਿੱਟੀਆਂ ਤੋੜ ਕੇ ਆਪਾਂ ਚੁੱਲ੍ਹਾ ਮੰਗਾ ਲੈਣੀ, ਬਸ ਉਦੋਂ ਤੱਕ ਪਿੰਡੋਂ ਟਰੱਕ ਆ ਜਾਣਾ ਬਾਲਣ ਦਾ। ਮੌਜਾਂ। ਵੀ ਗੱਲ ਕਿਹੜੀ ਹੈ ਹੁਣ ਸੰਧਾਲੀਆ ਸਾਹਿਬ? ਚਲੋ ਗੱਲ ਇੱਕ ਤਾਂ ਪੱਕੀ ਹੈ, ਹੋ ਸਕਦਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੀ ਕੈਬਨਿਟ ਸੋਚਦੀ ਹੋਵੇ ਯਾਰ ਮਹੀਨਾ ਕਿਤੇ ਲੰਘ ਹੀ ਜਾਂਦਾ, ਦਿੱਲੀ ਦਾ ਚੰਗਾ ਸੀ, ਇਧਰੋਂ ਕੋਡ ਆਫ ਕੰਡਕਟ ਲੱਗ ਜਾਂਦਾ, ਜੇ ਬਾਅਦ 'ਚ ਸਾਡੇ ਕੋਲ ਆਉਂਦੇ ਤਾਂ ਅਸੀਂ ਕਹਿੰਦੇ ਜੀ ਅਸੀਂ ਤਾਂ ਤਿਆਰ ਕਰਕੇ ਬੈਠੇ, ਫਾਈਲ ਲਿਆ ਕਾਕਾ ਫਾਈਲ, ਅਸੀਂ ਤਾਂ ਤਿਆਰ ਕਰਕੇ ਬੈਠੇ ਕਿ ਤੁਹਾਡੀ ਹਾਜ਼ਰੀ 'ਚ ਤੁਹਾਨੂੰ ਲੱਡੂ ਖਵਾ ਕੇ ਤੇ ਆਸ਼ੀਰਵਾਦ ਲੈ ਕੇ ਉਹਦੇ ਤੋਂ ਬਾਅਦ ਆਪਾਂ ਐਲਾਨ ਕਰਨਾ ਸੀ। ਤੁਸੀਂ ਲੇਟ ਹੋ ਗਏ, ਕੋਡ ਆਫ ਕੰਡਕਟ ਵਾਲੇ ਚੋਣ ਕਮਿਸ਼ਨ ਸਾਹਿਬ ਜਿਹੜੇ ਉਹ ਪਹਿਲਾਂ ਰੈਡੀ ਹੋ ਗਏ, ਤੁਸੀਂ ਉਹ 3 ਕੁ ਮਹੀਨੇ ਰੋਕ ਲਓ, ਉਹਦੇ ਤੋਂ ਬਾਅਦ ਆਹੀ ਫੇਲ ਲੈ ਕੇ ਆਪਾਂ ਤੁਹਾਡੇ ਕੋਲ ਆਏ ਨਾ, ਡੇਟ ਬਦਲ ਲੈਣੀ ਆ। ਹੁਣ ਸੰਧਾਲੀਆ ਸਾਹਿਬ ਚਿੱਠੀ ਇੱਕ ਗਈ ਹੈ ਸਿੱਧੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ। ਉਹਨਾਂ ਨੇ ਕਿਹਾ ਜੀ ਦੇਖੋ ਸੰਘੀ ਢਾਂਚਾ ਹੈ, ਦੇਖੋ ਸਾਰਾ ਕੁਝ ਠੀਕ ਤਰੀਕੇ ਹੋ ਜਾਏਗਾ, ਸਾਰਾ ਕੁਝ ਵਧੀਆ ਹੈ, ਕੋਈ ਗੱਲ ਨਹੀਂ। ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ ਚਾਹੁੰਦੇ ਹਾਂ, ਪਰ ਉਹਦੇ ਲਈ ਤੁਸੀਂ ਪਹਿਲ ਕਦਮੀ ਕਰੋ, ਅਸੀਂ ਸੂਬਾ ਸਰਕਾਰ ਤੁਹਾਡੇ ਨਾਲ ਚੱਲਾਂਗੇ, ਤੁਹਾਡੀ ਡੀਟੀ ਬਣਦੀ ਹੈ, ਪਰ ਅਸੀਂ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਕੁਝ ਕਰਨਾ ਚਾਹੁੰਦੇ ਹਾਂ। ਨਹੀਂ ਉਹਦੇ 'ਚ ਜਿਹੜੀ ਗੱਲ ਉਹਨਾਂ ਲਿਖਤੀ ਜਾਂ ਚਲੋ ਉਹਨਾਂ ਤਾਂ ਕਾਹਦੀ ਲਿਖਣੀ ਸੀ, ਕਿਹਾ ਤਾਂ ਅਫਸਰਾਂ ਨੇ ਹੋਣਾ ਜੀ। ਅਫਸਰਾਂ ਨੇ ਜਿਹੜਾ ਉਹਦੇ 'ਚ ਕਹਿੰਦੇ ਵਿਸ਼ਾ ਲਿਖਿਆ ਜਾਂ ਜਿਸ ਹਿਸਾਬ ਨਾਲ ਚੀਜ਼ ਲਿਖੀ ਹੈ ਵੀ ਕਿਉਂ ਨਾ ਇਸ ਸੰਘੀ ਢਾਂਚੇ ਨੂੰ ਦੇਖਦੇ ਆਪਾਂ ਕਿਸਾਨਾਂ ਦਾ ਭਲਾ ਕਰੀਏ। ਰਾਜ ਸਰਕਾਰ ਆਪਣਾ ਹਿੱਸਾ ਪਾਉਣ ਨੂੰ ਤਿਆਰ ਆ, ਕੇਂਦਰ ਸਰਕਾਰ ਪਹਿਲ ਕਰੇ ਤੇ ਆਪਾਂ ਇਹਨਾਂ ਕਿਸਾਨਾਂ ਦੀ ਬਾਂਹ ਫੜੀਏ। ਵਾਹ ਜੀ। ਮੈਨੂੰ ਐਂ ਜਾਪਦਾ ਸੀ ਵੀ ਇਸ ਚਿੱਠੀ ਦਾ ਹੋਰ ਕੋਈ ਜਵਾਬ ਆਵੇ ਨਾ ਆਵੇ, ਇੱਕ ਜ਼ਰੂਰ ਆਉਣਾ। ਉਹ ਜਵਾਬ 'ਚ ਹੋ ਸਕਦਾ ਵੀ 25 ਹੋਣ, 30 ਹੋਣ, ਹੋ ਸਕਦਾ ਇਹ ਤੋਂ ਵੱਧ ਵੀ ਹੋਣ, ਸਕੀਮਾਂ ਦੇ ਨਾਂ ਹੋਣੇ ਆ ਵੀ ਆਹ ਸਕੀਮ, ਆਹ ਸਕੀਮ, ਆਹ ਸਕੀਮ, ਆਹ ਸਕੀਮ। ਤੋਂ ਸਾਰੀਆਂ ਸਕੀਮਾਂ ਪੜ੍ਹਨ ਤੋਂ ਬਾਅਦ ਥੱਲੇ 2 ਲਾਈਨਾਂ ਲਿਖੀਆਂ ਹੋਣੀਆਂ, ਉਹ 'ਚ ਲਿਖਣਾ ਵੀ ਇਹਨਾਂ ਸਕੀਮਾਂ ਤੁਸੀਂ ਆਪਣਾ ਹਿੱਸਾ ਪਾਤਾ ਜਿਹੜਾ ਇਹ 'ਚ ਪਾਉਂਗੇ। ਇਹ ਕੀ ਜਵਾਬ ਦੇਣਗੇ? ਨਹੀਂ ਫਿਰ ਤਾਂ ਜਵਾਬ ਹੀ ਆ। ਆਹੋ ਵੀ ਅਗਲਿਆਂ ਵੀ ਤਾਂ ਜਵਾਬ ਹੀ ਦੇਣਾ, ਪਰ ਘੁਮਾ ਕੇ ਦੇਣਾ। ਦੇਖੋ 4-5 ਦਿਨਾਂ ਤੱਕ ਉਹਨਾਂ ਦੀ ਚਿੱਠੀ ਆਉਣੀ ਆ, ਦਸੰਬਰ ਦਾ ਪਹਿਲਾ ਹਫ਼ਤਾ ਲੰਘ ਜਾਣਾ ਹੈ, ਉਦੋਂ ਤੱਕ ਚੋਣ ਕਮਿਸ਼ਨ ਵਾਲਿਆਂ ਨੇ ਆਪਣੀਆਂ ਕੜਛੀਆਂ ਕੁਰਸੀਆਂ ਚੱਕ ਲੈਣੀਆਂ। 5-4 ਦਿਨ ਇਹਨਾਂ ਨੇ ਲਾਉਣੇ ਆ ਕਿ ਅਸੀਂ ਇਹ 'ਚ ਤਿਆਰ ਹਾਂ, ਵੀ ਸਾਨੂੰ ਨਹੀਂ ਪਤਾ ਉਹ ਉਦੋਂ ਮੁੱਖ ਮੰਤਰੀ ਹੋਰ ਸਾਨੂੰ ਉਹਨਾਂ ਨੇ ਕਿਉਂ ਨਹੀਂ ਪਾਇਆ, ਅਸੀਂ ਉਹਨਾਂ 'ਚ ਵੀ ਤਿਆਰ ਹਾਂ, ਤੁਸੀਂ ਦੱਸੋ। ਜਦੋਂ ਤੱਕ ਖਤੋ ਖਤਾਬਤ ਹੋਣੀ ਹੈ, ਜਦੋਂ ਤੱਕ ਇਹ ਪਿਆਰ ਦੀਆਂ ਚਿੱਠੀਆਂ ਪੱਤਰੀਆਂ ਆਉਣੀਆਂ ਜਾਣੀਆਂ, ਉਦੋਂ ਤੱਕ ਚੋਣ ਕਮਿਸ਼ਨ ਨੇ ਟੱਲ ਖੜਕਾ ਦੇਣਾ ਟਨ ਭਾਈ ਹੁਣ ਤਾਂ ਇਲੈਕਸ਼ਨ ਹੈ। ਨਹੀਂ ਉਹ ਤਾਂ ਖੜਕਣ ਨੂੰ ਫਿਰਦਾ, ਕਿਉਂਕਿ ਮੇਰਾ ਖਿਆਲ ਪੰਜਾਬ ਦੇ ਪਿੰਡਾਂ 'ਚ ਜਿਹੜੇ ਬੰਦਿਆਂ ਕੋਲੇ ਮਤਲਬ ਨਿੱਕੇ ਮੋਟੇ ਹਥਿਆਰ ਹੈਗੇ ਆ, ਕਿਉਂਕਿ ਜਿਹੜੇ ਆਪਣੇ ਸਿੰਗਰ ਸਾਹਿਬਾਨ ਮਤਲਬ ਉਹਦੇ ਵਿੱਚ ਵਿਖਾਉਂਦੇ ਵੀਡੀਓਜ਼ ਉਹ ਤਾਂ ਵੱਡੇ ਹੁੰਦੇ ਆ ਨਾ ਜੀ, ਪਰ ਜਿਹੜੇ ਨਿੱਕੇ ਨਿੱਕੇ ਹਥਿਆਰ ਨੇ ਉਹਨਾਂ ਸਾਰਿਆਂ ਨੂੰ ਕਹਿੰਦੇ ਵੀ ਟੈਲੀਫੋਨ ਚਿੱਠੀ ਆ ਗਈ ਹੈ ਵੀ ਇਹਨੂੰ ਜਮ੍ਹਾਂ ਕਰਾ ਦਿਓ ਵੀਰ ਜੀ। ਹੁਣ ਜਮ੍ਹਾਂ ਕਰਾਉਣ ਵਾਲੀ ਗੱਲ ਜੀ ਉਦੋਂ ਹੀ ਚੱਲਦੀ ਹੁੰਦੀ ਜਦੋਂ ਪਿੱਛੋਂ ਇਹ ਰੌਲਾ ਹੋਵੇ ਵੀ ਹਥਿਆਰ ਥਿਊਰ ਇਕੱਠੇ ਕਰ ਲਓ, ਫਿਰ ਆਪਾਂ ਛੇਤੀ ਤਰੀਕ ਅਨਾਊਂਸ ਕਰ ਦੇਣੀ। ਇਹਦਾ ਮਤਲਬ ਜੇ ਹਥਿਆਰ ਜਮ੍ਹਾਂ ਹੋਣ ਲੱਗ ਪਿਆ ਤੇ ਫਿਰ ਕਿਤੇ ਨਾ ਕਿਤੇ ਉਹ ਚਿੱਠੀ ਦੀ ਉਡੀਕ ਹੈ। ਨਹੀਂ ਬਿਲਕੁਲ। ਤੁਸੀਂ ਇਹ ਦੇਖੋ ਹੁਣ ਉੱਧਰੋਂ ਕਿਸਾਨ ਜਥੇਬੰਦੀਆਂ ਜੇ ਚੰਡੀਗੜ੍ਹ ਆ ਗਈਆਂ, ਮੁੱਖ ਮੰਤਰੀ ਸਾਹਿਬ ਕਹਿਣਗੇ ਜੀ ਅਸੀਂ ਤਾਂ ਕੇਂਦਰ ਨੂੰ ਕਿਹਾ, ਸਾਡੀ ਤਾਂ ਫਿਰ
ਇੰਨੀ ਨਹੀਂ ਹੈਗੀ ਨਾ ਵਿੱਤੀ ਤੌਰ ਦੇ ਉੱਤੇ, ਤੁਹਾਨੂੰ ਪਤਾ ਹੀ ਆ, ਤੁਸੀਂ ਜਾਣਦੇ ਹੀ ਹੋ, ਆਪਾਂ ਗੰਨੇ ਵਾਲਾ ਤੁਹਾਨੂੰ ਕਿਹਾ ਸੀ ਕਰ ਦਿੰਨੇ ਆ। ਪਰ ਉਧਰੋਂ ਜਿੱਦਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ, ਉਹ ਕਹਿੰਦੇ ਦੇਖਿਆ ਹੀ ਆ ਫਾਰਮ ਜੇ ਫਾਰਮ ਇਹ ਭਰਵਾਏ ਸੀ ਪਹਿਲਾਂ, ਸਮੂਹਿਕ ਜ਼ਿੰਮੇਵਾਰੀ ਸੀ ਕੈਬਨਿਟ ਦੀ। ਕਾਂਗਰਸ ਨੇ ਵਾਅਦਾ ਕੀਤਾ ਸੀ ਕੈਪਟਨ ਦੀ ਅਗਵਾਈ 'ਚ, ਅੱਜ ਉਹ ਹੈਗੇ ਕਿ ਨਹੀਂ ਹੈਗੇ, ਪਰ ਉਹਨਾਂ ਦੇ ਫਾਰਮਾਂ ਦੇ ਉੱਤੇ ਜਿੱਤੇ ਐਮਐਲਏਆਂ ਦੇ ਹੀ ਮੁੱਖ ਮੰਤਰੀ ਚੰਨੀ ਸਾਹਿਬ ਨੇ, ਇਹਨਾਂ ਨੇ ਕਿਹਾ ਸੀ ਕਿ ਮਾਫ ਕਰਾਂਗੇ, ਅੱਜ ਤੱਕ ਕੀਤੇ ਕਿਉਂ ਨਹੀਂ? ਕਹਿੰਦੇ ਭੱਜਦੇ ਕਿਉਂ ਆ? ਕੱਲ੍ਹ ਨੂੰ ਤਾਂ ਤੁਸੀਂ ਕਹੋਗੇ ਕਿ ਬਿਜਲੀ ਸਸਤੀ ਦੇਣੀ ਹੈ, ਉਹਦੇ ਅੱਧੇ ਪੈਸੇ ਵੀ ਕੇਂਦਰ ਦੀ ਸਰਕਾਰ ਪਾਵੇ। ਉਹ ਕਹਿੰਦੇ ਭੱਜ ਰਹੇ ਨੇ, ਦੌੜ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਤੋਂ। ਅਸੀਂ ਆ ਜਿਨ੍ਹਾਂ ਕੁਰਬਾਨੀ ਕੀਤੀ ਕਿਸਾਨਾਂ ਲਈ। ਪਰ ਵੈਸੇ ਇੱਕ ਗੱਲ ਆ, ਹੋ ਸਕਦਾ ਪਹਿਲਾਂ ਜਿਹੜੇ ਬੰਦੇ ਕੁਝ ਹੋਰ ਸੋਚਦੇ ਹੋਣ, ਉਹ ਹੁਣ ਹੋਰ ਸੋਚਦੇ ਹੋਣਗੇ ਕੈਪਟਨ ਸਾਹਿਬ ਦੇ ਬਾਬਤ। ਉਹ ਪਹਿਲਾਂ ਆਉਂਦੇ ਨੇ ਲੈ ਵੇਖਿਆ ਫਿਰ ਉਦੋਂ ਐਂ ਕਰਦਾ, ਐਂ ਫਿਰ ਲਵਾਇਆ ਕਿ ਨਹੀਂ ਬੰਦਾ, ਤੇ ਹੁਣ ਸੋਚਦੇ ਨੇ ਵੀ ਯਾਰ ਐਵੇਂ ਹੀ ਲਾਤਾ ਹੀ ਬੰਦਾ, ਵਾਹ ਉਹਦੇ ਗਲ ਤੇ ਪਾ ਦਿੰਦੇ ਸਾਰੀਆਂ ਚੀਜ਼ਾਂ। ਹੁਣ ਕਿਉਂਕਿ ਜਿਹਨੂੰ ਪੁੱਛੀਦਾ ਅਗਲਾ ਕਹਿੰਦਾ ਭਾਈ ਸਾਹਿਬ ਹੁਣ ਕੈਪਟਨ ਸਾਹਿਬ ਤਾਂ ਹੈ ਨਹੀਂ, ਤੁਸੀਂ ਜਵਾਬ ਦਿਓ। ਤੇ ਅਗਲੇ ਬੰਦੇ ਜਿਹੜੇ ਆਪਣੀ ਪਾਰਟੀ 'ਚ ਸ਼ਾਮਲ ਕਰਾਉਣ ਨੂੰ ਫਿਰਦੇ ਆ ਜਾਂ ਪਾਰਟੀ ਦੇ ਨਾਲ ਗੱਠਜੋੜ ਕਰਕੇ ਇਲੈਕਸ਼ਨ ਲੜਨ ਦੀ ਗੱਲ ਕਰਦੇ, ਉਹ ਪਹਿਲਾਂ ਹੀ ਕਲੀਨ ਚਿੱਟ ਦਈ ਜਾਂਦੇ, ਕਿਉਂਕਿ ਸੁਖਬੀਰ ਬਾਦਲ ਸਾਹਿਬ ਨੇ ਵੀ ਤਾਂ ਕੁਝ ਨਹੀਂ ਕਿਹਾ ਨੇ ਇਹਦੇ ਬਾਰੇ ਵੀ। ਉਹ ਕਹਿੰਦੇ ਵੀ ਬਾਕੀ ਛੱਡੋ, ਤੁਸੀਂ ਕੈਪਟਨ ਸਾਹਿਬ ਹੈ ਨਹੀਂ ਕਿਹਾ ਨਹੀਂ, ਕੈਬਨਿਟ ਦੀ ਜ਼ਿੰਮੇਵਾਰੀ ਬਣਦੀ ਹੈ। ਤੇ ਕੱਲ੍ਹ ਆਪਾਂ ਅਸ਼ਵਨੀ ਸ਼ਰਮਾ ਸਾਹਿਬ ਦਾ ਵੀ ਕਹਿਤਾ ਸੀ, ਉਹ ਕਹਿੰਦੇ ਵੀ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਥੋੜ੍ਹਾ ਬਣਦੀ ਸੀ, ਇਹ ਤਾਂ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਆ ਭਾਈ ਸਾਹਿਬ, ਵੀ ਕਰੋ ਕਰਜ਼ਾ ਮਾਫ। ਨਹੀਂ ਦੇਖੋ, ਕੈਪਟਨ ਸਾਹਿਬ ਦਾ ਮਸਲਾ ਬੜਾ ਸਿੱਧਾ। ਹੁਣ ਤਾਂ ਖੱਟਰ ਸਾਹਿਬ ਨੇ ਵੀ ਕਹਿ ਦਿੱਤਾ, ਕਹਿੰਦੇ ਸਾਰੇ ਗਿਲੇ ਸ਼ਿਕਵੇ ਦੂਰ ਨੇ, ਇੱਕ ਚਾਹ ਦੇ ਕੱਪ ਦੇ ਵਿੱਚ ਅਸੀਂ ਖੰਡ ਘੱਟ ਘੋਲੀ ਹੈ, ਗਿਲੇ ਸ਼ਿਕਵੇ ਘੋਲ ਕੇ ਪੀ ਗਏ ਆ। ਹਾਂ, ਅੱਗੇ ਉਹ ਗਲਤ ਵੱਡਾ ਦੁੱਖ ਸੀ, ਉਹ ਬਿਸਕੁਟਾਂ ਨੂੰ ਡੁਬੋ ਕੇ ਖਾ ਲਿਆ ਨਾ। ਹਾਂ, ਤੇ ਜਿਹੜਾ ਖਾਣ ਨੂੰ ਨਹੀਂ ਜੇ ਵਿੱਚੋਂ ਹੀ ਸੁੱਟਤਾ ਹੀ, ਮੁੜ ਕੇ ਚਮਚੇ ਨਾਲ ਵੀ ਨਹੀਂ ਕੱਢਿਆ, ਉਹਨੂੰ ਕਿ ਲੈ ਜਾ ਕਾਕੇ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਗਿਲੇ ਸ਼ਿਕਵੇ ਖੱਟਰ ਸਾਹਿਬ ਦੇ ਦੂਰ ਹੋ ਗਏ, ਉਧਰਲੇ ਪਾਸੇ ਕੇਂਦਰ ਵਾਲਿਆਂ ਦੇ ਦੂਰ ਹੋ ਗਏ, ਢੀਂਡਸਾ ਸਾਹਿਬ ਨਾਲ ਦੂਰ ਹੋ ਜਾਣਗੇ, ਆਪਾਂ ਮੰਨ ਕੇ ਚੱਲਦੇ ਹਾਂ। ਤੇ ਹੁਣ ਭਾਈ ਜਿਨ੍ਹਾਂ ਨੇ ਉਧਰਲੇ ਪਾਸੇ ਉਹ ਕੁਰਸੀ ਸਾਂਭੀ ਸੀ ਕਿ ਹੁਣ ਚਲਾਨੇ ਆ ਚੰਗੀ ਤਰ੍ਹਾਂ, ਉਹ ਭਾਈ ਦਿਓ ਝੂਟੇ ਮਾਟੇ ਦੋ ਕਿਸਾਨਾਂ ਦੇ ਮੁੱਦਿਆਂ ਤੇ ਵੀ ਦੂਸਰੇ ਮੁੱਦਿਆਂ ਤੇ, ਕਿਉਂਕਿ ਅਗਲੇ ਜਿਹੜੀ ਰਫ਼ਤਾਰ ਹੋਈ ਪਈ ਆ ਨਾ, ਆਏ ਖੜੇ ਲੱਗਦੇ ਆ। ਬਾਕੀ ਅੱਜ ਕੈਬਨਿਟ ਦੀ ਮੀਟਿੰਗ ਵੀ ਆ, ਸੰਧਾਲੀਆ ਸਾਹਿਬ ਤੇ ਚੰਨੀ ਸਾਹਿਬ ਨੇ ਪ੍ਰਧਾਨਗੀ ਉਹਦੀ ਵੀ ਕਰਨੀ ਹੈ। ਨਹੀਂ ਉਹ ਦੇਖੋ ਮੀਟਿੰਗ ਤੋਂ ਤਾਂ ਬਹੁਤੀਆਂ ਆਸਾਂ ਹੈਗੀਆਂ ਨੇ, ਤੇ ਉਹਨਾਂ ਸਾਰੀਆਂ ਆਸਾਂ ਦੇ ਨਾਲ ਨਾਲ ਜਿੱਦਾਂ ਬੀਪੀ ਵਧਿਆ ਘਟਿਆ ਜਾਂਦਾ ਨਾ, ਤੇ ਲਾਗੇ ਸਾਰਾ ਪਰਿਵਾਰ ਬੈਠਾ ਹੁੰਦਾ, ਕਿੱਦਾਂ ਹੋਣਾ ਅੱਗੇ ਨਾਲੋਂ ਠੀਕ ਹੈ ਕੁਛ? ਡਾਕਟਰ ਨੇ ਆਖਿਆ ਥੋੜਾ ਇੰਤਜ਼ਾਰ ਹੀ ਹੈ ਜੀ, ਤੇ ਸ਼ਾਮ ਤੱਕ ਹੋ ਗਿਆ ਤੇ ਬਾਜੂ, ਤੇ ਜੇ ਨਹੀਂ ਤੇ ਫਿਰ ਤੁਸੀਂ ਸੇਵਾ ਹੀ ਆ ਤੁਸੀਂ 2 ਟੀਕੇ ਫੜ ਕੇ ਲਿਆਓ। ਹਾਂ, ਮਤਲਬ ਉਹ ਹਾਲ ਹੈ ਇਸ ਵਕਤ ਉਹਨਾਂ ਸਾਰੇ ਬੰਦਿਆਂ ਦਾ ਜਿਨ੍ਹਾਂ ਨੇ ਆਪਣੀਆਂ ਮੰਗਾਂ ਦੀ ਉਡੀਕ ਦੇ ਵਿੱਚ ਇਹ ਦੇਖਣਾ ਵੀ ਭਾਈ ਸਾਹਿਬ ਡਾਕਟਰ ਸਾਹਿਬ ਅੱਜ ਕੋਈ ਗਲੂਕੋਸ਼ ਦੇ ਦਿੰਦੇ ਆ ਕਿ ਨਹੀਂ ਦੇ ਦਿੰਦੇ, ਤੇ ਜੇ ਗਲੂਕੋਸ਼ ਅਸਰ ਕਰ ਗਿਆ ਫਿਰ ਤੇ ਹੋ ਸਕਦਾ ਵੀ ਬੰਦਾ ਉੱਠ ਪਵੇ, ਇਹ ਨਹੀਂ। ਅੱਜ 2 ਕਾਸਾਂ ਹੈਗੀਆਂ ਕਿ ਸ਼ਾਇਦ ਕੋਈ ਡਿਸੀਜਨ ਹੋ ਜਾਣ। ਇੱਕ ਤੁਹਾਨੂੰ ਯਾਦ ਹੋਣਾ, ਪਿਛਲੇ ਦਿਨੀ ਇੱਕ ਕਮੇਟੀ ਬਣੀ ਸੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ, ਕਿ ਪੰਜਾਬ ਦੀਆਂ ਨੌਕਰੀਆਂ ਜਿਹੜੀਆਂ ਸਰਕਾਰੀ, ਗੈਰ ਸਰਕਾਰੀ ਸ਼ਾਇਦ ਸ਼ਬਦ ਨਹੀਂ ਸੀ ਪਾਇਆ, ਕਿ ਸਰਕਾਰੀ ਨੌਕਰੀਆਂ ਕਿੰਨੇ % ਪੰਜਾਬ ਦੇ ਹੀ ਗੱਭਰੂ ਤੇ ਮੁਟਿਆਰਾਂ ਦੇ ਲਈ ਰੱਖੀਆਂ ਜਾਣ। ਉਮੀਦ ਹੈ ਕਿ ਸ਼ਾਇਦ ਉਹਦਾ ਸਟਰਕਚਰ, ਉਹਦਾ ਢਾਂਚਾ, ਉਹਦਾ ਜਿਹੜਾ ਸਾਰਾ ਕੁਝ ਲਿਖਤ ਪੜਤ ਮੁਕੰਮਲ ਹੋ ਗਈ ਹੋਵੇ। ਉਮੀਦ ਹੈ ਕਿ ਅੱਜ ਕੈਬਨਿਟ ਉਹਨੂੰ ਪਾਸ ਕਰ ਦੂ, ਉਮੀਦ ਹੈ। ਦੂਸਰੀ ਗੱਲ, ਅੱਜ ਹੋ ਸਕਦਾ ਹੈ ਕਿ ਜਿਹੜੇ ਕੱਚੇ ਕਰਮਚਾਰੀ ਨੇ, ਜਿਹੜਾ 36,000 ਪੱਕਾ ਕਰਨਾ ਸੀ, ਇਹਨਾਂ ਦਾ ਨੋਟੀਫਿਕੇਸ਼ਨ ਅਜੇ ਨਹੀਂ ਆਇਆ, ਉਹਦੇ ਨੋਟੀਫਿਕੇਸ਼ਨ ਬਾਬਤ ਕੋਈ ਫੈਸਲਾ ਹੋ ਜਾਏ। ਪਿਛਲੇ ਦਿਨੀ 10,800 ਅਧਿਆਪਕ ਤੇ 3,400 ਜਿਹੜਾ ਸਿਹਤ ਮਹਿਕਮੇ ਦੇ ਵਿੱਚ ਕਰਮਚਾਰੀ ਭਰਤੀ ਕਰਨਾ ਸੀ, ਅੱਜ ਉਹਦੇ ਤੇ ਮੋਹਰ ਲੱਗ ਜਾਏ। ਇਹ ਵੀ ਹੋ ਸਕਦਾ ਕਿ ਲਖੀਮਪੁਰ ਖੇੜੀ ਵਾਲੇ ਪਾਸੇ ਜਿਹੜੇ ਕਿਸਾਨਾਂ ਦੀ ਮੌਤ ਹੋਈ ਸੀ, 50-50 ਲੱਖ ਰੁਪਈਆ ਦੇਣਾ, ਤੇ ਉਹਨੂੰ ਅੱਜ ਕੈਬਨਿਟ ਦੇ ਵਿੱਚ ਮਨਜ਼ੂਰੀ ਮਿਲ ਜਾਏ। ਇੱਦਾਂ ਦੇ 5-7 ਫੈਸਲੇ ਹੋ ਸਕਦੇ ਆ, ਕਿਉਂਕਿ ਕੋਈ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਚੋਣ ਕਮਿਸ਼ਨ ਨੇ ਕਹਿ ਦੇਣਾ ਕਿ ਭਾਈ ਹੁਣ ਤੁਹਾਡੀਆਂ ਜਿੰਨੀਆਂ ਕਿ ਕੈਬਨਿਟ ਦੀਆਂ ਬੈਠਕਾਂ ਹੋਣੀਆਂ ਸੀ ਹੋ ਗਈਆਂ। ਤੇ ਇਹ ਵੀ ਹੋ ਸਕਦਾ ਕਿ ਮਨੀਸ਼ ਤਿਵਾੜੀ ਹੋਰਾਂ ਨੇ ਜਿੱਦਾਂ ਪਿਛਲੇ ਦਿਨ ਹੀ ਪੁੱਛਿਆ ਸੀ, ਉਹ ਯਾਰ ਮਾੜੀ ਜੀ ਲਿਸਟ ਦੇ ਦਿਓ ਕਿ ਤੁਸੀਂ ਬਦਲੀਆਂ ਕਿਹੜੀਆਂ ਕੀਤੀਆਂ ਜਦੋਂ ਦੇ ਨਵੇਂ ਮੁੱਖ ਮੰਤਰੀ ਆਏ ਨੇ। ਮੈਂ ਜਿਹੜੇ ਅਫਸਰ ਨੂੰ ਸਾਦਾ ਆਪਣੀ ਕੌਂਸਟੀਚੁਐਂਸੀ ਵਾਲੇ ਨੂੰ, ਰਾਈਟਿੰਗ ਹਲਕੇ ਵਾਲੇ ਨੂੰ, ਉਹੀ ਅਫਸਰ ਕਹਿੰਦਾ ਜੀ ਮੈਂ ਜੋ ਤੁਸੀਂ ਚਿੱਠੀ ਲਿਖਦੇ ਸੀ ਘਰੇ, ਮੈਂ ਉਦੋਂ ਸੀਗਾ, ਹੁਣ ਮੈਨੂੰ ਬਦਲਤਾ ਹੀ, ਇਸ ਕਰਕੇ ਤੁਸੀਂ ਨਵਾਂ। ਹੁਣ ਉਹ ਕਹਿੰਦੇ ਨਵਾਂ ਪਤਾ ਨਹੀਂ ਲੱਗਦਾ। ਹੋ ਸਕਦਾ ਕਿ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਹੋਵੇ, ਪਰ ਇੱਕ ਗੱਲ ਪੱਕੀ ਹੈ ਕਿ ਜਿਹੜੇ ਲੋਕ ਇਸ ਵੇਲੇ ਥਾਂ ਮੁਜ਼ਾਹਰੇ ਕਰ ਰਹੇ ਨੇ, ਕਿਉਂਕਿ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਅੱਖਾਂ ਤੋਂ ਘੱਟ ਨਜ਼ਰ ਆਉਂਦਾ ਜਿਨ੍ਹਾਂ ਨੂੰ, ਉਹ ਬੰਦਿਆਂ ਨੂੰ ਵੀ ਕਿਹਾ ਸੀ ਮੈਂ ਗੋਦ ਲੈ ਲੈਣਾ, ਅੱਜ ਉਹ ਵੀ ਸਹਿਕਦੇ ਫਿਰਦੇ ਆ ਕਿ ਭਾਈ ਸਾਡੀਆਂ ਮੰਗਾਂ ਕਦੋਂ ਪ੍ਰਵਾਨ ਕੀਤੀਆਂ ਜਾਣ। ਅੱਜ ਸਾਰਾ ਕੁਝ ਜੇ ਚੰਗੇ ਤਰੀਕੇ ਉੱਥੇ ਇੰਪਲੀਮੈਂਟ ਕਰ ਦਿੱਤਾ ਜਾਵੇ ਤਾਂ ਚੰਗਾ, ਲੈਂਦੇ ਲੋਕ ਗਲ ਪੈਣਗੇ। ਨਹੀਂ ਉਹ ਤਾਂ ਪੈਣਗੇ, ਪਰ ਮੈਨੂੰ ਇਹ ਲੱਗਦਾ ਵੀ ਅੱਜ ਕੈਬਨਿਟ ਮੀਟਿੰਗ ਤੋਂ ਪਹਿਲਾਂ ਜਾਂ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਚਰਚਾ ਹੋਰ ਚੱਲਣੀ ਆ ਵੀ ਪੰਜਾਬ ਸੂਬਾ ਜਿਹੜਾ ਉਹ MSP ਦੇ ਵਿੱਚ ਫਸਲਾਂ ਤੇ, ਕਿਉਂਕਿ ਇੱਕ ਤਾਂ ਜੇ ਮੈਂ ਗਲਤ ਨਹੀਂ ਤੇ ਅਰੁਣਾ ਚੌਧਰੀ ਹੋਰਾਂ ਨੇ ਵੀ ਮੁੱਦਾ ਚੁੱਕਿਆ ਵੀ ਭਾਈ ਸਾਹਿਬ ਉਧਰ ਸੰਸਦ ਚੱਲਦੀ ਹੈ ਤੇ ਜ਼ਰੂਰ ਇਹ 'ਤੇ ਵਿਚਾਰ ਹੋਣਾ ਚਾਹੀਦਾ ਵੀ ਜਿਹੜੀ MSP ਕਿਉਂ ਨਹੀਂ ਦਿੰਦੇ ਆਪਾਂ ਨੂੰ, ਇਤਰਾਜ਼ ਕੀ ਹੈ, ਅਗਲਿਆਂ ਦਾ ਹੱਕ ਬਣਦਾ ਦਿਓ।
ਦੂਜਾ ਕਾਕਾ ਰਣਦੀਪ ਸਿੰਘ ਨਾਭਾ ਹੋਰੀ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ, ਉਹਨਾਂ ਕਿਹਾ ਵੀ ਇੰਨੇ ਦਹਾਕੇ ਹੋ ਗਏ ਕਦੀ ਗੱਲ ਹੀ ਨਹੀਂ ਹੋਈ ਇਸ ਮੁੱਦੇ ਤੇ, ਖੇਤੀਬਾੜੀ ਦੇ ਸੈਕਟਰ ਹੀ ਅਣਗੌਲਿਆਂ ਕੀਤਾ, ਕੋਈ ਗੱਲ ਨਹੀਂ ਮੈਂ ਆ ਗਿਆ, ਮੈਨੂੰ ਹੁਣ ਫਿਕਰ ਹੈ, ਤੁਸੀਂ ਫਿਕਰ ਨਹੀਂ ਕਰਨਾ। 113 ਫਸਲਾਂ ਤੇ MSP ਦੇ ਸਕਦੀ ਹੈ ਪੰਜਾਬ ਸਰਕਾਰ ਜੇ ਕੇਂਦਰ ਵਾਲਾ ਨਾ ਦਿੱਤੀ ਤੇ। ਮੈਨੂੰ ਸਿਰਫ ਇਹ ਆ ਵੀ ਇਹ ਨਾ ਹੋਵੇ ਵੀ ਮੁੱਖ ਮੰਤਰੀ ਸਾਹਿਬ ਪਹਿਲਾਂ ਪੁੱਛਣ ਲੱਗ ਪੈਣ ਵੀ ਉਹ ਸਰ ਤੁਸੀਂ ਉਹ ਕਹਿ ਦੇ 113 ਫਸਲਾਂ ਹੈ ਕਿਹੜੀਆਂ 113। ਦੇਖੋ ਜੇ ਆਪਾਂ ਬਾਰ-ਬਾਰ ਕਹਿੰਦੇ ਹੁੰਦੇ ਆ ਕਿ ਸੂਬਾ ਸਰਕਾਰ ਪੈਰਾਂ ਤੇ ਖਲੋਵੇ, MSP ਦੇਵੇ, ਸੂਬੇ ਦੇ ਕਿਸਾਨਾਂ ਦੀ ਬਾਂਹ ਫੜਨੀ ਉਹਨਾਂ ਦਾ ਫਰਜ਼ ਹੈ। ਮੈਂ ਕਹਿੰਦਾ 113 ਦੀ ਜਗ੍ਹਾ ਦੇ ਉੱਤੇ ਕੱਲੀਆਂ 13 ਦੀ ਵੀ ਦੇ ਦੇਣ। 113 ਕਈਆਂ ਬਹੁਤ ਚੰਗਾ ਕਾਕਾ ਰਣਦੀਪ ਸਿੰਘ ਨਾਭਾ ਹੋਰਾਂ ਦੀ ਪਿੱਠ ਥਾਪਣੇ ਬਣਦੀ ਹੈ। ਘੱਟੋ ਘੱਟ ਸੂਬੇ ਦੀ MSP ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ। ਕੇਰਲਾ ਵਾਲੇ ਮਾੜਾ ਮੋਟਾ ਦਿੰਦੇ ਆ। ਇਹ ਤੁਹਾਡਾ ਆ ਗੱਲ ਨਾ ਕਰੋ ਸਰਕਾਰ ਵਾਲਿਆਂ ਦੀ ਮੈਂ ਕਿਹਾ। ਅੱਛਾ ਅਕਾਲੀ ਦਲ ਦੀ ਸਰਕਾਰ ਗਿਣਦੇ ਨਹੀਂ ਆਪਾਂ? ਨਹੀਂ ਉਹ ਜਦੋਂ ਆਊਗੀ ਦੇਖਾਂਗੇ। ਅੱਛਾ ਫੇਰ ਠੀਕ। ਹਾਂਜੀ ਮੈਨੂੰ ਇਹ ਸੀ ਵੀ ਅਗਲੇ ਕਹਿਣਾ ਵੀ ਤੁਸੀਂ ਸਾਡਾ ਨਾਂ ਨਹੀਂ ਲੈਂਦੇ। ਨਹੀਂ ਨਾਂ ਤਾਂ ਮਹਾਰਾਜ ਉਹਨਾਂ ਦਾ ਲੈਣਾ। ਉਹ ਤਾਂ ਕਹਿੰਦੇ ਸੀ ਫਰੂਟ ਸਬਜ਼ੀਆਂ ਸਾਰਾ ਕੁਝ ਸਾਰੇ ਕੁਝ ਹਾਂ ਸਾਰੇ ਕੁਝ ਤੇ ਦਿਆਂਗੇ। ਸੰਧਾਲੀਆ ਸਾਹਿਬ ਕਾਕਾ ਰਣਦੀਪ ਸਿੰਘ ਨਾਭਾ ਹੋਰੀ ਖੇਤੀ ਮੰਤਰੀ ਨੇ, 4 ਵਾਰ ਦੇ MLA ਨੇ। ਜਦੋਂ ਪਿਛਲੀ ਵਾਰ ਮੰਤਰੀ ਮੰਡਲ ਦੇ ਵਿੱਚ ਵਾਧਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤਾਂ ਉਹਨਾਂ ਨੂੰ ਮੰਤਰੀ ਨਹੀਂ ਸੀ ਬਣਾਇਆ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਪਟਿਆਲੇੋਂ ਚੋਣ ਲੜਨੀ ਹੈ, ਕਿ ਮੇਰਾ ਹੱਕ ਬਣਦਾ ਹੀ ਭਾਈ, ਤੁਹਾਡੇ ਜ਼ਿਲ੍ਹੇ ਦਾ ਮੈਨੂੰ ਬਣਾਉਂਦੇ ਨਹੀਂ। ਕਈ ਇੱਕ ਵਾਰ ਦੇ MLA ਜਿਹੜੇ ਆ ਉਹਨਾਂ ਨੂੰ ਤੁਸੀਂ ਮਿਨਿਸਟਰ ਬਣਾਇਆ। ਚਲੋ ਉਹਦੇ ਤੋਂ ਬਾਅਦ ਸਮਝਾ ਬੁਝਾ ਲਿਆ ਗਿਆ। ਮਸਾਂ ਉਹਨਾਂ ਨੂੰ ਮੌਕਾ ਮਿਲਿਆ, ਮਿਨਿਸਟਰ ਵੀ ਐਗਰੀਕਲਚਰ ਡਿਪਾਰਟਮੈਂਟ ਤੇ ਬਣਾਤੇ ਆ ਭਾਈ। ਹੁਣ ਅਗਲੇ ਐਲਾਨ ਕਰਨਗੇ ਤਾਂ ਗੱਲ ਫੇਰ ਬਣੂ ਨਾ। ਨਹੀਂ ਤਾਂ ਜਿੱਧਰਲੇ ਪਾਸੇ ਦੇਖੋ ਪ੍ਰਗਟ ਸਿੰਘ, ਜਿੱਧਰਲੇ ਪਾਸੇ ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿੱਧਰਲੇ ਪਾਸੇ ਦੇਖੋ ਨਵਜੋਤ ਸਿੰਘ ਸਿੱਧੂ, ਜਿੱਧਰਲੇ ਪਾਸੇ ਦੇਖੋ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ। ਬਾਕੀ ਮਿਨਿਸਟਰਾਂ ਦੇ ਨਾਂ ਵੀ ਤਾਂ ਆਉਣੇ ਚਾਹੀਦੇ। ਆਪਾਂ ਕਈ ਵਾਰੀ ਕਹੀਏ ਬਾਕੀ ਮੰਤਰੀ ਕਿੱਥੇ ਜੇ, ਬਾਕੀ ਮੰਤਰੀ ਕਿੱਥੇ ਜੇ। ਹੁਣ ਉਹ ਕਹਿੰਦੇ ਜੀ ਅਸੀਂ 100 ਤੇ ਕਿੰਨੀਆਂ 13 ਵਾਹ ਜੀ ਵਾਹ, ਜਾਨੀ 125 ਤੋਂ 12 ਘੱਟ ਇੰਨੀਆਂ ਫਸਲਾਂ ਦੇ ਉੱਤੇ MSP ਦੇਣੀ। ਉਹ ਕਹਿੰਦੇ ਪਹਿਲਾਂ ਤਾਂ ਕੇਂਦਰ ਦੇਵੇ, ਪਰ ਜੇ ਕੇਂਦਰ ਨੇ ਅਣਗੌਲਿਆਂ ਕੀਤਾ ਤੇ ਅਸੀਂ ਨਹੀਂ ਜਾਣ ਦਿੰਦੇ ਸੁੱਕੇ, ਅਸੀਂ ਦਿਆਂਗੇ। ਮੈਂ ਕਹਿੰਦਾ ਜੀ ਲਿਸਟਾਂ ਜਾਰੀ ਕਰ ਦਿਓ, ਪੈਸੇ ਕਿੰਨੇ ਲੱਗਣੇ ਆ, ਕਿਸਾਨ ਕਿੱਥੇ ਆ ਕੇ ਵੇਚੇ। ਕਿਉਂਕਿ ਜਦੋਂ ਕੇਰਲਾ ਦੀ ਸਰਕਾਰ ਨੇ ਐਲਾਨ ਕੀਤਾ ਸੀ ਨਾ, ਉਹਨਾਂ ਨੇ ਨਾਲ ਹੀ ਸੂਬੇ ਦੀਆਂ ਥਾਵਾਂ ਦੀ ਲਿਸਟ ਦਿੱਤੀ ਸੀ ਕਿ ਆਹ ਸੂਬੇ ਦੀਆਂ ਥਾਵਾਂ ਹੋਣਗੀਆਂ, ਆਹ ਮੰਡੀਆਂ ਹੋਣਗੀਆਂ, ਆਹ ਭਾਅ ਹੋਊਗਾ ਕਰੇਲਿਆਂ ਦਾ, ਆਹ ਹੋਊਗਾ ਅਨਾਨਾਸ ਦਾ, ਆਹ ਹੋਊਗਾ ਨਾਰੀਅਲ ਦਾ, ਤੁਸੀਂ ਇੱਥੇ ਲੈ ਕੇ ਆਉਣਾ, ਆਹ ਭਾਅ ਨਿਸ਼ਚਿਤ ਹੈ, ਜੇ ਥੋੜੇ ਤੇ ਵਿਕੂਗੀ ਤਾਂ ਉਹਨੇ ਪੈਸੇ ਅਸੀਂ ਦਿਆਂਗੇ। ਜੇ ਕਾਕਾ ਰਣਦੀਪ ਸਿੰਘ ਨਾਭਾ ਹੋਰੀ ਇਦਾਂ ਦਾ ਕੁਛ ਨਾ ਕੁਛ ਕਰ ਜਾਣ ਤਾਂ ਫਿਰ ਜੇ ਨਵਾਂ ਵੀ ਕੋਈ ਮੰਤਰੀ ਆ ਜਾਊਗਾ ਨਾ ਭਲਕ ਨੂੰ, ਪੈਰ ਪਿਛਾਂਹ ਨਹੀਂ ਪੱਟ ਸਕਦਾ। ਇਹ ਬਿਲਕੁਲ ਸਹੀ ਆ। ਵੈਸੇ ਆਪਾਂ ਇੱਥੇ ਇੱਕ ਜ਼ਿਕਰ ਕਰ ਦਈਏ ਵੀ ਇਹ ਬੜੀ ਵਾਰ ਇਸ ਚੀਜ਼ ਦੀ ਚਰਚਾ ਚੱਲਦੀ ਹੈ ਨਾ ਵੀ ਯਾਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ। ਹੁਣ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਜਿਹੜੀਆਂ ਇੱਕ ਮੁਫਤ ਵਾਲੀਆਂ ਸਕੀਮਾਂ ਚੱਲਦੀਆਂ ਲਗਭਗ ਹਰੇਕ ਸਟੇਟ ਹੀ ਚਲਾਉਂਦੀ ਹੈ ਵੀ ਇਹਨੂੰ ਸਾੜੀ ਦੇ ਦਿਆਂਗੇ, ਉਹਨੂੰ ਰਾਸ਼ਨ ਦੇ ਦਿਆਂਗੇ, ਇਹਨੂੰ ਤੇਲ ਦੇ ਦਿਆਂਗੇ, ਕਿਤੇ ਚੌਲ ਦੇ ਦਿਆਂਗੇ, ਹੈ ਨਾ। ਪਰ ਜਿਹੜੀ ਆ ਮੇਰਾ ਖਿਆਲ ਪਿਛਲੇ ਦਿਨੀ ਸ਼ਾਇਦ ਸਾਰਿਆਂ ਨੂੰ ਪੜ੍ਹੀ ਹੋਵੇ, ਉਹਦੇ ਵਿੱਚ ਜਿਹਨੂੰ ਸਟੇਟਾਂ ਦੀ ਗੱਲ ਕਰਦੇ ਤੇ ਕੇਰਲਾ, ਜੇ ਮੈਂ ਗਲਤ ਨਹੀਂ ਤੇ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਜਾਂ ਗਰੀਬੀ ਵਾਲੇ ਪਾਸਿਓਂ ਕਹਿੰਦੇ ਸੀ ਵੀ ਕੋਈ ਗਰੀਬ ਨਹੀਂ ਭਾਈ ਸਾਹਿਬ, ਐ ਇੱਕ ਨੰਬਰ ਦਾ ਉਹ ਸੂਬਾ ਟਣਕਦੇ, ਹੈ ਨਾ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਸਟੇਟ, ਜਿਹੜੀ ਸਟੇਟ ਆਪਣੇ ਜਿਹੜੇ ਉੱਥੇ ਦੇ ਮਿਹਨਤਕਸ਼ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਪੂਰਾ ਦਿੰਦੀ ਆ, ਉਹ ਲੋਕ ਖੁਸ਼ਹਾਲ ਨੇ। ਉਹਦੇ ਵਿੱਚ ਪੰਜਾਬ ਦਾ ਨੰਬਰ ਵੀ ਚਲੋ ਉਤਲਿਆਂ ਸੂਬਿਆਂ 'ਚ ਆਉਂਦਾ ਸੀ ਕਿਉਂਕਿ ਇੱਥੇ ਵੀ MSP ਮਿਲ ਜਾਂਦੀ, ਭਾਵੇਂ ਕੇਂਦਰ ਦਾ ਕਰਕੇ ਕਹਿ ਲਓ। ਹੁਣ ਜਿਹੜੀਆਂ ਸਟੇਟਾਂ ਦੇ ਵਿੱਚ 2006 ਦਾ ਬੰਦ ਹੋਇਆ ਨਾ ਉੱਥੋਂ APMC ਐਕਟ, ਵੀ ਉੱਥੋਂ ਕਿਸੇ ਨੇ ਕੁਝ ਨਹੀਂ ਖਰੀਦਣਾ, ਤੇ ਕਦੋਂ ਦਾ ਰੌਲਾ ਪੈਂਦਾ ਵੀ ਜੇ 2000 ਦੀ ਸ਼ਾਇਦ ਤੇ 800 ਨੂੰ ਕੋਈ ਚੁੱਕ ਲਿਆਉਂਦਾ, ਕੋਈ 700 ਨੂੰ, ਉੱਥੇ ਸਭ ਤੋਂ ਵੱਧ ਗਰੀਬੀ। ਇਸ ਮੁੱਦੇ ਨੂੰ ਮੇਰੇ ਖਿਆਲ ਨਾਲ ਜੇ ਇਸ ਵਕਤ ਕੋਈ ਪ੍ਰੋਜੈਕਟ ਕਰ ਦੇਵੇ, ਪਾਰਲੀਮੈਂਟ ਚੱਲਦੀ ਪਈ ਆ, ਵੀ ਤੁਸੀਂ ਖੁਦ ਦੇਖੋ ਜੀ ਵੀ ਤੁਸੀਂ ਕਿਉਂ ਕਿਸੇ ਨੂੰ ਵੰਡਣਾ ਮੁਫਤ ਦੇ ਵਿੱਚ, ਅਗਲੇ ਦੀ ਮਿਹਨਤ ਦਾ ਮੁੱਲ ਦੇ ਦਿਓ, ਆਪਣੇ ਆਪ ਹੀ ਸੂਬਾ ਤਾਂ ਆਜੂ। ਪੰਜਾਬ ਨੇ ਦਿੱਤਾ ਹੀ ਕਦੋਂ? ਮੈਂ ਨਹੀਂ ਕਹਿੰਦਾ, ਸਰਕਾਰ ਦੇ ਅੰਕੜੇ ਕਹਿੰਦੇ ਆ। ਅੱਛਾ ਦਿੱਤਾ ਇਹਨਾਂ ਨੇ? ਹਾਂਜੀ ਪੰਜਾਬ ਵਾਲਿਆਂ ਨੂੰ ਦਿੱਤਾ ਕਿਉਂਕਿ ਪੰਜਾਬ ਵਾਲੇ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ। ਨਹੀਂ ਮੈਂ ਹੁਣ ਦੱਸਣ ਲੱਗਾ, ਜਾਣੀ ਉਹਨਾਂ ਨੇ ਅੰਕੜੇ ਲਿਸ਼ਕਾ ਕੇ, ਹੁੰਦਾ ਨਾ ਕਿ ਭਾਈ ਭਾਵੇਂ ਪੁਰਾਣਾ ਹੀ ਕੱਪੜਾ ਪਿਆ ਹੋਵੇ ਵੇਚਣ ਦੁਕਾਨ ਤੇ, ਅਗਲੇ ਕਹਿੰਦੇ ਸਵੇਰ ਨੂੰ ਐਨ ਚੰਗੀ ਤਰੀਕੇ ਝਾੜ ਝੂੜ ਕੇ ਉੱਪਰ 3 ਲਾਟੂ ਐ ਲਾ ਦੇਣੇ ਆ, ਕਿਹੜੇ 7 ਮੋਤੀ ਉੱਪਰ ਲੱਗੇ ਐ ਚਮਕਣ, ਬੀਬੀਆਂ ਤੁਰ ਕੇ ਆਹ ਹੀ ਪਾਣਾ, ਆਹ ਹੀ ਪਾਣਾ। ਸੰਧਾਲੀਆ ਸਾਹਿਬ 22 ਲੱਖ ਬੰਦਿਆਂ ਨੂੰ ਕਹਿੰਦੇ ਜੀ ਰੁਜ਼ਗਾਰ ਦੇ ਦਿੱਤਾ ਜਦੋਂ ਦੀ ਸਰਕਾਰ ਬਣੀ ਹੈ। 17 ਅਪ੍ਰੈਲ 17 ਤੋਂ ਲੈ ਕੇ ਅਕਤੂਬਰ 21 ਤੱਕ 22 ਲੱਖ। ਹਾਂਜੀ, ਉਹ ਜਿਹੜੇ 22 ਲੱਖ ਬੰਦੇ ਨੇ ਰੋਜ਼ ਦੇ 1375 ਬਣਦੇ, ਮੈਂ ਇਹ ਵੀ ਦੱਸ ਦਿਆਂ, ਇੱਕ ਦਿਨ ਦੇ 1375 ਨੂੰ, ਯਾਨੀ ਕਿ 24 ਘੰਟੇ ਹੁੰਦੇ ਆ, ਤੇ ਤੁਸੀਂ ਉਹਦੇ ਵਿੱਚ ਹਿਸਾਬ ਕਿਤਾਬ ਲਾ ਲਓ, ਗਾਂ ਦੀ ਕੈਲਕੂਲੇਸ਼ਨ ਤੁਸੀਂ ਕਰ ਲੈਣੀ ਹੈ। ਜਦੋਂ ਦੇਖਿਆ ਕਿ ਅੱਛਾ 22 ਲੱਖ ਬੰਦੇ ਨੂੰ ਇੰਨੇ ਕੁ ਚਿਰਾਂ 'ਚ ਰੁਜ਼ਗਾਰ, ਫਿਰ ਉਹਦੀ ਕੈਲਕੂਲੇਸ਼ਨ ਕੀਤੀ ਗਈ। ਉਹ 22 ਲੱਖ ਦੇ ਵਿੱਚੋਂ 10 ਲੱਖ ਬੰਦਾ ਪਤਾ ਕੌਣ ਹੈ? ਜਿਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਕਰਜ਼ਾ ਲਿਆ ਕਿ ਭਾਈ ਅਸੀਂ ਕੋਈ ਕੰਮ ਕਰਨਾ, ਰੋਜ਼ਗਾਰ ਖੋਲ੍ਹਣਾ, ਹਾਂ, ਵੀ ਕੋਈ ਮੱਝ ਪਾਉਣੀ, ਕੋਈ ਭੇਡ ਪਾਉਣੀ, ਕੋਈ ਬੱਕਰੀ ਪਾਉਣੀ। 2 ਲੱਖ ਬੰਦਾ ਉਹ ਹੈ ਜਿਨ੍ਹਾਂ ਨੇ ਪੰਜਾਬ ਸੂਬੇ ਦੀਆਂ ਕਰਜ਼ਾ ਸਕੀਮਾਂ ਤੋਂ ਕਰਜ਼ਾ ਲਿਆ। ਜਾਣੀ ਕਿ 22 ਲੱਖ ਦੇ ਵਿੱਚੋਂ
ਜੇ 10 ਲੱਖ ਕੇਂਦਰ ਸਰਕਾਰ ਦਾ ਕਰਜ਼ਾਈ ਕੱਢਦੀ ਹੈ ਤਾਂ 12 ਲੱਖ ਬਚ ਗਿਆ। 2 ਲੱਖ ਪੰਜਾਬ ਸਰਕਾਰ ਦੀਆਂ ਸਕੀਮਾਂ ਤੋਂ ਕਰਜ਼ਾ ਲੈਣ ਵਾਲਾ ਕੱਢ ਲਈਏ ਤਾਂ ਉਹ 10 ਲੱਖ ਬਚ ਗਿਆ। 65,000 ਬੰਦਾ ਸਰਕਾਰ ਦੀਆਂ ਨੌਕਰੀਆਂ ਤੇ ਭਰਤੀ ਕੀਤਾ ਹੈ 4 ਸਾਲਾਂ 'ਚ। 65,000 ਸਾਨੂੰ ਨਹੀਂ ਪਤਾ ਉਹਦੇ ਵਿੱਚੋਂ ਕਿੰਨਾ ਕੱਚਾ ਹੀ, ਕਿੰਨਾ ਪੱਕਾ ਹੀ, ਕਿੰਨੀ ਤਨਖਾਹ ਆ, ਪੂਰੀ ਆ ਕਿ ਅਧੂਰੀ ਹੈ। ਨਹੀਂ, ਹੁਣ ਮੇਰਾ ਸਵਾਲ ਹੈ ਵੀ 9,35,000 ਕਿਹੜਾ ਫਿਰ? ਮੈਂ ਤਾਂ ਉਹ ਨਹੀਂ, ਉਹਦੇ ਵਿੱਚ ਵੀ ਮੈਂ ਦੱਸਣ ਲੱਗੇ ਅੱਗੇ। ਨਹੀਂ, ਮੈਂ ਤਾਂ ਮੈਂ ਬਚ ਗਿਆ, ਹੁਣ ਪੂਰਾ ਤੇ ਕਰਾਂਗੇ ਭਾਈ। ਇਹ ਲਿਆ ਐਨ ਪੂਰਾ ਅਗਲਿਆਂ ਤੇ ਹੁਣ ਕਰਤਾ ਕੁਝ, ਆਪਾਂ ਵੀ ਕਰੀਏ। ਜਾਣੀ ਇਹਦੇ ਵਿੱਚੋਂ ਅੱਜ ਦੀ ਦਿਹਾੜੀ ਦਾ ਜਿਹੜਾ ਅੰਕੜਾ ਹੈ ਉਹ ਇਹੀ ਹੈ ਕਿ ਜੇ ਕੋਈ ਬੰਦਾ ਸਰਕਾਰ ਦੀਆਂ ਨਜ਼ਰਾਂ 'ਚ ਭਾਵੇਂ ਕੇਂਦਰ ਸਰਕਾਰ ਤੋਂ ਕਰਜ਼ਾ ਲੈ ਲੈ, ਭਾਵੇਂ ਸੂਬਾ ਸਰਕਾਰ ਤੋਂ ਕਰਜ਼ਾ ਲੈ ਲੈ, ਸਰਕਾਰ ਉਹਨੂੰ ਕਹਿੰਦੀ ਹੈ ਕਿ ਅਸੀਂ ਇਹਨੂੰ ਰੁਜ਼ਗਾਰ ਦਿੱਤਾ ਹੀ, ਅਸੀਂ ਇਹਨੂੰ ਕੰਮ ਦਿੱਤਾ ਹੀ, ਤੇ ਉਹਨਾਂ ਅੰਕੜਿਆਂ ਦੇ ਸਿਰ ਦੇ ਉੱਤੇ ਅਖਬਾਰਾਂ ਤੇ ਵੱਡੇ ਵੱਡੇ ਇਸ਼ਤਿਹਾਰ ਛਪਦੇ ਨੇ। ਉਹ ਭਾਵੇਂ ਦਿੱਲੀ ਵਾਲੇ ਛਾਪਣ, ਭਾਵੇਂ ਪੰਜਾਬ ਵਾਲੇ ਛਾਪਣ, ਤੇ ਥੱਲੇ ਫੋਟੋ ਲੱਗੀ ਹੁੰਦੀ ਹੈ ਵੱਡੀ ਵੱਡੀ ਕਿ ਭਾਈ ਆਹ ਦੇਖੋ ਅਸੀਂ ਇੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਪਰ ਉਹ ਸਰਕਾਰ ਜਿਹੜੀ ਕਿ ਕਰਜ਼ ਲੈਣ ਵਾਲਿਆਂ ਨੂੰ ਆਪਣੇ ਰੁਜ਼ਗਾਰ ਵਾਲੇ ਖਾਤੇ 'ਚ ਪਾਉਂਦੀ ਹੋਵੇ, ਉਹ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ, ਤੇ ਫਿਰ ਘਰੇ ਬੈਠ ਕੇ ਕੇਂਦਰ ਸਰਕਾਰ ਦੀ ਦਾੜੀ ਵੀ ਖੋਈ ਜਾਵੇ, ਫਿਰ ਬੜੀ ਅਜੀਬ ਚੀਜ਼। ਨਹੀਂ, ਉਹ ਤਾਂ ਹੈਗਾ, ਪਰ ਚਲੋ ਇਹ ਹੁਣ ਇਹ ਅਸੀਂ ਕੈਲਕੂਲੇਸ਼ਨ ਦਾ ਹਿਸਾਬ ਕਿਤਾਬ ਜੇ ਅਸੀਂ ਆਪ ਜੀ ਦੀ ਕਚਹਿਰੀ 'ਚ ਤਾਂ ਰੱਖ ਦਿੰਦੇ ਹਾਂ ਵੀ ਤੁਸੀਂ ਵੀ ਯਾਰ ਥੋੜਾ ਜਿਹਾ ਕਿ ਵੇਲੇ ਪੈਨ ਪੈਨਸਲ ਲੈ ਕੇ ਨਾ, ਮੈਂ ਜਦੋਂ ਚਿੱਤ ਜਿਹਾ ਕਰੇ ਵੀ ਯਾਰ ਹੁਣ ਘਰ ਦਾ ਹਿਸਾਬ ਮੁੱਕ ਗਿਆ ਤੇ ਕੀ ਕਰੀਏ, ਦੁੱਧ ਦਾ ਹਿਸਾਬ ਹੁਣ ਮੁੱਕ ਗਿਆ, ਉਦੋਂ ਇਹ ਹਿਸਾਬ ਕਰਕੇ ਦੇਖਿਆ ਕਰੀਏ ਆਪਾਂ ਵੀ ਅਸਲ ਦੇ ਵਿੱਚ ਵਾਧਾ ਘਾਟਾ ਹੈ ਕਿੱਥੇ। ਕਿਉਂਕਿ ਮੈਨੂੰ ਇਹ ਜਾਪਦਾ WhatsApp ਵੀ ਇਹ ਸ਼ਾਇਦ ਵਾਧਾ ਘਾਟਾ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਆਗੂਆਂ ਨੇ ਕੀਤਾ ਸੀ, ਤਾਂ ਹੀ ਸਾਲ ਤੋਂ ਵੱਧ ਦੀ ਲੜਾਈ ਲੜ ਗਏ ਵੀ ਜਿੰਨੀ ਵਾਰਾਂ ਵੀ ਉੱਥੇ ਜਾ ਕੇ ਬਹਿੰਦੇ ਸੀ। ਇਹ ਤਾਂ ਹੈ ਨਹੀਂ ਵੀ ਹੁਣ 11 ਮੀਟਿੰਗਾਂ ਦੇ ਵਿੱਚ ਅਗਲੇ ਮੂੰਹ ਚੁੱਕ ਕੇ ਚਲੇ ਜਾਂਦੇ। ਹੁਣ ਅਗਲੇ ਬੰਦੇ ਜਦੋਂ ਆਉਂਦੇ ਹੋਣਗੇ ਐ ਪੰਡ ਕਾਗਜ਼ਾਂ ਦੀ ਲੈ ਕੇ ਆਉਂਦੇ ਨੇ ਵੀ ਆਹ ਦੇਖੋ ਜੀ ਇੱਦਾਂ 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 ਇੱਦਾਂ। ਉਹਨਾਂ ਕੋਲੇ ਅੰਕੜੇ ਸੀਗੇ, ਸਵਾਲ ਸੀਗੇ, ਤਾਂ ਹੀ ਅੜ ਜਾਂਦੇ ਸੀ ਵੀ ਦਿਓ ਜਵਾਬ। ਤੇ ਮੇਰੇ ਖਿਆਲ ਨਾਲ ਜੇ ਪੰਜਾਬ ਦੇ ਬੰਦੇ ਜਿਹੜੇ ਬਾਕੀ ਬਸ਼ਿੰਦੇ ਨੇ ਉਹ ਵੀ ਇਹਨਾਂ ਚੀਜ਼ਾਂ ਦਾ ਹਿਸਾਬ ਕਿਤਾਬ ਲਾ ਲਿਆ ਕਰਨ ਤੇ ਆਪੇ ਗੱਲ ਕਲੀਅਰ ਹੋ ਜੇ ਭਾਈ ਸਾਹਿਬ ਵੀ ਸੁਮੋ ਦੇ ਟਾਇਰ ਕੌਣ ਲਾ ਕੇ ਲੈ ਗਿਆ। ਨਹੀਂ, ਬਹੁਤ ਜ਼ਰੂਰੀ ਹੈ ਜੀ। ਕਾਨੂੰਨੀ ਦਸਤਾਵੇਜ਼ ਬਣੇ ਨਾ ਬਣੇ, ਬੰਦੇ ਦਾ ਮਨ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ। ਲੀਡਰਾਂ ਸਾਰਿਆਂ ਨੇ ਆਉਣਾ, ਵਾਅਦੇ ਪਿਛਲੀ ਵਾਰੀ ਵੀ ਸਾਰਿਆਂ ਨੇ ਕੀਤੇ ਸੀ, ਸਾਰਿਆਂ ਨੂੰ ਪੁੱਛਣਾ ਤਾਂ ਬਣਦਾ ਹੀ ਹੈ ਸੱਭਿਅਕ ਢੰਗ ਦੇ ਨਾਲ ਕਿ ਭਾਈ ਦੱਸੋ। ਕਿਉਂਕਿ ਹੁਣ ਜੇ ਸੂਬਾ ਕਰਜ਼ਾਈ ਹੈ, ਸਾਰਾ ਕੁਝ ਤੁਸੀਂ ਮੁਫਤ ਦੇ ਜਾਣਾ, ਦੇਣਾ ਕਿੱਥੋਂ ਆ? ਮਾੜਾ ਜਿਹਾ ਹਿਸਾਬ ਕਿਤਾਬ ਤਾਂ ਚਾਹੀਦਾ। ਇਹ ਤੇ ਦੇਖੋ ਕਾਂਗਰਸ ਪਾਰਟੀ ਦੇ ਪ੍ਰਧਾਨ ਨਹੀਂ ਕਹਿੰਦੇ ਆ ਸਿੱਧੂ ਸਾਹਿਬ। ਅੱਛਾ, ਲੁਧਿਆਣੇ ਗਏ, ਉਹ ਕਹਿੰਦੇ ਵੀ ਇੱਕ ਮਿੰਟ ਪਰੇ ਹੋ ਜਾਓ ਸਾਰੇ ਜਾਣੇ। ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਮਾਡਲ ਕੀ ਆ, ਤੁਸੀਂ ਵੇਖੋ, ਪਰਵਾਹ ਨਹੀਂ ਕਰਨੀ, ਬਸ ਆਹ ਜਿਹੜੀਆਂ ਗੱਲਾਂ ਬਾਤਾਂ ਇਸ ਵਕਤ ਮੈਂ ਕਰਨ ਲੱਗਾ ਨਾ, ਇਹ ਤੁਸੀਂ ਆਉਂਦੇ 5 ਸਾਲਾਂ ਸੈੱਟ ਹੁੰਦੀਆਂ ਦੇਖੋਗੇ। ਇਹਦੇ ਪਿਛਲੇ ਦੇ ਤਾਂ ਲਾਰੇ ਲਾਏ। ਉਹ ਪੁਰਾਣਾ ਜਿਹੜਾ ਉਹ ਇਨਵੈਸਟਮੈਂਟ ਸਮਿਟ ਉਦੋਂ ਹੁੰਦੀ ਸੀ ਨਾ ਸੁਖਬੀਰ ਸਾਹਿਬ ਦੇ ਟਾਈਮ ਤੇ, ਉਹ ਕਹਿੰਦੇ ਵੀ 1,20,000 ਕਰੋੜ ਰੁਪਏ ਦੀ ਉਦੋਂ MOU ਸਾਈਨ ਕੀਤੇ ਇਹਨਾਂ ਨੇ। ਕਹਿੰਦੇ ਇੰਨੀਆਂ ਕੰਪਨੀਆਂ, ਪਤਾ ਨਹੀਂ, ਆਹ ਦੇਖੋ ਲਿਸਟਾਂ ਮੇਰੇ ਕੋਲ ਨਾਂ ਦੇ ਨਾਂ ਚੜਿਆ ਪਿਆ, ਇੰਨਾ ਪੈਸਾ ਪੰਜਾਬ 'ਚ ਆਇਆ ਕਿੱਥੇ? ਕਹਿੰਦੇ ਮੈਂ ਕੈਲਕੂਲੇਟਰ ਮਾਰਿਆ ਹੀ ਤੇ 6,000 ਕਰੋੜ ਆਇਆ ਹੀ 1,20,000 ਕਰੋੜ 'ਚ। ਹਾਂਜੀ, ਕਹਿੰਦੇ ਬਾਕੀ ਕਿਤੇ ਲੱਭਾ ਹੀ ਨਹੀਂ ਪੈਸਾ। ਤੇ ਉਹ ਫਿਰ ਜਿਹੜਾ ਸਾਰਾ ਰੌਲਾ ਰੱਪਾ ਪੈਂਦਾ ਰਿਹਾ ਉਦੋਂ ਵੀ ਉਹ ਹੋ ਪੰਜਾਬ 'ਚ ਇਨਵੈਸਟਮੈਂਟ ਹੋਣੀ ਹੈ। ਉਹ ਮੇਰਾ ਖਿਆਲ ਉਹਨਾਂ ਨੇ 5-7 ਲੀਡਰ ਤੇ ਅਕਾਲੀ ਦਲ ਦੀ ਗਿਣਤੇ। ਉਹ ਅਕਾਲੀ ਦਲ ਦੀ ਸਰਕਾਰ 'ਚ ਹੀ ਹੋਇਆ ਸੀ ਕਿ ਉਹਨਾਂ ਲੀਡਰਾਂ ਨੇ ਵੀ ਕੀਤੇ ਸਮਝੌਤੇ। ਹਾਂ, ਉਹ ਲੀਡਰ ਕਿਉਂਕਿ ਕਾਰੋਬਾਰੀ ਨੇ, ਉਹ ਕਹਿੰਦੇ ਵੀ ਸਾਡੀ ਸਰਕਾਰ ਹੈ, ਅਸੀਂ ਵੀ ਮਾਰਾ ਇਨਵੈਸਟ ਕਰਾਂਗੇ। ਉਹ ਕਹਿੰਦੇ ਉਹਨਾਂ ਦੀਵਾਨੀ ਨਹੀਂ ਲਾਈ, ਇਹਦਾ ਮਤਲਬ ਉਹਨਾਂ ਨੂੰ ਯਕੀਨ ਨਹੀਂ ਹੈ ਆਪਣੀ ਸਰਕਾਰ ਤੇ। ਲਿਸਟ ਦਿਖਾਉਂਦੇ, ਕਹਿੰਦੇ ਆਹ ਦੇਖੋ ਇਹਨਾਂ ਨੇ MOU ਸਾਈਨ ਕੀਤਾ ਕਿ ਅਸੀਂ ਪੰਜਾਬ 'ਚ ਇਨਵੈਸਟਮੈਂਟ ਕਰਾਂਗੇ, ਇਨਵੈਸਟਮੈਂਟ 0 0 0 0 ਗੋਲ ਅੰਡਾ। ਹੁਣ ਸੰਧਾਲੀਆ ਸਾਹਿਬ ਉੱਥੇ 2 ਗੱਲਾਂ ਉਹਨੇ ਹੋਰ ਕਹੀਆਂ। ਉਹ ਕਹਿੰਦੇ ਜੀ ਗੱਲ ਬੜੀ ਕਲੀਅਰ ਹੈ, ਨੌਕਰੀਆਂ ਪੇੜਾਂ ਨੂੰ ਨਹੀਂ ਲੱਗਦੀਆਂ, ਦਰਖਤਾਂ ਨੂੰ, ਰੁੱਖਾਂ ਨੂੰ ਨਹੀਂ ਲੱਗਦੀਆਂ। ਕਹਿੰਦੇ ਇਹ ਕ੍ਰੀਏਟ ਕਰਨੀਆਂ ਪੈਂਦੀਆਂ, ਇੱਥੇ ਇਨਵੈਸਟਮੈਂਟ ਆਵੇ, ਉਦਯੋਗ ਖੁੱਲਣ, ਨੌਕਰੀਆਂ ਹੋਣ, ਫਿਰ ਸਾਡੇ ਨਿਆਣਿਆਂ ਨੂੰ ਮਿਲਣ। ਮੈਂ ਕਹਿੰਦੇ ਉਦਯੋਗਪਤੀਆਂ ਕੋਲ ਜਾਣਾ, ਉਹ ਕਹਿੰਦੇ ਜੀ ਸਾਨੂੰ ਬੰਦੇ ਚਾਹੀਦੇ ਆ। ਇੱਧਰ ਨਿਆਣਿਆਂ ਕੋਲ ਜਾਣਾ, ਉਹ ਘੁੰਮਦੇ ਫਿਰਦੇ ਆ, ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ। ਕਿਉਂਕਿ ਉਹ ਕਹਿੰਦੇ ਹਿਸਾਬ ਨਹੀਂ ਨਾ ਹੈਗਾ, ਕਨੈਕਸ਼ਨ ਨਹੀਂ ਜੁੜਦਾ। ਜਿਹੜੀ ਉਦਯੋਗਪਤੀਆਂ ਨੂੰ ਕੰਮ ਚਾਹੀਦਾ ਹੈ ਉਹ ਸਾਡੀ ਐਜੂਕੇਸ਼ਨ ਨਿਪੁੰਨ ਨਹੀਂ ਕਰਦੀ। ਅਸੀਂ ਉਹ 'ਚ ਤਬਦੀਲੀ ਲਿਆਵਾਂਗੇ, ਇਹਨਾਂ ਨੂੰ ਮੁਹਾਰਤ ਦੇਵਾਂਗੇ। ਤੇ ਦੂਸਰੇ ਪਾਸੇ ਇੱਕ ਗੱਲ ਉਹਨਾਂ ਨੇ ਕਮਾਲ ਦੀ ਸੁਣਾਈ, ਜੇ ਉਹ ਠੀਕ ਹੈ ਤਾਂ ਦੱਸ ਦਿਓ। ਉਹ ਕਹਿੰਦੇ ਮੈਂ ਨਾਂ ਨਹੀਂ ਲੈਣਾ। ਮੇਰੇ ਕੋਲੇ ਕਹਿੰਦੇ ਇੱਕ ਮਿੱਤਰ ਆਇਆ, ਤਕੜਾ ਕਰੋੜਪਤੀ ਬੰਦਾ, ਉਹ ਕਹਿੰਦੇ ਉਦੋਂ ਸਰਕਾਰ ਸੀਗੀ ਅਕਾਲੀ ਭਾਜਪਾ ਦੀ, ਪਤਾ ਨਹੀਂ ਇਹ ਗੱਲ ਠੀਕ ਹੈ ਕਿ ਨਹੀਂ ਠੀਕ। ਉਹਨਾਂ ਨੂੰ ਕਿਹਾ ਜੀ, ਉਹ ਕਹਿੰਦਾ 200 ਕਰੋੜ ਰੁਪਈਆ ਮੈਂ ਇਨਵੈਸਟ ਕਰਨਾ। ਮੈਂ ਕਹਿੰਦੇ ਕਿਹਾ ਵੀ ਕਰ ਦਿਓ ਭਾਈ। ਕਹਿੰਦੇ ਉਹ ਥੋੜ੍ਹੀ ਦੇਰ ਬਾਅਦ ਆ ਕੇ ਜੀ ਮੇਰੇ ਤੋਂ ਉੱਪਰ ਇੰਨੀ ਰਿਸ਼ਵਤ ਮੰਗਦੇ ਆ। ਮੈਂ ਕਿਹਾ ਹੈ ਯਾਰ ਰਿਸ਼ਵਤ ਮੰਗਦੇ? ਮੈਂ ਕਹਿੰਦੇ ਫਲਾਣੇ ਸੂਬੇ ਦੇ ਪ੍ਰਮੁੱਖ ਸਕੱਤਰ ਨੂੰ ਫੋਨ ਕੀਤਾ, ਉਹ ਕਹਿੰਦੇ ਜੀ ਭੇਜ ਦਿਓ, ਏਅਰਪੋਰਟ ਤੋਂ ਲੈ ਕੇ ਵੀ ਜਾਵਾਂਗੇ। ਉਹ ਕਹਿੰਦੇ ਅੱਜ ਉਸ ਬੰਦੇ ਦਾ 6,000 ਕਰੋੜ ਦਾ ਇਨਵੈਸਟਮੈਂਟ ਆ ਉਸ ਸੂਬੇ 'ਚੋਂ, ਪੰਜਾਬ ਦੀ ਸੀ, ਕਹਿੰਦੇ ਪੰਜਾਬ 'ਚੋਂ ਚਲੇਗੀ। ਮੈਨੂੰ ਕਹਿੰਦੇ 5 ਸਾਲ ਦਿਓ, ਮੈਂ 3 ਮਹੀਨੇ ਨਹੀਂ ਮੰਗਦਾ, ਮੈਨੂੰ 5 ਸਾਲ ਦਿਓ। ਫਿਰ ਕਹਿੰਦੇ ਉਹ ਇਹ ਸਾਡੀ ਹਾਈ ਕਮਾਂਡ ਦੇ ਪ੍ਰਵਾਨ ਕੀਤੇ ਹੋਏ 5 ਸਾਲ ਆਹ ਜਿਹੜਾ ਪ੍ਰੋਗਰਾਮ ਆ। ਪਰ ਇੱਕ ਗੱਲ ਉਹਨਾਂ ਨੇ ਉੱਥੇ ਕਹਿ ਦਿੱਤੀ, ਉਹ ਕਹਿੰਦੇ ਜੇ
ਆ ਪੰਜਾਬ ਵਾਲੇ ਏਜੰਡੇ ਨੂੰ ਹਾਈ ਕਮਾਂਡ ਪ੍ਰਵਾਨਗੀ ਦਊਗੀ ਕਿ ਭਾਈ ਆਪਾਂ ਲਾਗੂ ਕਰਨਾ ਹੀ, ਮੈਂ ਇਲੈਕਸ਼ਨ ਹੀ ਫਿਰ ਲੜਨੀ ਹੈ। ਜੇ ਹਾਈ ਕਮਾਂਡ ਨੇ ਸਹਿਮਤੀ ਨਾ ਦਿੱਤੀ ਤਾਂ ਮੈਂ ਲੋਕਾਂ ਦੇ ਸਾਹਮਣੇ ਝੂਠਾ ਨਹੀਂ ਪੈਣਾ। ਮੈਂ ਲੋਕਾਂ ਦੇ ਸਾਹਮਣੇ ਏਜੰਡਾ ਰੱਖ ਰਿਹਾ ਕਿ ਤੁਹਾਨੂੰ ਨੌਕਰੀਆਂ ਵੀ ਮਿਲਣਗੀਆਂ, ਤੁਹਾਡਾ ਸਾਰਾ ਕੁਝ ਠੀਕ ਹੋਊਗਾ, ਤੁਹਾਡੇ ਇਨਵੈਸਟਮੈਂਟ ਵੀ ਆਊਗੀ, ਕੋਈ ਕਿਸੇ ਨੂੰ ਤੰਗ ਵੀ ਨਹੀਂ ਕਰੂਗਾ। ਪਰ ਤਾਂ ਇਲੈਕਸ਼ਨ ਲੜੂੰਗਾ ਜੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸਹਿਮਤੀ ਦਿੱਤੀ। ਤਾਂ ਜੇ ਉਹਨਾਂ ਨੇ ਸਹਿਮਤੀ ਨਾ ਦਿੱਤੀ, ਕਹਿੰਦੇ ਝੂਠੇ ਥੋੜੀ ਪੈਣਾ, ਫਿਰ ਮੈਂ ਚੋਣ ਨਹੀਂ ਲੜਦਾ। ਨਹੀਂ ਚੋਣ ਤੇ ਲੜ ਪੈਣੀ ਉਹਨਾਂ ਨੇ, ਏਡੀ ਕਿਹੜੀ ਗੱਲ, ਆਜ਼ਾਦ ਲੜ ਲੈਣ, ਨਾ ਪਾਰਟੀ ਨੂੰ ਲੜਨ ਚ ਕਿਹੜੀ ਗੱਲ ਹੈ। ਠੀਕ ਹੈ, ਨਹੀਂ ਦੇਖੋ ਤੁਸੀਂ ਇਹ ਤਾਂ ਵੱਧ ਦੱਸ ਸਕਦੇ ਹੋ। ਨਹੀਂ ਮੈਂ ਤਾਂ ਕਹਿ ਰਿਹਾ ਵੀ ਦੇਖੋ ਜਿਹੜਾ ਬੰਦਾ ਹੁੰਦਾ ਨਾ ਵੀ ਰਾਜਨੀਤਾ, ਉਹਨੂੰ ਤੁਸੀਂ ਕਹੋ ਵੀ ਯਾਰ ਤੂੰ ਹੁਣ ਰਾਜਨੀਤੀ ਨਹੀਂ ਕਰਨੀ, ਇਹ ਤੇ ਫਿਰ ਉਹ ਗੱਲ ਹੋ ਗਈ ਨਾ ਵੀ ਕੱਲ ਨੂੰ ਆਪਾਂ ਨੂੰ ਆਖਿਆ ਵੀ ਤੁਸੀਂ ਹੁਣ ਮਿੱਤਰੋ ਟੈਲੀਵਿਜ਼ਨ ਤੇ ਨਹੀਂ ਆਉਣਾ, ਔਖਾ ਹੋ ਜਾਣਾ, ਫਿਰ ਕਰਾਂਗੇ। ਨਹੀਂ ਉਹ ਹੋ ਸਕਦਾ ਪੈਣ ਨਹੀਂ ਡਈ ਆਪਣੀ, ਉਹ ਹੋ ਸਕਦਾ ਕਰ ਲੈਣ, ਕਿਉਂਕਿ ਇੱਕ ਵਾਰੀ ਉਹਨਾਂ ਨੇ ਅੰਮ੍ਰਿਤਸਰ ਦੀ ਸੀਟ ਤੋਂ ਪਹਿਲਾਂ ਵੀ ਤਾਂ ਛੱਡਿਆ ਸੀ, ਹੋਰ ਪਾਸੇ ਉਹ ਲੜੇ ਨਹੀਂ ਸੀ। ਆਜ਼ਾਦ ਤਾਂ ਉਦੋਂ ਵੀ ਲੜ ਗੱਲ ਆ, ਇਹ ਵੀ ਗੱਲ ਹੈਗੀ ਵੀਰ ਜੀ, ਇਹ ਵੀ ਹੈ। ਚਲੋ ਉਹ ਸਮਾਂ ਆਊਗਾ ਤੇ ਫਿਰ ਪਤਾ ਲੱਗੂਗਾ। ਪਰ ਇਹਦੇ 'ਚ ਇੱਕ ਗੱਲ ਉਹਨਾਂ ਨੇ ਜਿਹੜੀ ਆਪਣੀ ਸਰਕਾਰ ਦੀ ਤਾਰੀਫ ਕਰਦੇ, ਮੈਨੂੰ ਨਹੀਂ ਪਤਾ ਉਹ ਸੱਚ ਝੂਠ ਕੀ ਹੈ। ਉਹ ਕਹਿੰਦੇ ਵੀ ਲੱਖ ਦੇ ਕਰੀਬ, ਲੱਖ ਕਰੋੜ ਦੇ ਕਰੀਬ ਅਸੀਂ ਵੀ ਸਮਝੌਤੇ ਕੀਤੇ ਸੀ ਜੀ, ਤੇ 52% ਸਾਡੀ ਇਨਵੈਸਟਮੈਂਟ ਆ ਗਈ। ਹੁਣ ਇਹ ਨਹੀਂ ਸਮਝ ਆਈ ਵੀ ਮਤਲਬ ਉਦੋਂ ਕਹਿੰਦੇ ਵੀ 1,20,000 ਕਰੋੜ ਤੋਂ ਸਿਰਫ 6,000 ਕਰੋੜ ਆਈ, ਹੁਣ 52% ਪੂਰੀ ਹੋ ਗਈ, ਇੱਦਾਂ ਕਿੱਦਾਂ? ਨਹੀਂ ਮੈਨੂੰ ਇਹ ਲੱਗਦਾ ਕਿ ਇਹਦਾ ਨਾ ਇੱਕੋ ਹੀ ਤੱਥ ਹੋ ਸਕਦਾ ਕਿ ਵਿਰੋਧੀ ਪਾਰਟੀਆਂ ਵਾਲੇ ਝੁਠਲਾ ਦੇਣ, ਜਿਹੜੇ ਉਹ ਵੀ ਕਾਗਜ਼ ਕੱਢ ਕੇ ਲਿਆਉਣ। ਹਾਂ, ਜਿਹੜੇ ਲੀਡਰਾਂ ਦੇ ਉਹਨਾਂ ਨੇ, ਮੈਂ ਕਹਿੰਦਾ ਬਾਕੀ ਛੱਡ ਦੇਣ, ਜਿਹੜੇ 5-7 ਲੀਡਰਾਂ ਦੇ ਉਹਨਾਂ ਨੇ ਨਾਂ ਲੈ ਕੇ ਇਹਨਾਂ ਨੇ MOU ਸਾਈਨ ਕੀਤੇ ਸੀ ਪਰ ਬਾਅਦ ਵਿੱਚ ਇਨਵੈਸਟਮੈਂਟ ਨਹੀਂ ਕੀਤੀ, ਉਹ ਆਪਣੇ ਇਨਵੈਸਟਮੈਂਟ ਦੇ ਪੇਪਰ ਦਿਖਾ ਦੇਣ, ਜਾਂ ਦੱਸ ਦੇਣ ਕਿ ਭਾਈ ਸਰਕਾਰ ਆਪਣੀ ਸੀ, ਅਸੀਂ ਇਨਵੈਸਟਮੈਂਟ ਕਾਹਤੋਂ ਨਹੀਂ ਕੀਤੀ। ਇਹ ਕਹਿ ਦੇਣ ਕਿ ਨਵਜੋਤ ਸਿੰਘ ਸਿੱਧੂ ਝੂਠ ਬੋਲਦਾ ਹੈ ਭਾਈ, ਅਗਲਾ ਬੰਦਾ ਝਟ ਕਹਿੰਦਾ ਹੁੰਦਾ ਰਾਜਨੀਤੀ ਛੱਡ ਹੀ ਜਾਣ, ਨਾਲੇ ਤੂੰ ਹੀ ਸੌਖੇ ਨਾਲੇ ਅਗਲਾ ਸੌਖਾ। ਨਹੀਂ ਅਗਲਾ ਭਾਵੇਂ ਸੌਖਾ ਭਾਵੇਂ ਨਹੀਂ ਸੌਖਾ, ਇਹ ਤੇ ਸੌਖੇ ਹੋ ਜਾਣਗੇ। ਨਹੀਂ ਇਹ ਤੇ ਗੱਲ ਹੈਗੀ, ਪਰ ਚਲੋ ਇਸ ਵਕਤ ਜਿੱਥੇ ਜੇ ਆ ਕੇ ਪੇਜ ਫਸ ਗਿਆ ਨਾ ਬਾਅਦ ਜੀ, ਇਹ ਤੇ ਗੱਲ ਕਲੀਅਰ ਆ ਵੀ ਇਹਨਾਂ ਅੰਕੜਿਆਂ ਦੇ ਵਿੱਚ ਉਲਝਿਆਂ ਮੈਨੂੰ ਇਹ ਸ਼ੱਕ ਆ ਵੀ ਇਹ ਨਾ ਹੋਵੇ ਵੀ ਦੁਬਾਰਾ ਕੋਈ ਨਾ ਕੋਈ ਹੋਰ ਮੁੱਦਾ ਉਭਾਰ ਕੇ ਤੇ ਜਿਹੜੇ ਅਸਲ ਮੁੱਦੇ ਨੇ ਉਹ ਪਿਛਾਂ ਦੀ ਪਿਛਾਂ ਰਹਿ ਜਾਣ। ਕਿਉਂਕਿ ਚੰਨੀ ਸਾਹਿਬ ਵੀ ਫਰੀਦਕੋਟ ਗਏ ਸੀ ਨਾ, ਉੱਥੇ ਹੁਣ ਜਿਹੜੀ ਚੀਜ਼ ਤੋਂ ਵਾਹਵਾ ਦਿਨ ਹੋ ਗਿਆ ਰੌਲਾ ਪੈਂਦਾ ਸੀ ਤੇ ਇੱਧਰੋਂ ਵੀ ਉਹ ਨਾਅਰੇ ਮਾਰਦੇ ਸੀ ਵੀ ਤੁਸੀਂ ਆਓ ਸਹੀ, ਉੱਥੇ ਜਾ ਕੇ ਕਹੋ ਸਹੀ, ਕਿ ਦੱਸੋ ਸਹੀ ਵੀ ਉਹ ਕੱਲੀ ਚੀਜ਼ ਅਦਾਲਤ ਨੇ ਕਹਿਦਾ ਵੀ ਤੁਸੀਂ ਸਾਨੂੰ ਫਸਾਉਂਦੇ ਫਿਰਦੇ ਤੇ ਤੁਸੀਂ ਕਿੱਦਾਂ ਹੁਣ ਕਹੀ ਜਾਂਦੇ ਬਿਆਨ। ਪਰ ਚੰਨੀ ਸਾਹਿਬ ਦਾ ਫਿਰ ਉਹੀ ਬਿਆਨ ਦਿੱਤਾ ਜਾਣਾ ਤੇ ਬਿਆਨ ਦੇ ਵਿੱਚ ਫਿਰ ਆਪਣੇ ਵਿਰੋਧੀਆਂ ਦਾ ਨਾਂ ਜੋੜ ਦੇਣਾ, ਉਹ ਬੜਾ ਅਜੀਬ ਆ। ਦੇਖੋ ਮੁੱਖ ਮੰਤਰੀ ਨੇ ਭਾਈ 2-3 ਹਲਕਿਆਂ ਨੂੰ ਗ੍ਰਾਂਟਾਂ 15-15, 20-20 ਕਰੋੜ ਵੰਡ ਕੇ ਆਏ, ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ, ਕੁਸ਼ਲਦੀਪ ਸਿੰਘ ਢਿੱਲੋਂ ਹੋਰੀ ਨਾਲ, ਸਾਰੇ ਬੰਦੇ ਨਾਲ। ਚੰਨੀ ਸਾਹਿਬ ਕਿਉਂਕਿ ਆਮ ਬੰਦੇ ਨੇ, ਉਹ ਲੋਕਾਂ ਨੂੰ ਮਿਲਦੇ ਆ। ਮੈਂ ਮੁੱਖ ਮੁੱਦੇ ਵੱਲ ਬਾਅਦ ਚ ਆਉਣਾ। ਹੱਥ ਮਿਲਾਇਆ, ਵੀਡੀਓ ਬਕਾਇਦਾ ਜਾਰੀ ਹੋਈਆਂ ਕਿ ਹੱਥ ਮਿਲਾਉਂਦੇ ਰਹੇ। ਇੱਕ ਬੰਦੇ ਨੇ ਉੱਥੇ ਜੁੱਤੀ ਦਿੱਤੀ ਉਹਨਾਂ ਨੂੰ ਤੋਹਫੇ ਦੇ ਰੂਪ ਦੇ ਵਿੱਚ, ਪੰਜਾਬੀ ਜੁੱਤੀ, ਕਹਿੰਦੇ ਕਿੰਨੇ ਨੰਬਰ ਆ, ਤੇ ਦੂਜੇ ਪਾਸੇ ਇੱਕ ਬੀਬੀ ਛੋਟਾ ਜਿਹਾ ਬੱਚਾ ਲੈ ਕੇ ਉਹਨੂੰ ਫਿਰ ਮਾਰੇ ਜੇਬ ਚ ਹੱਥ ਕੱਢ ਕੇ ਪਿਆਰ ਦਿੱਤਾ, ਬੀਬੀ ਲੈ ਬੱਚੇ ਨੂੰ ਪਿਆਰ। ਤੇ ਆਪਾਂ ਕਹਿੰਦੇ ਸਾਰੇ ਤੁਹਾਡੀਆਂ ਕੋਈ ਸੈਲਫੀ ਲੈਂਦਾ ਸੀ। ਚਲੋ ਲੋਕਾਂ 'ਚ ਰਚੇ ਵਿੱਚ ਇਦਾਂ ਦਾ ਮੁੱਖ ਮੰਤਰੀ ਚਾਹੀਦਾ। ਪਰ ਫਿਰ ਉਹ ਕਹਿੰਦੇ ਜੀ ਦੇਖੋ, ਕਿਉਂਕਿ ਕੋਟਕਪੁਰਾ ਇਲਾਕਾ ਉਹ ਆ ਨਾ, ਕਹਿੰਦੇ ਜੀ ਬੇਅਦਬੀ ਵਾਲੀਆਂ ਘਟਨਾਵਾਂ, ਉਹਦੇ ਤੋਂ ਬਾਅਦ ਹੋਏ ਗੋਲੀ ਕਾਂਡ, ਉਹਦੇ ਵਿੱਚ ਕਹਿੰਦੇ ਬਾਦਲਾਂ ਦੀ ਸ਼ਮੂਲੀਅਤ ਆ। ਮੈਂ ਇੱਥੇ ਕਹਿੰਦੇ ਜਿਹੜੀ ਗੋਲੀ ਚੱਲੀ ਸੀ ਨਾ, ਇੱਥੇ ਸੀਨੇ 'ਚ ਅਜੇ ਵੀ ਦਰਦ ਆ ਉਹਦਾ, ਜਿਹੜੀ ਉਦੋਂ ਬਾਅਦ 'ਚ ਗੋਲੀ ਕਾਂਡ ਹੋਇਆ ਸੀ। ਤੇ ਕਹਿੰਦੇ ਛੱਡਣਾ ਕੋਈ ਨਹੀਂ ਜੇ। ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਭਾਈ ਤੁਸੀਂ ਸੂਬੇ ਦੇ ਸਭ ਤੋਂ ਵੱਧ ਤਾਕਤਵਰ ਬੰਦੇ ਹੋ। ਜਦੋਂ ਤਾਕਤਵਰ ਬੰਦੇ ਹੋ, ਸਾਰੇ ਮੰਤਰੀ ਤੁਹਾਡੇ ਅਧੀਨ, ਸਾਰੇ ਡਿਪਾਰਟਮੈਂਟ ਤੁਹਾਡੇ ਅਧੀਨ, ਤੁਸੀਂ ਜੋ ਚਾਹੋ ਕਰ ਸਕਦੇ ਹੋ। ਕੋਈ ਵਿਰੋਧੀ ਧਿਰ ਵਾਲਾ ਬੰਦਾ ਕਹੇ ਕਿ ਸਰਕਾਰ ਆ ਜੂਗੀ ਤਾਂ ਅਸੀਂ ਨਹੀਂ ਛੱਡਦੇ, ਕੋਈ ਅਫਸਰ ਕਹੇ ਮੇਰੀ ਨਿਯੁਕਤੀ ਉੱਥੇ ਕਰ ਦਿਓ, ਮੈਂ ਨਹੀਂ ਛੱਡਦਾ, ਕੋਈ ਬੰਦਾ ਕਹੇ ਡਿਪਾਰਟਮੈਂਟ ਮੈਨੂੰ ਦੇ ਦਿਓ, ਅਜੇ ਮੇਰੀ ਚੱਲਦੀ ਨਹੀਂ ਹੈ ਤਾਂ ਮੈਂ ਨਹੀਂ ਛੱਡਦਾ। ਪਰ ਜਦੋਂ ਤੁਸੀਂ ਸਭ ਤੋਂ ਤਾਕਤਵਰ ਬੰਦੇ ਹੋ, ਇਨਕੁਆਇਰੀਆਂ ਚੱਲ ਰਹੀਆਂ, ਸਭ ਕੁਝ ਚੱਲ ਰਹੀਆਂ, ਪਹਿਲਾਂ ਹੀ ਆਪਾਂ ਕਹਿ ਦਈਏ ਕਿ ਉਹ ਬੰਦੇ ਦੋਸ਼ੀ ਨੇ, ਫਿਰ ਇੱਕ ਮੁੱਖ ਮੰਤਰੀ ਦੋਸ਼ੀ ਨਾ ਕਹੇ ਫਿਰ ਚੱਕ ਕੇ ਅੰਦਰ ਦੇਵੇ। ਸਵਾਲ ਹੈ ਨਾ ਕਿ ਤੁਸੀਂ ਹੀ ਕਰਨਾ ਸਭ ਕੁਝ, ਤੁਸੀਂ ਹੀ ਇੱਕ ਪਰਿਵਾਰ ਨੂੰ ਜਾਂ ਕੁਝ ਬੰਦਿਆਂ ਨੂੰ ਦੋਸ਼ੀ ਕਹਿੰਦੇ ਹੋ। ਜੇ ਉਹ ਦੋਸ਼ੀ ਹੈ ਤਾਂ ਫਿਰ ਚੱਕ ਕੇ ਅੰਦਰ ਦਿਓ, ਕਿਉਂਕਿ ਕੱਲ ਨੂੰ ਇਹ ਨਾ ਕਿ ਚੱਕ ਕੇ ਅੰਦਰ ਤਾਂ ਦੇਣਾ ਹੀ, ਟਾਈਮ ਥੋੜਾ ਸੀ, ਕੋਡ ਆਫ ਕੰਡਕਟ ਲੱਗ ਗਿਆ। ਤੁਸੀਂ ਹੁਣ ਐਕਸ਼ਨ ਕਰੋ, ਤੁਸੀਂ ਹੁਣ ਕੰਮ ਕਰੋ, ਵਾਅਦੇ ਨਾ ਕਰੋ ਇਕੱਲੇ, ਕਿਉਂਕਿ ਜੇ ਕੰਮ ਕਰ ਦੋਗੇ ਤਾਂ ਲੋਕਾਂ ਨੂੰ ਫਿਰ ਦੱਸਣ ਦੀ ਲੋੜ ਨਹੀਂ, ਫਿਰ ਇੱਦਾਂ ਵੀਡੀਓ ਬਣਾਉਣ ਦੀ ਵੀ ਨਹੀਂ ਲੋੜ, ਫਿਰ ਵਾਇਰਲ ਕਰਨ ਦੀ ਵੀ ਨਹੀਂ ਲੋੜ, ਫਿਰ ਆਪਣੇ ਆਪ ਵਾਇਰਲ ਹੁੰਦੀਆਂ ਚੀਜ਼ਾਂ। ਇਹ ਪਰ ਸਵਾਲ ਇਹ ਹੈ, ਜਦੋਂ ਆਪਾਂ ਇਹ ਸਾਰੇ ਕੁਛ ਨੂੰ ਦੇਖੀਏ, ਇਹਦੋਂ ਪਹਿਲਾਂ ਜਦੋਂ ਇਹ ਰੌਲਾ ਰੱਪਾ ਜਿਹਾ ਪੈਂਦਾ ਸੀ, ਜਦੋਂ ਆਪਾਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲਾ ਉਹ ਸਾਰਾ ਕੁਛ, ਉਸ ਤੋਂ ਬਾਅਦ ਉਹ ਅਦਾਲਤ ਨੇ ਖਤਮ ਕੀਤਾ, ਤੇ ਮੁੱਦਾ ਤਾਂ ਉਹਦੇ 'ਚ ਉਹੀ ਬਣਿਆ ਸੀ ਨਾ ਵੀ ਹਾਂ ਭਾਈ ਸਾਹਿਬ ਇਹ ਸਿਆਸੀ ਤੌਰ 'ਤੇ ਸਾਰਾ ਕੁਛ ਕੀਤਾ ਜਾ ਰਿਹਾ, ਇਹ 'ਚ ਸਿਆਸੀ ਮਫਾਦ ਨੇ ਕਿਸੇ ਦੇ। ਉਦੋਂ ਵੀ ਹੋ ਸਕਦਾ ਸਬੂਤ ਪ੍ਰੂਫ ਉਹਨਾਂ ਨੇ ਜੋ ਰੱਖੇ ਹੋਣ, ਉਹਦੇ 'ਚ ਵੀਡੀਓ ਦਿੱਤੀਆਂ ਗਈਆਂ, ਉਦੋਂ ਵੀ ਚਰਚਾ ਆਈ ਸੀ ਵੀ ਆਹ ਦੇਖੋ ਜੀ ਆਹ ਬਿਆਨ ਨੂੰ ਨੋਟ ਕਰੋ, ਇੱਥੇ ਬੰਦੇ ਨੇ ਆਹ ਬੋਲਿਆ, ਇੱਦਾਂ ਬੋਲਿਆ।
ਹੁਣ ਜਦੋਂ ਦੁਬਾਰਾ ਇਹ ਸਾਰਾ ਕੁਝ ਕਰਨਗੇ, ਜੇ ਮੰਨ ਲਓ ਜਿੱਦਾਂ ਪਿਛਲੇ ਦਿਨੀ ਉਪ ਮੁੱਖ ਮੰਤਰੀ ਸਾਹਿਬ ਦਾ ਸੀਗਾ ਵੀ ਲੱਗੀ ਹੈ ਟੀਮ ਸਾਡੀ, ਤੁਸੀਂ ਦੇਖਿਓ ਛੇਤੀ ਨਤੀਜੇ ਸਾਹਮਣੇ ਆਉਣਗੇ, ਇਹ ਨਾ ਹੋਵੇ ਜਿੱਦਣ ਨਤੀਜੇ ਸਾਹਮਣੇ ਆਉਣ ਤੇ ਉਦਣ ਇਹੋ ਹੀ ਚੋਕੇ ਬਿਆਨ ਅਗਲੇ ਫਿਰ, ਕਿਉਂਕਿ ਚਿੱਠੀ ਤੇ ਜਾਣੀ ਹੈ ਅਗਲਿਆਂ ਦੀ, ਆਹ ਸਾਰਾ ਮਾੜਾ ਜਿਹਾ ਚੈੱਕ ਕਰਿਓ ਜੱਜ ਸਾਹਿਬ ਹਜ਼ੂਰ, ਆ ਮਾੜਾ ਜਿਹਾ ਦੇਖਿਓ ਜੀ, ਅਸੀਂ ਤਾਂ ਤੁਹਾਨੂੰ ਅੱਗੇ ਕਹਿਣ ਦੇ ਵਿੱਚ ਰਾਜਨੀਤੀ ਹੈ ਜੀ, ਇਹ ਨਾ ਫਿਰ ਪੇਚਾ ਪੈ ਜੀ। ਨਹੀਂ ਪੇਚਾ ਪੈ ਜਾਊਗਾ। ਮੈਂ ਤਾਂ ਸੰਧਾਲੀਆ ਸਾਹਿਬ ਇਹ ਵੀ ਸੋਚਦਾ ਸੀ ਕਿ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ, ਤੇ ਉਸ ਬੇਅਦਬੀ ਤੋਂ ਬਾਅਦ ਇੱਕ ਡੇਰੇ ਦੇ ਨਾਲ ਸਿੱਖ ਭਾਈਚਾਰੇ ਦੀਆਂ ਜਥੇਬੰਦੀਆਂ ਦਾ ਟਕਰਾਅ ਹੋਇਆ ਸੀ, ਉਹਦੇ ਤੋਂ ਬਾਅਦ ਪਿੱਛੇ ਜਿਹਾ ਪੁੱਛਗਿੱਛ ਕਰਨ ਵੀ ਉਹਨਾਂ ਘਟਨਾਵਾਂ ਦੇ ਨਾਲ ਸੰਬੰਧਿਤ ਪੰਜਾਬ ਪੁਲਿਸ ਦੀ ਇੱਕ SIT ਗਈ ਸੀ, ਉਹ ਰੋਹਤਕ ਦੀ ਸੁਣਾ ਰਹੀ ਆ ਜੇਲ੍ਹ 'ਚ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਜਾਣ ਨੂੰ, ਜਾਂ ਅਸੀਂ ਨਹੀਂ ਕਿਸੇ ਨੂੰ ਰੋਕਦੇ, ਪਰ ਕਹਿੰਦੇ ਆ ਕਿ ਉਸ ਡੇਰੇ ਦੇ ਮਾਲਵੇ ਦੇ ਵਿੱਚ ਸਮਾਗਮ ਹੋਏ ਆ ਤੇ ਪਾਰਟੀ ਦੇ ਕਈ ਵੱਡੇ ਵੱਡੇ ਵੋਟਰਾਂ ਦੁਆਰਾ ਚੁਣੇ ਹੋਏ ਨੇਤਾ ਹੁਮ ਹਮਾ ਕੇ ਉੱਥੇ ਪਹੁੰਚੇ ਆ। ਹੁਣ ਇੱਕ ਪਾਸੇ ਤਾਂ ਇਨਸਾਫ ਦੀਆਂ ਗੱਲਾਂ, ਦੂਜੇ ਪਾਸੇ ਵੋਟਾਂ ਲੈਣ ਦੇ ਲਈ ਉਹ ਸਾਰੀਆਂ ਗੱਲਾਂ, ਕਿਤੇ ਨਾ ਕਿਤੇ ਰੌਲਾ ਰੱਪਾ ਪੈ ਜੂ ਕਿ ਨਹੀਂ ਪੈ ਜੂ? ਮੈਂ ਇਹੀ ਤਾਂ ਮੈਂ ਕਹਿ ਰਿਹਾ ਨਾ ਵੀ ਜਿਸ ਹਿਸਾਬ ਨਾਲ ਹੁਣ ਇਹ ਤਾਣੀ ਉਲਝਦੀ ਜਾ ਰਹੀ ਆ, ਮੁੱਖ ਮੁੱਦੇ ਜਿਹੜੇ ਮੁੱਦਿਆਂ ਦੇ ਨਾਲ ਅਸਲ 'ਚ ਵਾਕਈ ਲੋਕਾਂ ਨੂੰ ਫਰਕ ਪੈਣਾ, ਉਹ ਫਿਰ ਪਿੱਛੇ ਧੱਕੇ ਜਾਣੇ ਆ, ਤੇ ਫਿਰ ਕਿਸੇ ਨੇ ਕਿਸੇ ਤਰ੍ਹਾਂ ਭਾਵੁਕ ਹੋ ਜਾਣਾ, ਕਿਸੇ ਨੇ ਕਿਸੇ ਤਰ੍ਹਾਂ ਭਾਵੁਕ ਹੋ ਜਾਣਾ, ਤੇ ਅਖੀਰ ਜਦੋਂ ਇਹ ਸਾਰਾ ਕੁਝ ਦਗੜ ਪਿਛਲੀ ਵਾਰ ਵਾਂਗੂ ਹੋ ਗਿਆ, ਤੇ ਐਂ ਟੈਲੀਵਿਜ਼ਨ ਤੇ ਐਂ ਬੈਠਾ ਅੱਜ ਫਿਰ ਨਤੀਜੇ ਆਉਣੇ ਹੀ, ਅੱਜ ਫਿਰ ਪਤਾ ਲੱਗਣਾ ਹੀ, ਉਹ ਤੇਰਾ ਭਲਾ ਆ ਕਿੱਦਾਂ ਜਿੱਤ ਗਿਆ ਜੀ, ਆ ਕਿੱਦਾਂ ਹਾਰ ਗਿਆ ਜੀ, ਇਹ ਨਾ ਹੋਏ ਵੀ ਮੌਕੇ ਤੇ ਉਦੋਂ ਹੀ ਪਤਾ ਲੱਗੇ ਜਿੱਦਾਂ ਪਿਛਲੇ ਨਾਲ ਲੱਗਾ। ਨਹੀਂ ਬਿਲਕੁਲ ਠੀਕ ਹੈ। ਬਾਕੀ ਤਾਂ ਸੰਧਾਲੀਆ ਸਾਹਿਬ ਇੱਕ ਧਿਰਜੇ ਦੀ ਗੱਲ ਕਰਨੀ ਆਪਾਂ ਭੁੱਲ ਨਹੀਂ ਸਕਦੇ, ਤੇ ਗੱਲ ਕਰਦੀ ਵੀ ਵਿਸਥਾਰ ਚਾਹੀਦੀ, ਉਹ ਦਿੱਲੀ ਦੇ ਵਿੱਚ ਚੱਲਦੇ ਕਿਸਾਨ ਅੰਦੋਲਨ ਦੀ। ਨਹੀਂ ਉਹ ਤੇ ਕਰਨੀ ਚਾਹੀਦੀ ਆ। ਦੇਖੋ ਹੁਣ ਇੱਕ ਦਿਨ ਦੇ ਨਾਲ ਜਿਹੜੀਆਂ ਸਾਲ ਤੋਂ ਅਟਕੀਆਂ ਮੰਗਾਂ ਸੀ, ਉਹਨਾਂ ਦੇ ਉੱਪਰ ਜਦੋਂ ਸਟੈਪ ਬਾਏ ਸਟੈਪ ਸਰਕਾਰਾਂ ਤੁਰਨ ਲੱਗ ਪੈਣ, ਤੇ ਫਿਰ ਗੱਲ ਕਰਨੀ ਤੇ ਬਣਦੀ ਹੈ, ਕਿਉਂਕਿ ਹੁਣ ਤੇ ਇਹ ਸੁਣਨ 'ਚ ਆਇਆ ਵੀ MSP ਦਾ ਮੁੱਦਾ ਰਹਿ ਗਿਆ ਸੀ, ਕਿਉਂਕਿ ਲੰਘੇ ਕੱਲ੍ਹ ਉਹਨਾਂ ਨੇ ਉਹ ਕੰਮ ਤੇ ਨਿਬੇੜ ਦਿੱਤਾ ਸੀ ਵੀ ਆਹ ਲਓ ਚੱਕੋ ਜੀ ਕਾਨੂੰਨ ਰੱਦ। MSP ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਆਪਾਂ ਕਮੇਟੀ ਬਣਾ ਲੈਣੀ ਹੈ ਤੇ ਆਪਾਂ ਬੰਦੇ ਤੁਹਾਡੇ ਵਿੱਚ ਪਾਵਾਂਗੇ, ਤੇ ਹੁਣ ਸੁਣਨ 'ਚ ਆਇਆ ਵੀ ਉਹਨਾਂ ਕਿਹਾ ਵੀ ਦੱਸੋ ਜੀ ਕਿਹੜੇ 5 ਨਾਂ ਆ ਜੀ, ਲਿਆਓ ਨਿਬੇੜੀਏ ਕੰਮ। ਸੰਧਾਲੀਆ ਸਾਹਿਬ ਅੱਜ 1 ਸਾਲ ਤੇ 5 ਦਿਨ ਹੋ ਗਏ ਕਿਸਾਨ ਅੰਦੋਲਨ ਚੱਲਦੇ ਨੂੰ, ਕਿਉਂਕਿ ਅਜੇ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਹੋਈਆਂ, ਰਾਸ਼ਟਰਪਤੀ ਸਾਹਿਬ ਨੇ ਅਜੇ ਮੋਹਰ ਲਾਉਣੀ ਹੈ, ਦਸਤਖਤ ਕਰਨੇ ਆ, ਸਾਰਾ ਕੁਝ ਹੋਣਾ ਹੈ, ਜਿਹੜੇ 3 ਕਾਨੂੰਨ ਰੱਦ ਹੋਏ ਆ। ਪਰ ਜਿਸ ਗੱਲ ਦੀ ਉਮੀਦ ਸੀ, ਕਿਉਂਕਿ ਅੱਜ ਮੀਟਿੰਗ ਹੈ ਸਿੰਘੂ ਬਾਰਡਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ 42 ਪ੍ਰਮੁੱਖ ਆਗੂਆਂ ਦੀ, ਜਿਹਦੇ ਵਿੱਚੋਂ 32 ਪੰਜਾਬ ਦੇ ਹੋਣਗੇ ਤੇ 10 ਜਿਹੜੇ ਆ ਉਹ ਬਾਕੀ ਸੂਬਿਆਂ ਦੇ ਹੋਣਗੇ। ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਕਿ ਨਹੀਂ ਇਹ ਤਾਂ ਪਤਾ ਨਹੀਂ, ਪਰ ਜਦੋਂ 3 ਖੇਤੀਬਾੜੀ ਕਾਨੂੰਨ ਪਾਰਲੀਮੈਂਟ ਦੇ ਦੋਨਾਂ ਸਦਨਾਂ ਦੇ ਵਿੱਚੋਂ ਰੱਦ ਕਰ ਦਿੱਤੇ, ਰਾਸ਼ਟਰਪਤੀ ਸਾਹਿਬ ਦੇ ਕੋਲੇ ਮਾਮਲਾ ਅੱਪੜ ਗਿਆ, ਫਿਰ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ MSP ਤੇ ਦੱਸੋ ਕਿੱਦਾਂ, ਬਾਕੀ ਮੁੱਦਿਆਂ ਤੇ ਦੱਸੋ ਕਿੱਦਾਂ। ਤੇ ਇਹ ਵੈਸੇ ਕੇਂਦਰ ਸਰਕਾਰ ਦਾ ਵੱਡਾ ਸਟੈਪ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਕਿਵੇਂ ਦੇਖਣਾ, ਉਹਨਾਂ ਦੇ ਲੀਡਰ ਕਿਵੇਂ ਦੇਖਦੇ, ਕਿਉਂਕਿ ਉਹ ਵੱਧ ਸਿਆਣੇ ਆ। ਪਰ ਜਦੋਂ ਅਚਾਨਕ ਇਹ ਖਬਰ ਆਈ ਸੀ ਨਾ ਕਿ 5 ਪ੍ਰਤੀਨਿਧ ਉਹਨਾਂ ਨੇ ਮੰਗ ਲਏ, ਹੁਣ ਉਹ 5 ਦੇ 5 ਪ੍ਰਤੀਨਿਧ ਕਿਸਾਨ ਜਥੇਬੰਦੀਆਂ ਦੇ ਲੀਡਰ ਹੋਣਗੇ। ਜੇ 5 ਹੋਣਗੇ ਤਾਂ ਉਹਦੇ ਵਿੱਚੋਂ ਪੰਜਾਬ ਵਾਲੇ ਕਿੰਨੇ ਹੋਣਗੇ, ਹਰਿਆਣੇ ਵਾਲੇ ਕਿੰਨੇ ਹੋਣਗੇ, ਬਾਕੀ ਸੂਬਿਆਂ ਦੇ ਕਿੰਨੇ ਹੋਣਗੇ, ਇਹ ਮਸਲਾ ਹੈ। ਦੂਸਰਾ ਇਹ ਵੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਹ 5 ਦੇ 5 ਹੋ ਸਕਦਾ ਕਿ ਕਿਸਾਨ ਲੀਡਰ ਹੋਣ ਹੀ ਨਾ, ਇਹਦੇ ਵਿੱਚੋਂ 1, 2 ਜਾਂ 3 ਖੇਤੀਬਾੜੀ ਦੇ ਮਾਹਿਰ, ਐਗਰੀਕਲਚਰ ਇਕਨੋਮਿਕਸ ਦੇ ਮਾਹਿਰ, ਦੁਨੀਆ ਭਰ ਦੀਆਂ ਮੰਡੀਆਂ ਦੇ ਉੱਤੇ ਜਾਂ ਦੁਨੀਆ ਭਰ ਦੇ ਵਿੱਚ ਫਸਲਾਂ ਦੀ ਕੀਮਤ ਨਿਰਧਾਰਿਤ ਕਰਨ ਦੇ ਫਾਰਮੂਲਿਆਂ ਦੇ ਉੱਤੇ ਮੁਹਾਰਤ ਰੱਖਣ ਵਾਲੇ ਬੰਦੇ ਵੀ ਹੋ ਸਕਦੇ ਆ। ਕਿਉਂਕਿ ਤੁਹਾਨੂੰ ਯਾਦ ਹੋਣਾ ਕਿਸਾਨ ਪਾਰਲੀਮੈਂਟ ਹੋਈ ਸੀ, ਕਿਉਂਕਿ ਮਸਲਾ ਇੰਨਾ ਸਿੱਧਾ ਨਹੀਂ ਹੈ। ਕਿਸਾਨ ਪਾਰਲੀਮੈਂਟ ਦੇ ਵਿੱਚ ਪੂਰਾ 1 ਦਿਨ ਇਦਾਂ ਦੇ ਐਕਸਪਰਟ ਲਿਆਂਦੇ ਗਏ ਸੀ ਕਿ ਭਾਈ ਬੋਲੋ। ਸੰਯੁਕਤ ਕਿਸਾਨ ਮੋਰਚੇ ਦੀ ਚਾਹੇ ਗਾਜ਼ੀਪੁਰ ਵਾਲੀ ਸਟੇਜ ਆ, ਚਾਹੇ ਸ਼ਾਹਜਹਾਂਪੁਰ, ਚਾਹੇ ਟਿੱਕਰੀ ਤੇ ਚਾਹੇ ਸਿੰਘੂ, ਇਹਨਾਂ ਚਾਰੇ ਜਗ੍ਹਾ ਦੇ ਉੱਤੇ ਬਾਰ-ਬਾਰ ਐਕਸਪਰਟ ਲਿਆ ਕੇ ਬੁਲਾਏ ਜਾਂਦੇ ਸੀ। ਕਿਸਾਨ ਲੀਡਰ ਕਹਿੰਦੇ ਅਸੀਂ ਵੀ ਸਿੱਖਣਾ ਹੀ, ਜਿਹੜੇ ਸਾਹਮਣੇ ਬੈਠੇ ਲੋਕ ਹੈ ਉਹ ਵੀ ਸਿੱਖਣ। ਪੰਜਾਬ 'ਚ, ਹਰਿਆਣੇ 'ਚ, ਯੂਪੀ 'ਚ ਵੱਖ-ਵੱਖ ਥਾਂ ਦੇ ਉੱਤੇ ਸੈਮੀਨਾਰ ਹੁੰਦੇ ਸੀ। 2 ਦਿਨ ਦੀ ਇੱਕ ਵਾਰੀ ਕਾਨਫਰੰਸ ਕੀਤੀ ਗਈ ਸੀ ਸਿੰਘੂ ਬਾਰਡਰ ਦੇ ਉੱਤੇ ਕਿ ਭਾਈ ਤੁਸੀਂ ਦੱਸੋ, ਜਾਣੀ ਕਿ ਇਸ ਕਿਸਾਨ ਅੰਦੋਲਨ ਦੇ ਵਿੱਚ ਇਹ ਨਹੀਂ ਕਿ ਕਿਸਾਨ ਜਥੇਬੰਦੀਆਂ ਨੇ ਫੈਸਲੇ ਕਰ ਲਏ, ਉਹ ਪਹਿਲਾਂ ਬਕਾਇਦਾ ਆਪਣੀ ਸਕੂਲਿੰਗ ਕਰਦੇ ਸੀ ਕਿ ਭਾਈ ਇਹਦਾ ਕੀ ਪ੍ਰਭਾਵ ਹੋਊਗਾ, ਆਹ ਕਿੱਧਰ ਨੂੰ ਜਾਊ। ਹੁਣ ਇਹ ਜਿਹੜੀ MSP ਵਾਲੀ ਕਮੇਟੀ ਹੈ, ਇਹ ਕਿੰਨਾ ਸਮਾਂ ਚੱਲੂ, ਕਿੰਨੀਆਂ ਫਸਲਾਂ ਤੇ ਗੱਲ ਨਿਬੇੜਨੀ ਹੈ, ਜੇ ਲਾਗਤ ਵੀ ਤੈਅ ਕਰਨੀ ਹੈ ਕਿ ਉਹਦੇ ਵਿੱਚ ਕਿਸਾਨ ਦੀ ਆਪਣੀ ਮਿਹਨਤ ਦਾ ਮੁੱਲ, ਉਹਦੀਆਂ ਦਿਹਾੜੀਆਂ ਸ਼ਾਮਿਲ ਹੋਣਗੀਆਂ, ਕੀ ਕਿਸਾਨ, ਕਿਉਂਕਿ ਬੇਜ਼ਮੀਨੇ ਕਿਸਾਨ ਬਥੇਰੇ ਆ ਜਿਹੜੇ ਠੇਕੇ ਤੇ ਲੈ ਕੇ ਖੇਤੀ ਕਰਦੇ ਆ, ਕੀ ਉਹਨਾਂ ਦੀ ਉਹ ਠੇਕੇ ਵਾਲੀ ਲਾਗਤ ਸ਼ਾਮਿਲ ਹੋਏਗੀ, ਕੀ ਯੂਰੀਆ ਵੱਧ ਗਿਆ, DAP ਵੱਧ ਗਿਆ, ਡੀਜ਼ਲ ਵੱਧ ਗਿਆ, ਟਰੈਕਟਰ ਦੀ ਘਸਾਈ, ਟਰਾਲੀ ਦੀ ਘਸਾਈ, ਕਿਤਿਓਂ ਕੋਈ ਬੰਦਾ ਕਿਰਾਏ ਤੇ ਲੈ ਕੇ ਬਾਉਂਦਾ, ਕੀ ਉਹ ਸਾਰੀਆਂ ਚੀਜ਼ਾਂ ਸ਼ਾਮਿਲ, ਕਾਸਟ ਨੂੰ ਮਾਪਣ ਦਾ, ਨਾਪਣ ਦਾ, ਮਿਣਨ ਦਾ, ਗਿਣਨ ਦਾ ਪੈਮਾਨਾ ਕੀ ਹੋਊਗਾ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਲੀਅਰ ਕਰਨੀਆਂ। ਪਰ ਚੰਗਾ ਕਿ ਕੇਂਦਰ ਸਰਕਾਰ ਨੇ ਸੱਦਾ ਪੱਤਰ ਭੇਜਿਆ ਤੇ ਉਹਦੇ ਤੋਂ ਬਾਅਦ
ਅੱਜ ਹੁਣ ਸੰਯੁਕਤ ਕਿਸਾਨ ਮੋਰਚੇ ਵਾਲੇ ਆਪਣੀ ਬੈਠਕ 1 ਤਰੀਕ ਵਾਲੀ ਅੱਜ ਦੀ ਕਰਨਗੇ, ਕੀ ਫੈਸਲਾ ਹੁੰਦਾ ਇੰਤਜ਼ਾਰ ਕਰਦੇ ਆ? ਇਹਦੇ 'ਚ ਮੈਨੂੰ ਲੱਗਦਾ WhatsApp ਇੱਕ ਚਲੋ ਹੈ ਤਾਂ ਇੱਕ ਥਾਟ ਹੀ, ਪਰ ਮੈਨੂੰ ਇਹ ਵੀ ਆਪਾਂ ਇੱਥੋਂ ਇੱਕ ਫਲੋਟ ਕਰ ਦਿੰਦੇ ਆ। ਮੈਨੂੰ ਇਹ ਲੱਗਦਾ ਕਿ ਵੀ ਜਦੋਂ ਇਹ ਕਿਸਾਨ ਅੰਦੋਲਨ ਚੱਲਦਾ ਸੀ, ਆਪਾਂ ਇਸੇ ਪਲੇਟਫਾਰਮ ਤੋਂ ਬੜੀ ਵਾਰ ਦੋਵਾਂ ਭਰਾਵਾਂ ਜ਼ਿਕਰ ਕੀਤਾ ਵੀ ਯਾਰ MSP ਦੀ ਗੱਲ ਤੇ ਹਰ ਕੋਈ ਕਰਦਾ ਜੀ। ਇੱਕ ਸ਼ਬਦ ਹੈ MRP ਮੈਕਸਿਮਮ ਰਿਟੇਲ ਪ੍ਰਾਈਸ। ਉਹ ਬਾਕੀ ਚੀਜ਼ਾਂ ਦੇ ਲਈ ਜਦੋਂ ਕੋਈ ਜਿਹਨੇ ਵੀ ਸੈੱਟ ਕਰਨਾ, ਹਰੇਕ ਦੀ ਜਿਹਦੀ ਕੰਪਨੀ ਹੁੰਦੀ, ਜਿਹਦਾ ਪ੍ਰੋਡਕਟ ਹੁੰਦਾ, ਅਗਲਾ ਉਸੇ ਹਿਸਾਬ ਨਾਲ ਮਾਰਕਾ ਲਾ ਕੇ ਠੱਪ ਕਰਕੇ ਸੁੱਟ ਦਿੰਦਾ ਮੰਡੀ 'ਚ। ਭਾਵੇਂ ਅਗਲੇ ਦੀ 10 ਦੀ ਬਣੀ ਆ, ਉਹ 120 ਉਹਨੇ ਉੱਪਰ ਲਿਖੇ ਹੁੰਦੇ ਆ, ਤੇ ਮਾਰਕੀਟ ਅਗਲਾ ਜਦੋਂ ਦੁਕਾਨ ਲੈ ਵੀਰ ਤੈਨੂੰ 80 ਦੀ ਦੇਤੀ, ਉਹਨੂੰ ਜ਼ਿਆਦਾ ਉਹ ਤੇਰਾ ਭਲਾ ਯਾਰ 120 ਵਾਲੀ ਮੈਨੂੰ 80 'ਚ ਮਿਲ ਪਈ, ਪਰ ਇਹ ਨਹੀਂ ਪਤਾ ਵੀ ਬਣੀ ਤੇ 10 ਦੀ ਸੀਗੀ। ਕਿਉਂ ਨਾ, ਮਤਲਬ ਜਦੋਂ ਆਪਾਂ ਖਾਣ ਪੀਣ ਦੀ ਗੱਲ ਕਰਦੇ, ਖਾਣਾ ਤੇ ਗਰੀਬ ਨੇ ਵੀ ਅਮੀਰ ਨੇ ਵੀ ਖਾਣਾ। ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹਦੀ MRP ਜਿਹੜਾ ਉਹਦਾ ਪ੍ਰੋਡਕਟ ਫਾਈਨਲ, ਉਹਦੇ ਬਾਰੇ ਵੀ ਸਰਕਾਰ ਸੋਚ ਲੇ। ਜੇ ਮੰਨ ਲਓ ਡੀਜ਼ਲ ਪੈਟਰੋਲ ਦੀਆਂ ਪੂਰੇ ਦੇਸ਼ 'ਚ ਕੀਮਤਾਂ ਦੀ ਸੈਟਿੰਗ ਕੀਤੀ ਜਾ ਸਕਦੀ ਹੈ, ਦਵਾਈਆਂ ਦੀ ਸੈਟਿੰਗ ਕੀਤੀ ਜਾ ਸਕਦੀ, ਹੋਰ 3600 ਚੀਜ਼ਾਂ ਨੇ ਜਿਹੜੀਆਂ ਸਰਕਾਰ ਕੈਪ ਕਰਦੀ ਹੈ ਵੀ ਭਾਈ ਸਾਹਿਬ ਇਹ ਤੋਂ ਇਹਦਾ ਰੇਟ ਵਧਣਾ ਨਹੀਂ, ਜਾਂ ਇਹ ਤੋਂ ਬਾਅਦ ਤੁਸੀਂ MRP ਨਹੀਂ ਰੱਖ ਸਕਦੇ। ਉਹਦੇ ਵਿੱਚ ਉਹ ਵੀ ਹਿਸਾਬ ਤਾਂ ਲਾ ਲਓ ਵੀ ਭਾਈ ਸਾਹਿਬ ਆਹ ਚੀਜ਼ ਹੈ, ਸਾਡੇ ਦੇਸ਼ ਦੀ ਇੱਦਾਂ ਦੀ ਜ਼ਮੀਨ ਹੈ, ਇੰਨੀ ਕੁ ਦੀ ਲਾਗਤ ਲੱਗਦੀ ਆ। ਕਿਉਂਕਿ ਇਹਦੇ 'ਤੇ ਕੋਈ ਸਾਇੰਸ ਨਹੀਂ ਨਾ ਲੱਗਣੀ ਵੀ ਹਾਂ ਭਾਈ ਸਾਹਿਬ ਵੀ ਜਿਹੜੀ ਪੰਜਾਬ ਵਾਲੇ ਕਣਕ ਬੀਜਦੇ ਆ ਉਹ ਕਣਕ ਜ਼ਮੀਨ ਤੋਂ ਬਾਹਰ ਨਿਕਲਦੀ ਆ, ਜਿਹੜੀ MP ਵਾਲੇ ਬੀਜਣੀ ਉਹਦੇ ਜੜ੍ਹਾਂ 'ਚੋਂ ਨਿਕਲਦੀ ਆ ਭਾਈ ਸਾਹਿਬ, ਉਹ ਕੁਛ ਡਿਫਰੈਂਟ ਤਰੀਕਾ। ਕਣਕ ਦੇਖੋ ਜੀ ਕੁਦਰਤੀ ਚੀਜ਼ ਹੈ ਨਾ, ਕਿਉਂ ਨਾ ਉਹਦੀ MRP ਫਾਈਨਲ ਪ੍ਰੋਡਕਟ ਦੀ, ਯਾਨੀ ਕਿ ਆਟਾ ਕਿਵੇਂ ਦਾ ਹੋਊਗਾ, ਚੌਲ ਜਿਹੜੇ ਉਹ ਕਿਸ ਕੁਆਲਿਟੀ ਦੇ ਕਿੰਨੇ ਕੁ ਦੇ ਹੋਣਗੇ, ਸਬਜ਼ੀ ਜਿਹੜੀ ਉਹ ਕਿੰਨੇ ਕੁ ਦੀ ਹੋਊਗੀ। ਜੇ ਮੇਰੇ ਖਿਆਲ ਨਾਲ MRP ਦੀ ਸੈਟਿੰਗ ਕਰ ਲੈਣ ਤੇ MSP ਦੀ ਸੈਟਿੰਗ ਕਰਨੀ ਆਪੇ ਸੌਖੀ ਹੋ ਜੂ। ਹੁਣ ਹੁੰਦਾ ਕੀ ਆ ਵੀ ਇਹੋ ਸੋਚਦੇ ਨਾ ਵੀ ਉਹ ਹਮ ਅਗਰ ਇਤਨਾ ਰੇਟ ਦੇ ਦੇंगे तो मार्केट में महंगाई हो जाए। महंगाई करता कौन है? किसान थोड़ा करता। नहीं, गल तुहाडी बिल्कुल ठीक है। MRP ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਪਾਸੇ ਫਸਲ ਪੈਦਾ ਕਰਨ ਵਾਲਾ, ਦੂਜੇ ਪਾਸੇ ਉਹਨੂੰ ਖਰੀਦਣ ਵਾਲਾ ਆਖਰੀ ਦੋਵੇਂ ਬੰਦੇ ਖੁਸ਼ ਵਾਲੇ, ਤੇ ਵਿਚਾਲੇ ਵਾਲੇ ਜਿਹੜੇ ਆ ਉਹ ਕਿਤੇ ਨਾ ਕਿਤੇ ਚੂੜੀ ਘੁਮਾ ਦਿੰਦੇ ਆ, ਤੇ ਐਤਕੀ ਵਿਚਾਲੇ ਵਾਲੇ ਹੀ ਵੱਡੇ ਢਿੱਡਾਂ ਵਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਬਹੁਤ ਕਲੀਅਰ ਹੈ, ਕੇਂਦਰ ਸਰਕਾਰ ਜਾਂ ਕੇਂਦਰ ਸਰਕਾਰ ਜਿਹੜੀ ਪਾਰਟੀ ਦੀ ਹੈਗੀ ਆ ਉਹ ਇੱਕ ਗੱਲ ਬਹੁਤ ਚੰਗੇ ਤਰੀਕੇ ਸਮਝੇ ਹੋਣਗੇ, ਬੜੇ ਸਤਿਕਾਰਯੋਗ ਨੇ ਸਾਰੇ ਲੀਡਰ, ਕਿਉਂਕਿ ਹੁਣ ਨਫ਼ਰਤ ਦਾ ਵੇਲਾ ਨਹੀਂ ਹੈ। ਕਿ ਜਿੱਦਣ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਆਇਆ, ਇੱਕ ਜਗ੍ਹਾ ਵੀ ਕਿਸੇ ਦਾ ਘਰਾਓ ਹੋਇਆ, ਇੱਕ ਜਗ੍ਹਾ ਵੀ ਕਿਸੇ ਨੇ ਕਿਸੇ ਨੂੰ ਮਾੜੀ ਸ਼ਬਦਾਵਲੀ ਵਰਤੀ ਹੈ, ਇੱਕ ਜਗ੍ਹਾ ਵੀ ਕਿਤੇ ਇਦਾਂ ਹੋਇਆ ਕਿ ਕਿਸੇ ਦਾ ਸਮਾਗਮ ਰੱਦ ਹੋਇਆ ਹੋਵੇ। ਆਰਾਮ ਨਾਲ ਜਾਂਦੇ ਆ ਨਾ। ਤੁਸੀਂ ਇਹ ਦੇਖੋ ਕਿ ਇੱਕ ਰਾਸ਼ਟਰ ਦੇ ਨਾਂ ਸੰਬੋਧਨ ਜਿਹੜਾ ਹੋਇਆ, ਦਿੱਲੀੋਂ ਮੋਰਚਾ ਨਹੀਂ ਪੱਟਿਆ, ਇੱਕ ਵੱਖਰੀ ਗੱਲ ਹੈ, ਪਰ ਯੂਪੀ, ਉੱਤਰਾਖੰਡ, ਪੰਜਾਬ, ਹਰਿਆਣਾ ਸੌਖੇ ਹੋਏ ਕਿ ਨਹੀਂ ਮਾੜਾ ਜਿਹਾ, ਸਾਹ ਆਉਣ ਲੱਗਾ ਕਿ ਨਹੀਂ ਮਾੜਾ ਜਿਹਾ। ਜਾਣੀ ਇਹ ਲੋਕ ਤਾਂ ਇਦਾਂ ਦੇ ਆ, ਤੁਸੀਂ ਨਾਲ ਧੋਰੋ ਯਾਰ ਇਹਨਾਂ ਨੂੰ ਬਸ ਮਾੜਾ ਜਿਹਾ। ਹੁਣ ਰੌਲਾ ਕੱਲਾ ਇਹ ਨਹੀਂਗਾ, ਮੈਂ ਤਾਂ ਕਹਿੰਦਾ ਕਿ ਕੇਂਦਰ ਦੀ ਸਰਕਾਰ ਉਹ ਚੀਜ਼ਾਂ ਨਾ ਮੰਨੇ ਕਿ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਪਰਚੇ ਵਾਪਸ ਲਓ, ਲਖੀਮਪੁਰ ਖੇੜੀ ਵਾਲੀ ਘਟਨਾ ਹੈ, ਜਾਂ ਇਧਰਲੇ ਪਾਸੇ ਮੁਆਵਜ਼ੇ ਵਾਲੀ ਗੱਲ ਹੈ, ਜਾਂ ਸਿੰਘੂ ਬਾਰਡਰ ਤੇ ਥਾਂ ਚਾਹੀਦੀ ਹੈ ਯਾਦਗਾਰ ਬਣਾਉਣ ਨੂੰ। ਇਹ 5 ਕਹਿੰਦੇ ਆ, 15 ਮੰਨੋ। ਮੈਂ ਕਹਿੰਦਾ ਨਾਲ ਹੀ ਕਰੋ ਐਲਾਨ ਕਿ ਭਾਈ ਕੇਂਦਰ ਦੀ ਸਰਕਾਰ ਲੱਗੀ ਆ ਬਣਾਉਣ ਅਥਾਰਟੀ, ਜੇ ਕਿਸੇ ਨੇ ਨਕਲੀ ਖਾਦ ਵੇਚਿਆ ਤੇ ਅਸੀਂ ਆਹ ਕਰ ਦਿਆਂਗੇ, ਦਿਓ ਮੌਤ ਦੀ ਸਜ਼ਾ। ਵੈਸੇ ਗੱਲ ਕਰਦੇ ਸਖਤ ਸਜ਼ਾ। ਜੇ ਨਕਲੀ ਬੀਜ ਕਿਸੇ ਨੇ ਜਿਹੜਾ ਫਫੂੰਦੀ ਲੱਗਾ, ਸੁਸਰੀ ਲੱਗਾ, ਜੇ ਕਿਸੇ ਨੇ ਵੇਚਿਆ ਤਾਂ ਆਹ ਦੇਖਿਓ, ਜੇ ਕੀੜੇ ਮਾਰ ਦਵਾਈ ਨਕਲੀ ਆ ਗਈ ਤਾਂ ਦੇਖਿਓ। ਮੈਂ ਕਹਿੰਦਾ ਨਾਲ ਹੀ ਜੇ ਕੇਂਦਰ ਸਰਕਾਰ ਨੇ ਦਿਲ ਜਿੱਤਣੇ, ਜਿੱਥੇ ਐਡਾ ਵੱਡਾ ਦਿਲ ਦਿਖਾਇਆ ਨਹੀਂ, ਉਹਦੇ ਵਿੱਚ ਕੀ ਕਰਨ ਕਿ ਭਾਈ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੇ ਕਿਸਾਨਾਂ ਦਾ ਧੰਨਵਾਦ, ਅਸੀਂ ਜੋੜਦੇ ਹੱਥ। ਤੁਸੀਂ ਭਰਿਆ ਦੇਸ਼ ਦੇ ਲੋਕਾਂ ਦਾ ਢਿੱਡ, ਪਰ ਤੁਸੀਂ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਭਰਦੇ ਆਪਣੀਆਂ ਵਿਆਈਆਂ ਪੜਾ ਲਈਆਂ ਪੈਰਾਂ ਦੀਆਂ। ਅਸੀਂ ਤੁਹਾਨੂੰ ਦੇਣੇ ਆ ਪੈਸੇ, ਤੁਸੀਂ ਹੌਲੀ ਹੌਲੀ ਖਾਦ ਘਟਾਓ, ਤੁਸੀਂ ਹੌਲੀ ਹੌਲੀ ਕੀੜੇ ਮਾਰ ਦਵਾਈਆਂ ਦੀ ਜਿਹੜੀ ਖਪਤ ਘਟਾਓ। ਜਿੰਨਾ ਤੁਹਾਡਾ ਪ੍ਰੋਡਕਸ਼ਨ ਘਟੂਗਾ, ਅਸੀਂ ਉਹਦੀ ਇਵਜ਼ ਦੇ ਵਿੱਚ ਤੁਹਾਨੂੰ 4 ਰੁਪਏ ਦੇਵਾਂਗੇ। ਆਪਾਂ ਹੌਲੀ ਹੌਲੀ ਇੰਨੀ ਵਧੀਆ ਫਸਲ ਜ਼ਹਿਰਾਂ ਤੋਂ ਮੁਕਤ ਪੈਦਾ ਕਰਨੀ ਆ ਕਿ ਦੇਸ਼ ਦੇ ਲੋਕਾਂ ਦਾ ਢਿੱਡ ਵੀ ਭਰੇ, ਅਸੀਂ ਦੁਨੀਆ ਨੂੰ ਵੇਚਣੀ ਹੋਵੇ ਤੇ ਰੁਪਈਏ ਕਮਾਉਣੇ ਆ, ਸਰਕਾਰ ਕੋਲ ਵੀ ਆਉਣਗੇ, ਤੁਹਾਡੇ ਕੋਲ ਵੀ ਆਉਣਗੇ, ਸਾਰੇ ਪਾਸੇ ਜਾਣਗੇ। ਜਿਨ੍ਹਾਂ ਨੇ ਐਕਸਪੋਰਟ ਕਰਨੀ ਆ ਉਹਨਾਂ ਦੇ ਵੀ ਢਿੱਡ ਭਰਾਂਗੇ। ਜੇ ਕਿਤੇ ਇਦਾਂ ਦੇ 3-4 ਫੈਸਲੇ, ਮੈਂ ਕਹਿੰਦਾ ਕੇਂਦਰ ਉੱਪਰ ਦੀ ਲੱਤ ਰੱਖੋ, ਤੁਸੀਂ ਕਿਸਾਨਾਂ ਦੇ ਦਬਾਅ ਹੇਠ ਆ ਕੇ ਜ਼ਰੂਰ ਮੰਨਣੇ ਆ। 5-7 ਚੀਜ਼ਾਂ ਨੇ, ਨਾਲ ਹੀ ਕਹਿ ਦਿਓ ਪੰਜਾਬ ਦੇ ਲੋਕੋ, ਹਰਿਆਣੇ ਦੇ ਲੋਕੋ, ਯੂਪੀ ਦੇ ਲੋਕੋ, ਅੱਗੇ ਤੁਸੀਂ ਬਾਰਦਾਨਾ ਮੰਗਦੇ ਹੁੰਦੇ ਸੀ ਨਾ, ਤੁਹਾਡੀ ਚਿੱਠੀ ਨਹੀਂ ਆਊਗੀ, ਸਾਨੂੰ ਵੀ ਤਾਂ ਪਤਾ ਹੀ ਤੁਹਾਨੂੰ ਬੋਰੀਆਂ ਚਾਹੀਦੀਆਂ, ਬਾਰਦਾਨਾ ਪਹਿਲਾਂ ਪਿਆ ਹੋਊਗਾ। ਅੱਗੇ ਤੁਸੀਂ ਕਹਿੰਦੇ ਹੁੰਦੇ ਲਿਫਟਿੰਗ ਨਹੀਂ ਹੁੰਦੀ, ਤੁਸੀਂ ਸਮਝ ਲਓ ਕਿ ਲਿਫਟਿੰਗ ਹੋ ਗਈ। ਤੁਸੀਂ ਕਹਿਣਾ ਕਿ ਦੇਖੋ ਜੀ FCI ਦੇ ਗੋਦਾਮ ਚੋਂਦੇ ਆ, ਅੱਜ ਚੱਕੋ FCI ਦੇ ਗੋਦਾਮਾਂ ਦੇ ਲਈ ਪੈਸੇ, ਕੋਈ ਗੱਲ ਹੀ ਨਹੀਂ। FCI ਦੇ ਗੋਦਾਮਾਂ ਦੀ ਆਪਾਂ ਕੈਪੈਸਿਟੀ ਡਬਲ ਕਰ ਦੇਣੀ ਆ, ਘਬਰਾਉਣਾ ਨਹੀਂ ਤੁਸੀਂ। ਆ ਵੱਡੇ ਵੱਡੇ ਕੀ ਆ ਜਿਹੜੇ ਕਾਰਪੋਰੇਟ ਘਰਾਣੇ, ਕਿਤੇ ਸਾਡੀ ਸਰਕਾਰ ਛੋਟੀ ਆ, ਅਸੀਂ ਬੜੀ ਠੋਕ ਕੇ ਸਰਕਾਰ ਚਲਾਉਣੇ ਆ,
5-7 ਫੈਸਲੇ ਕਰ ਦੇਣ, ਕਿਸਾਨਾਂ ਨੂੰ ਬੋਲਣ ਜੋਗੇ ਨਾ ਛੱਡੋ। ਨਹੀਂ ਇਦਾਂ ਹੋ ਜਵੇ ਤੇ ਕਿਆ ਬਾਤਾਂ, ਪਰ ਕਾਰਨ ਇਹ ਆ ਵੀ ਇਹ ਸਾਰਾ ਕੁਝ ਮੰਗਦਾ ਇਮਾਨਦਾਰੀ ਨਾਲ ਵਿਚਾਰ। ਜੇ ਇਮਾਨਦਾਰੀ ਨਾਲ ਵਿਚਾਰ ਹੋ ਜਵੇ, ਦੇਖੋ ਤੁਸੀਂ ਆ ਜਿਹੜੀ ਗੱਲ ਕਰਦੇ ਨੇ, ਮੈਨੂੰ ਲੱਗਦਾ ਖਾਦਾਂ ਤੇ ਦੂਜੇ ਤੇ ਤੀਜੇ ਤੇ ਘਟਾਉਣੀ, ਇਹਦੇ ਨਾਲ ਮੈਂ ਨਾ ਵੀ ਪੈਸਾ ਵੀ ਕੋਈ ਬਾਹਰੋਂ ਨਹੀਂ ਲਿਆਉਣਾ ਪੈਣਾ। ਹੁਣ ਵੀ ਆਪਾਂ ਸੁਣਦੇ ਆ ਨਾ ਵੀ ਇੰਨੀ ਖਾਦ ਮਹਿੰਗੀ ਹੈ ਜੀ, ਇਹਦੇ ਤੇ ਤਾਂ ਇੰਨੇ % ਸਰਕਾਰ ਦਿੰਦੀ ਹੈ ਸਬਸਿਡੀ। ਫਿਰ ਉਹ ਤੋਂ ਬਾਅਦ ਇੱਕ ਵੱਡਾ ਸਾਰਾ ਇਸ਼ਤਿਹਾਰ ਲਾਉਣਾ ਪੈਂਦਾ ਵੀ ਆਹ ਦੇਖੋ ਜੀ ਕਿਸਾਨਾਂ ਦੇ ਲਈ ਅਸੀਂ ਸਬਸਿਡੀ ਦਿੱਤੀ। ਉਹ ਕਹਿੰਦੀ ਕਿਸਾਨ ਤਾਂ ਮਿਲੀ ਨਹੀਂ, ਉਹ ਕਹਿੰਦੀ ਫੈਕਟਰੀ ਵਾਲਿਆਂ ਨੂੰ ਦਿੱਤੀ ਜਿਹਨਾਂ ਖਾਦ ਬਣਾਈ। ਵੀ ਭਲਿਓ ਲੋਕੋ, ਆਪਾਂ ਖਾਦ ਪਾਉਣੀ ਜ਼ਰੂਰ ਹੈ, ਵੀ ਪਹਿਲਾਂ ਆਪਾਂ ਖਾਦ ਪਾਉਂਦੇ ਹਾਂ, ਫਿਰ ਦਵਾਈ ਪਾਉਂਦੇ ਹਾਂ, ਫਿਰ ਉਹ ਤੋਂ ਬਾਅਦ ਇੱਕ ਹੋਰ ਖਬਰ ਡੱਬੀ ਬਣ ਕੇ ਲੱਗਦੀ ਹੈ ਵੀ ਫਲਾਨੇ ਦੇਸ਼ ਨੇ ਤੁਹਾਡੀ ਬਾਸਮਤੀ ਮੋੜੀ, ਫਲਾਨਿਆਂ ਨੇ ਸਰੋਂ ਦਾ ਤੇਲ ਮੋੜਿਆ। ਉਹ ਕਹਿੰਦੇ ਵੀ ਅੰਬ ਜਮਾਂ ਨਹੀਂ ਆਉਣ ਦੇਣੇ ਸਾਡੇ ਵਾਲੇ ਪੋਰਟ ਤੇ। ਕਿਉਂ? ਕਿਉਂਕਿ ਕਹਿੰਦੇ ਉਹਦੇ 'ਚ ਪੈਸਟੀਸਾਈਡ ਇਨਸੈਕਟੀਸਾਈਡ ਹੈ ਜੀ, ਖਾਦ ਦੀ ਮਾਤਰਾ। ਨਾਲੇ ਆਪਾਂ ਉਹ ਚੀਜ਼ ਬਣਾਉਂਦੇ ਹਾਂ, ਫਿਰ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਬਸਿਡੀ ਦਿੰਦੇ ਹਾਂ। ਉਦੋਂ ਬਾਅਦ ਜਿਹੜਾ ਕਿਸਾਨ ਤੱਕ ਪਹੁੰਚਦੀ ਆ ਉਹ ਕਹਿੰਦਾ ਮੈਨੂੰ ਮਿਲਿਆ ਕੱਖ ਨਹੀਂ। ਉਹਦੇ ਨੂੰ ਚੰਗਾ ਨੇ ਵੀ ਜਿਹੜੀ ਚੀਜ਼ ਰਾਹ 'ਚ ਕਿਤੇ ਖਪਤ ਹੋਈ ਜਾਂਦੀ ਆ, ਚਾਹੇ ਜਿੱਦਾਂ ਆਪਾਂ MSP MRP ਦੀ ਗੱਲ ਕੀਤੀ, ਵੀ ਉਹ ਜਿਹੜਾ ਵਿਚਲਾ ਕੰਮ ਹੈ, ਜਿਹੜਾ ਖੂਹ ਆ, ਹਨੇਰਾ ਖੂਹ, ਜਿੱਥੇ ਸਰਕਾਰ ਕਹਿੰਦੀ ਅਸੀਂ ਦਿੱਤਾ, ਕਿਸਾਨ ਕਹਿੰਦਾ ਮੇਰੇ ਤੱਕ ਪਹੁੰਚਿਆ ਨਹੀਂ, ਉਹ ਖੂਹ ਪੂਰ ਲਈਏ, ਖੱਪਾ ਪੂਰੇ ਜਾਵੇ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਸਿਆਣੇ ਨੇ ਸਾਰੇ ਜਣੇ, ਕਈ ਵਾਰੀ ਨਾ ਛੋਟੀਆਂ ਚੀਜ਼ਾਂ ਚੇਤਾ ਭੁੱਲ ਜਾਂਦੀਆਂ। ਸਾਡੇ ਕੋਲ ਬਹੁਤ ਸਾਰੇ ਮਾਹਿਰ ਨੇ, ਉਹ ਚੰਗੀ ਤਰ੍ਹਾਂ ਸਮਝਾ ਸਕਦੇ ਆ, ਪਰ ਮੈਨੂੰ ਇਹ ਲੱਗਦਾ ਕਿ ਕੇਂਦਰ ਸਰਕਾਰ ਥੋੜ੍ਹਾ ਜਿਹਾ ਖਰਚ ਕਰ ਲੈ। ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ 4 ਪੈਸੇ ਦੇਵੇ, ਜੇ ਪ੍ਰੋਡਕਸ਼ਨ ਘਟਦੀ ਆ ਜ਼ਹਿਰਾਂ ਘਟਾਵੇ, ਪਤਾ ਕਿੰਨੇ ਪੈਸੇ ਬਚਣੇ ਉਹਨਾਂ ਨੂੰ। ਇੱਕ ਹੋ ਸਕਦਾ ਥੋੜ੍ਹੀ ਪ੍ਰੋਡਕਸ਼ਨ ਘਟੇ, ਜਿਹੜੇ ਕਹਿੰਦੇ ਨਾ ਗੋਦਾਮਾਂ ਦੇ ਵਿੱਚ ਸਾਡੇ ਸੜਦਾ ਆ ਸਮਾਨ, ਉਹ ਥੋੜ੍ਹਾ ਜਿਹਾ ਘੱਟ ਸੜੂਗਾ। ਦੂਜਾ, ਜੇ ਸਮਾਨ ਵੱਧ ਹੈ, ਤੁਹਾਨੂੰ ਟਰੱਕ ਵੱਧ ਲਾਉਣੇ ਪੈਂਦੇ, ਡੀਜ਼ਲ ਵੱਧ ਫੂਕ ਹੁੰਦਾ, ਥੋੜ੍ਹਾ ਜਿਹਾ ਘੱਟ ਜਾਊਗਾ। ਤੀਸਰਾ, ਜਿਹੜਾ ਰੋਜ਼ ਇਲਜ਼ਾਮ ਲੱਗਦਾ ਜੀ DAP ਘਟ ਗਿਆ ਜੀ, ਯੂਰੀਆ ਘਟ ਗਿਆ ਜੀ, ਰਸਾਇਣਕ ਖਾਦਾਂ ਨਹੀਂ ਆਈਆਂ ਜੀ, ਕੀੜੇ ਮਾਰ ਦਵਾਈਆਂ ਨਹੀਂ ਆਈਆਂ ਨਹੀਂ, ਜਦੋਂ ਪੈਣੀਆਂ ਹੀ ਘਟਿਆ, ਫਿਰ ਕਰਜ਼ਾ ਘਟ ਜਾਊਗਾ, ਸੁਸਾਈਡ ਘਟ ਜਾਣਗੇ, ਤੁਹਾਡੇ ਉੱਤੇ ਮੁਆਵਜ਼ਾ ਦੇਣ ਦੇ ਲਈ ਪ੍ਰੈਸ਼ਰ ਨਹੀਂ ਪਊਗਾ। ਹੋਰ ਦੇਖੋ, ਜੇ ਜ਼ਹਿਰਾਂ ਘਟ ਜਾਣਗੀਆਂ ਨਾ, ਜੇ ਜ਼ਹਿਰਾਂ ਘਟ ਜਾਣਗੀਆਂ, ਨਿੱਕੇ ਨਿਆਣਿਆਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ, ਲੋਕਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ, ਤੁਹਾਨੂੰ ਹਸਪਤਾਲ ਨਹੀਂ ਓਨੇ ਬਣਾਉਣੇ ਪੈਣੇ, ਤੁਹਾਡੇ ਉੱਤੇ ਪ੍ਰੈਸ਼ਰ ਨਹੀਂ ਪਊਗਾ ਕਿ ਭਾਈ ਵੱਧ ਡਾਕਟਰ ਭਰਤੀ ਕਰਕੇ ਉਹਨਾਂ ਨੂੰ 2.5 ਲੱਖ ਰੁਪਈਆ ਤਨਖਾਹ ਦਿਓ, ਫਿਰ ਤੁਹਾਨੂੰ ਦਵਾਈਆਂ ਤੇ ਬਹੁਤਾ ਖਰਚ ਨਹੀਂ ਕਰਨਾ ਪਊਗਾ। ਫਿਰ ਲੋਕ ਰੌਲਾ ਨਹੀਂ ਪਾਉਣਗੇ ਜੀ ਨਵਜਾਤ शिशु गंभीर हालत में दाखिल हुए, ये वो सारियां, फिर एंबूलेंस बहुतियां नहीं फसणगियां, फिर जाम घट लगणगे, जाम घट लगणगे, ਤੁਹਾਡੇ ਤੇ ਪ੍ਰੈਸ਼ਰ ਘਟੂਗਾ। ਤੁਸੀਂ ਦੇਖੋ ਕਿ ਇੱਕ ਕੰਮ ਕਰਨ ਦੇ ਨਾਲ, ਇੱਕ ਤਾਂ ਕਿਸਾਨਾਂ ਦੇ ਉੱਪਰ ਦੀ ਲੱਤ ਰੱਖ ਲਓ, ਬੱਲੇ ਬੱਲੇ ਤੁਹਾਡੀ ਹੋ ਜੂ, ਵੋਟਾਂ 4 ਤੁਹਾਨੂੰ ਮਿਲਣਗੀਆਂ, ਖਰਚੇ ਤੁਹਾਡੇ ਘਟ ਜਾਣਗੇ, ਲੋਕ ਖੁਸ਼ ਹੋ ਜਾਣਗੇ, ਬਿਮਾਰ ਹੋਣਗੇ ਨਹੀਂ, ਬਿਮਾਰ ਨਹੀਂ ਹੋਣਗੇ, ਕੰਮ ਵੱਧ ਕਰਨਗੇ, ਦੇਸ਼ ਦੀ ਪ੍ਰੋਡਕਸ਼ਨ ਵਧੂਗੀ, ਬੱਲੇ ਬੱਲੇ ਤੁਹਾਡੀ ਆ, ਸਾਨੂੰ ਕਿਹਨੇ ਪੁੱਛਣਾ। ਆਪਣੀਆਂ ਗੱਲ ਕਰਦੇ ਨਾ, ਉਹਨਾਂ ਭਾਵੇਂ ਸੋਚਿਆ ਹੋਵੇ ਨਾ ਸੋਚਿਆ ਵੀ ਉਧਰੋਂ ਫੋਨ ਜ਼ਰੂਰ ਖੜਕ ਗਿਆ ਹੋਣਾ। वो कहते हैं भी उनका फ़ोन आया था जी, किनका? उनका ही सर आया था जी, वो चेक दे गए थे ना पिछली बार। अच्छा की कहते अब वो बोल रहे थे कि वो टेलीविजन पर कुछ लोग बकवास कर रहे हैं ऐसी वैसी, उनकी मत सुनना, अगर उनकी सुननी है तो फिर इधर फ़ोन मत करना। अरे सर अगली बार चंदा, सर इलेक्शन कौन सा चंदा, पहले ये चंद जो चाड़ने के बारे में सोच रहे हैं ना, है ना, ये इनका सूर्य ढलना चाहिए, इनका सूर्य ढलना चाहिए। और दूसरी बात, अगर ऐसा हो गया तो फिर चंद असी चाड़ देने, चाड़ देना है ना। मतलब जे तो भाई साहब इदा ਫਿਰ ਆਪਾਂ ਇਹ ਮਤ ਸੋਚੀਏ ਵੀ ਏਡਾ ਵੱਡਾ ਮੁਲਕ ਜਿਹੜਾ, ਜਾਂ ਇੰਨੀ ਆਬਾਦੀ ਵਾਲਾ ਮੁਲਕ, ਇਹਦੇ ਆਪਾਂ ਜਦੋਂ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਜਾਂ ਫਲਾਨੇ ਇੰਡੈਕਸ ਦੇ ਵਿੱਚ ਹੈਪੀਨੈਸ ਇੰਡੈਕਸ, ਉਹ ਪਿੱਛੇ ਸਾਡਾ ਨਾਂ, ਭੁੱਖਮਰੀ ਇੰਡੈਕਸ ਆਹ ਦੇਖੋ ਜੀ ਸਾਡਾ ਨਾਂ, ਉਦੋਂ ਬਾਅਦ ਜੀ ਇਹ ਕਰਪਸ਼ਨ ਆਹ ਦੇਖੋ ਜੀ ਸਾਡਾ ਨਾਂ। ਘੱਟੋ ਘੱਟ ਉਹਦੇ ਵਿੱਚ ਵੀ ਆਪਣਾ ਕਿਤੇ ਨਾ ਉਹਨਾਂ ਦੇਸ਼ਾਂ 'ਚ ਆ ਜਾਊਗਾ ਵੀ ਪੋਲਿਊਸ਼ਨ ਹੈ ਨਹੀਂ, ਚੰਗੀ ਸਿਹਤ ਆ, ਲੋਕ ਖੁਸ਼ ਨੇ, ਤੇ ਉਹ ਚੀਜ਼ਾਂ ਮੇਰੇ ਖਿਆਲ ਨਾਲ ਉਹ ਵਾਲੀਆਂ ਜਿਹੜੀਆਂ ਦੂਸਰੀਆਂ ਚੀਜ਼ਾਂ ਥੋੜ੍ਹੇ ਘਣੇ ਜਿਹੜੇ ਲੋਕਾਂ ਦਾ ਢਿੱਡ ਭਰਨ ਵਾਲੀਆਂ, ਉਹ ਛੱਡ ਕੇ ਬਹੁਤਿਆਂ ਦਾ ਹੱਥ ਫੜਨ ਦੀ ਲੋੜ ਪੈਣੀ। ਬਿਲਕੁਲ ਸੰਧਾਲੀਆ ਸਾਹਿਬ, ਤੇ ਕੁੱਲ ਮਿਲਾ ਕੇ ਅਸੀਂ ਸਵਾਗਤ ਕਰਦੇ ਹਾਂ ਜੋ ਕਿਸਾਨ ਕਰ ਰਹੇ ਨੇ। ਹਾਂ, ਪੱਖੀ ਹੁੰਗਾਰਾ ਦੇ ਰਿਹਾ ਸਰਕਾਰ ਕਰ। 1 ਮਿੰਟ ਬੇਨਤੀ, ਮੈਨੂੰ ਇਹ ਮੈਂ ਕਲੀ ਲੈ ਆਵਾਂ, ਫਿਰ ਵੈਲਕਮ ਹੀ ਲਿਖਣਾ। ਨਹੀਂ ਕਲੀ ਨਾਲ ਨਹੀਂ ਲਿਖਣਾ, ਚੂਨਾ ਪਾਉਣਾ ਹੀ, ਉਹ ਚੂਨਾ ਹੁੰਦਾ ਹੀ ਮਹਾਰਾਜ, ਕਲੀ ਨਹੀਂ ਹੁੰਦੀ, ਹੱਥ ਨਾਲ ਪੜਾ ਲਿਓ ਕਿਤੇ। ਲੈ ਦੱਸੋ, ਹੱਦ ਹੋ ਗਈ, ਚੂਨੇ ਤੇ ਕਲੀ ਕੀ ਫਰਕ ਹੁੰਦਾ? ਉਹ ਮਹਾਰਾਜ ਚੂਨਾ ਜਿਹੜਾ ਦੂਜਾ ਹੁੰਦਾ ਗੋਲੇ ਹੁੰਦੇ ਆ, ਹਾਰਡ ਹੁੰਦਾ ਹੈ, ਆਪਾਂ ਦੂਜਾ ਪਾਉਣਾ ਨਾ ਮੁਲਾਇਮ। ਅੱਛਾ, ਹੈ ਨਾ, ਹੁੰਦੇ ਨੇ ਘਨੇ ਮੁਲਾਇਮ ਕਾਲੇ ਵਾਲ ਕੇਸ਼ ਨਿਖਾਰ। ਹੁਣ ਤੁਹਾਨੂੰ ਮੇਰੀ ਗੱਲ ਸੁਣਦੇ ਹੋ, ਹੁਣ ਤੇ ਨਿਆਣਿਆਂ ਨੂੰ ਤਾਂ ਨਹੀਂ ਪਤਾ ਹੋਣਾ, ਪਰ ਆਪਣੀ ਵਾਰੀ ਮਸ਼ਹੂਰ, ਤੁਹਾਡੀ ਵਾਰੀ ਹੁੰਦੀ, ਤੁਸੀਂ ਸੁਣਾਉਂਦੇ ਹੁੰਦੇ ਆ। ਹਾਂ, ਨਹੀਂ ਇਹਦੇ ਹੈ ਨਾ ਸੰਧਾਲੀਆ ਸਾਹਿਬ, ਇੱਕ ਨਾ ਵਾਵਾ ਹੋ ਗਈ ਅੱਜ ਇੱਕ ਮੀਟਿੰਗ ਹੋਣੀ ਹੈ। ਮਨੋਹਰ ਲਾਲ ਖੱਟਰ ਸਾਹਿਬ ਨੇ ਕਿਸਾਨਾਂ ਨਾਲ ਮੀਟਿੰਗ ਰੱਖੀ ਹੈ, ਕਿਉਂਕਿ ਸਭ ਤੋਂ ਵੱਧ ਪਰਚੇ ਕਿਸਾਨ ਅੰਦੋਲਨ ਦੇ ਵਿੱਚ ਹਰਿਆਣੇ 'ਚ ਹੋਏ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪਤਾ ਲੱਗਾ, ਸੂਤਰ ਤਾਂ ਸਾਡੇ ਬਹੁਤੇ ਹੈ ਨਹੀਂ, ਕਿ ਉਹਨਾਂ ਨੇ ਸੂਬਿਆਂ ਨੂੰ ਇਨਡਾਇਰੈਕਟਲੀ ਆਖਿਆ ਕਿ ਭਾਈ ਦੇਖੋ ਪਰਚੇ ਪੁਰਚੇ ਕਿੱਦਾਂ ਵਾਪਸ ਹੋਣੇ ਆ। ਕਿਉਂਕਿ ਇੱਕ ਮੰਗ ਸੀ 3 ਖੇਤੀਬਾੜੀ ਕਾਨੂੰਨਾਂ ਦੀ, ਇੱਕ ਬਿਜਲੀ ਵਾਲੀ, ਉਹ ਦੋਨੋਂ ਪ੍ਰਵਾਨ ਹੋ ਗਈਆਂ। MSP ਦੀ ਜੇ ਕਮੇਟੀ ਬਣ ਜਾਏ, ਪਰਚੇ ਜੇ ਵਾਪਸ ਹੋ ਜਾਣ, ਕੁਝ ਮਸਲੇ ਹੋਰ ਹੈਗੇ ਆ, ਪਰ ਇਹਦਾ ਮਤਲਬ ਹੈ ਕਿ ਕੰਮ ਅਗਲੇ ਪਾਸੇ ਨੂੰ ਚੱਲ ਰਿਹਾ। ਪਰ
ਇਹਦੇ ਵਿੱਚ ਬਾਰ-ਬਾਰ ਇੱਕ ਅਫਵਾਹ ਚੱਲਦੀ ਸੀ ਕਿ ਪੰਜਾਬ ਦੇ ਕਿਸਾਨਾਂ ਨੇ ਸਮਾਨ ਟਰੱਕਾਂ 'ਚ ਰੱਖਣਾ ਸ਼ੁਰੂ ਕਰਤਾ, ਤੰਬੂ ਬੰਦ ਕਰਨੇ ਸ਼ੁਰੂ ਕਰਤੇ। ਜਗਜੀਤ ਸਿੰਘ ਡੱਲੇਵਾਲ ਪੰਜਾਬੀ 'ਚ ਕਹਿੰਦੇ ਉਹ ਬੜੇ ਜਬੇ ਵਾਲੇ ਲੀਡਰ ਨੇ, ਉਹ ਹੋਏ ਚੰਗੇ ਤਰੀਕੇ ਲਾਈਵ। ਉਹ ਕਹਿੰਦੇ ਜੀ ਇੱਕ ਗੱਲ ਸੁਣ ਲਓ, ਜਿੱਦਣ ਇੱਥੇ ਸਾਡੇ ਇੱਟਾਂ ਵਰਦੀਆਂ ਸੀ ਨਾ, ਉਦਣ ਹਰਿਆਣੇ ਵਾਲੇ ਹਿੱਕ ਠੋਕ ਕੇ ਸਾਡੇ ਨਾਲ ਖੜੇ। ਜਿੱਦਾਂ 26 ਜਨਵਰੀ ਦੀ ਘਟਨਾ ਸੀ, ਯੂਪੀ ਵਾਲੇ ਹਿੱਕ ਠੋਕ ਕੇ ਖੜੇ। ਉਹ ਕਹਿੰਦੇ ਥੋੜੇ ਜਿਹਾ ਵੱਧ ਕਿਸਾਨ ਆਏ ਸੀ 26 ਤਰੀਕ ਨੂੰ 1 ਸਾਲ ਦਾ ਸਮਾਗਮ ਮਨਾਉਣ, ਉਹਨਾਂ ਚੋਂ ਕੁਝ ਟਰਾਲੀਆਂ ਵਾਪਸ ਜਾਣੀਆਂ ਸੀ, ਵੈਸੇ ਵੀ ਰੋਟੇਸ਼ਨ ਸਿਸਟਮ ਹੈ। ਇੱਥੋਂ ਕੋਈ ਨਹੀਂ ਜਾ ਰਿਹਾ ਜਦੋਂ ਤੱਕ ਸੰਯੁਕਤ ਕਿਸਾਨ ਮੋਰਚਾ ਫੈਸਲਾ ਨਹੀਂ ਕਰਦਾ, ਜਦੋਂ ਤੱਕ MSP ਦੇ ਮੁੱਦੇ ਦੇ ਉੱਤੇ ਕੋਈ ਡਿਸੀਜਨ ਨਹੀਂ ਹੁੰਦਾ। ਉਹ ਕਹਿੰਦੇ ਜੇ ਸਾਨੂੰ ਦੇਸ਼ ਦੇ ਕਿਸਾਨਾਂ ਨੇ ਪਿੱਠ ਨਹੀਂ ਦਿਖਾਈ 1 ਸਾਲ, ਤਾਂ ਮਤ ਸੋਚੋ ਕਿ ਪੰਜਾਬ ਦਾ ਕੋਈ ਕਿਸਾਨ ਕਿਸੇ ਹੋਰ ਨੂੰ ਪਿੱਠ ਦਿਖਾ ਦੂ, ਕਿਉਂਕਿ ਲਗਾਤਾਰ ਅਫਵਾਹਾਂ ਉਡਾਈਆਂ ਜਾ ਰਹੀਆਂ ਕਿ ਪੰਜਾਬ ਵਾਲਿਆਂ ਨੇ ਮੁੜ ਜਾਣਾ ਹੀ। ਪਰ ਜਿਸ ਤਰੀਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਐਨ ਠੋਕ ਕੇ ਲਾਈਵ ਹੋ ਕੇ ਕਿਹਾ ਕਿ ਘਬਰਾਓ ਨਾ, ਅਸੀਂ ਇਦਾਂ ਨਹੀਂ ਚੱਲੇ, ਅਫਵਾਹਾਂ ਫੈਲ ਰਹੀਆਂ। ਕਹਿੰਦੇ ਕੁਛ ਇਦਾਂ ਦੀ ਗੱਲ ਨਹੀਂ, ਉਹ ਤਾਂ ਲੋਕ ਵੱਧ ਗਿਣਤੀ ਚ ਆਏ ਸੀ ਤੇ ਲੋਕਾਂ ਨੇ ਜਾਣਾ ਸੀ, ਅਸੀਂ ਉਦਾਂ ਦੇ ਉਦਾਂ ਬੈਠੇ ਆ। ਇਹਦੀ ਵਧੀਆ ਗੱਲ ਆ। ਦੇਖੋ ਕਾਰਨ ਪਤਾ ਕੀ ਹੈ ਵਾਟ ਸਾਹਿਬ, ਮੈਨੂੰ ਲੱਗਦਾ ਵੀ ਹੁਣ ਜਿੱਥੇ 1 ਸਾਲ ਦਾ ਸਬਰ ਸੀਗਾ ਜੀ, ਉੱਥੇ ਹੁਣ ਹਫਤਾ ਕੀ ਤੇ 10 ਦਿਨ ਕੀ ਫਰਕ ਕੀ ਪੈ ਚੱਲਿਆ। ਕਿਉਂਕਿ ਦੇਖੋ ਕਾਰਨ ਇਹ ਆ ਵੀ ਇਸ ਵਕਤ ਪੂਰੀ ਸਰਕਾਰ ਜੁੜੀ ਆ, ਵਿਰੋਧੀ ਧਿਰਾਂ ਜੁੜੀਆਂ। ਉਹ ਗੱਲ ਵੱਖਰੀ ਆ ਵੀ ਵਿਰੋਧੀ ਧਿਰਾਂ ਵਾਲਿਆਂ ਚਲੋ ਬਾਹਰ ਹੋਏ, ਉਹ ਕਹਿੰਦੇ ਹਮਾਰੀ ਬਾਤ ਤੋਂ ਸੁਣ ਲਓ, ਕਿਉਂ ਸੁਣ ਲਈ ਤੁਹਾਡੀ ਬਾਤ, ਕਹਿੰਦੇ ਹਨ। ਆਪਾਂ ਰੋਜ਼ ਦੇਖਦੇ ਹਾਂ ਵੀ ਵਿਰੋਧੀ ਧਿਰਾਂ ਵਿਚਾਰੀਆਂ ਪਾਰਲੀਮੈਂਟ ਦੇ ਬਾਹਰ ਖਲੋਤੇ, ਉਹ ਕਹਿੰਦੇ ਸਾਡੇ ਜੀ ਮੈਂਬਰ ਨਹੀਂ ਅੰਦਰ ਜਾਣ ਦਿੰਦੇ, ਉਹ ਤੁਹਾਡੀ ਲੋੜ ਹੀ ਨਹੀਂ ਸਾਨੂੰ। ਚਲੋ ਜਿਸ ਹਿਸਾਬ ਨਾਲ ਸਰਕਾਰ ਇਸ ਵਕਤ ਫੁੱਲ ਬਹੁਮਤ 'ਚ ਹੈ, ਭਾਈ ਸਾਹਿਬ ਅਗਲਿਆਂ ਦੀ ਚੱਲਦੀ ਹੈ, ਪਰ ਫਿਰ ਵੀ ਜੇ ਉਹਨਾਂ ਸੁਹਿਰਦਤਾ ਨਾਲ ਸੋਚ ਲਿਆ ਤੇ ਬਾਕੀ ਚੀਜ਼ਾਂ ਹੌਲੀ ਹੌਲੀ ਇੱਕ ਇੱਕ ਕਰਕੇ ਤੁਰ ਪਈਆਂ ਤੇ ਹੋਰ ਹਫ਼ਤੇ ਦੇ ਵਿੱਚ ਕਲੀਅਰ ਹੋ ਜੂਗੀ ਕਹਾਣੀ। 'ਚ ਕਾਹਲੇ ਪੈਣ ਦੀ ਕੀ ਲੋੜ। ਉਹ ਤਾਂ ਆਪਾਂ ਅੱਗੇ ਵੀ ਕਿਹਾ ਨਾ ਵੀ ਦੇਖੋ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਇੱਕ ਚੱਲਦੀ ਸੀ ਖਬਰ, ਇੱਕ ਚੱਲਦੀ ਸੀ ਅਫਵਾਹ ਜੀ, ਤੇ ਜੇ ਉਦੋਂ ਦੀ ਚੱਲਦੀ ਹੈ ਤਾਂ ਹੁਣ ਵੀ ਤਾਂ ਚੱਲਣਗੀਆਂ। ਨਹੀਂ, ਮੈਨੂੰ ਇਹ ਵੀ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਆਪ ਦਾ ਪਲੇਟਫਾਰਮ ਆ ਉਹਦੇ ਉੱਤੇ ਯਕੀਨ ਕਰਿਓ, ਬਾਕੀ ਸਾਡੇ ਤੁਹਾਡੇ ਤੇ ਯਕੀਨ ਨਾ ਕਰਿਓ। ਤੇ ਇੱਕ ਗੱਲ ਪੱਕੀ ਹੈ, ਜੇ ਕੇਂਦਰ ਸਰਕਾਰ ਭਾਵੇਂ ਸਾਲ ਬਾਅਦ ਹੀ ਸਹੀ ਕਦਮ ਅੱਗੇ ਵਧਾ ਰਹੀ ਹੈ, ਹੁਣ ਆਪਾਂ ਭਾਸ਼ਾ ਸਾਰਿਆਂ ਨੇ ਠੀਕ ਕਰਨੀ ਹੈ। ਜਿੱਥੇ ਸਵਾਗਤ ਕਰਨ ਵਾਲਾ ਸਵਾਗਤ ਕਰੀਏ, ਜਿੱਥੇ ਆਲੋਚਨਾ ਕਰਨ ਵਾਲੀ ਹੈ ਸੱਭਿਅਕ ਭਾਸ਼ਾ 'ਚ ਆਲੋਚਨਾ ਕਰੀਏ, ਕਿਉਂਕਿ ਕੰਮ ਬਹੁਤ ਕਰਨ ਵਾਲੇ ਆ ਤੇ ਉਹ ਰਲ ਮਿਲ ਕੇ ਕਰਨ ਵਾਲੇ ਆ। ਸਾਨੂੰ ਸਰਕਾਰ ਵੀ ਚਾਹੀਦੀ, ਸਾਨੂੰ ਅਫਸਰ ਵੀ ਚਾਹੀਦੇ, ਸਾਨੂੰ ਮਾਹਿਰ ਵੀ ਚਾਹੀਦੇ ਆ, ਸਾਨੂੰ ਸਾਰੇ ਬੰਦੇ ਚਾਹੀਦੇ ਆ। ਤੇ ਜਦੋਂ ਉਹ ਸਾਰੇ ਬੰਦੇ ਰਲ ਮਿਲ ਕੇ ਚੱਲਣਗੇ, ਜਨਤਾ ਨੂੰ ਨਾਲ ਲੈ ਕੇ ਚੱਲਣਗੇ, ਤਾਂ ਸਾਰਾ ਕੁਝ ਹੱਲ ਹੋ ਜੂ। ਪਰ ਕੁੱਲ ਮਿਲਾ ਕੇ ਲੱਗਦਾ ਹੈ ਕਿ ਗੱਲ ਅੱਗੇ ਪਾਸੇ ਨੂੰ ਵੱਧ ਰਹੀ ਹੈ। ਨਹੀਂ, ਉਹ ਤਾਂ ਹੈਗੀ ਆ, ਕਿਉਂਕਿ ਆ ਪਿੰਡਾਂ 'ਚ ਵੀ ਹੁੰਦਾ ਨਾ ਵੀ ਜੇ ਮੰਨ ਲਓ ਵੀ ਉਦੋਂ ਮੁੰਡੇ ਥੋੜੇ ਜਿਹੇ ਗਰਮ ਵਾਲੇ ਦਿਮਾਗ ਵਾਲੇ ਲੜ ਪਏ, ਉਦੋਂ ਆ ਫਿਰ ਸਿਆਣੇ ਬਾਪੂ ਬਹਿ ਕੇ ਪੰਚਾਇਤ 'ਚ ਫੈਸਲਾ ਕਰਾਉਂਦੇ ਹੁੰਦੇ। ਇਹ ਨਹੀਂ ਵੀ ਮਤਲਬ ਸਾਰੇ ਹੀ ਗਰਮ ਦਿਮਾਗ ਹੁੰਦੇ ਆ। ਸੋ ਹਰ ਤਰ੍ਹਾਂ ਦਾ ਬੰਦਾ ਜਿਹੜਾ ਉਹਨੂੰ ਜਿਵੇਂ ਜਿੱਥੇ ਲੋੜ ਆ ਉਵੇਂ ਵਰਤ ਲੈਣਾ ਚਾਹੀਦਾ। ਬਿਲਕੁਲ ਜੀ, ਚਲਿਏ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਤੁਸੀਂ ਪਿਆਰ ਕਰਦੇ ਹੋ, ਤੁਸੀਂ ਕਮੈਂਟ ਦੇ ਰੂਪ ਵਿੱਚ ਆਪਣੀ ਟਿੱਪਣੀ ਵੀ ਭੇਜਦੇ ਹੋ, ਤੁਸੀਂ ਲਾਈਕ ਵੀ ਕਰਦੇ ਹੋ, ਸ਼ੇਅਰ ਵੀ ਕਰਦੇ ਹੋ। ਇਹ ਸਾਰੀਆਂ ਗੱਲਾਂ ਲਈ ਤੁਹਾਡਾ ਬੜਾ ਧੰਨਵਾਦ। ਤੇ ਅਸੀਂ ਬੜੇ ਰਿਣੀ ਹਾਂ ਜੀ ਤੁਹਾਡੇ ਕਿ ਤੁਸੀਂ ਪ੍ਰਾਈਮ ਏਸ਼ੀਆ TV ਨੂੰ ਹਰ ਰੋਜ਼ ਸਬਸਕ੍ਰਾਈਬ ਵੀ ਕਰਦੇ ਹੋ। ਜੇ ਅਜੇ ਤੱਕ ਨਹੀਂ ਕੀਤਾ ਤੇ ਜ਼ਰੂਰ ਕਰ ਲੈਣਾ ਜੀ YouTube ਤੇ। ਸੋ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।